जी अस्सलाम वालेकुम नाज़रीन, मैं हूं तुहाडा अपना मियाँ उमैर अरशद। तुसां देख रहे हो ईरान न्यूज़ पॉडकास्ट। आज साडे नाल मौजूद ने अली रज़ा डोगर साहब, अल मरूफ डोगर मोटर ननकाना वाले। ये जनाब CEO भी है ਤੇ ਕਾਫੀ ਸਾਰੇ ਬ੍ਰਾਂਚਾਂ ਵੀ ਚਲਾ ਰਹੇ ਨੇ। ਇਹਨਾਂ ਨਾਲ ਗੱਲ ਕਰਦੇ ਆ ਇਹਨਾਂ ਦੀ ਜ਼ਿੰਦਗੀ ਕੀ ਕੀ ਇਹਨਾਂ ਨੂੰ ਮੁਸ਼ਕਲਾਂ ਪੇਸ਼ ਆਈਆਂ, किस तरह अपना कारोबार मैनेज कर रहे हैं। जी अस्सलाम वालेकुम अली भाई, क्या हाल चाल? ठीक हो? अस्सलाम उमैर भाई, कैसे हैं आप? ठीक? अल्हम्दुलिल्लाह। अली भाई क्विकली स्टार्ट करते हैं। सब तो पहले ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਤੁਹਾਡਾ ਵੀ ਸ਼ੁਕਰੀਆ ਸਰ, ਤੁਸੀਂ ਸਾਨੂੰ ਇਨਵਾਈਟ ਕੀਤਾ। ਅੱਛਾ ਅਲੀ ਭਾਈ, ਸਭ ਤੋਂ ਪਹਿਲੇ ਇਹ ਦੱਸੋ ਡੋਗਰ ਮੋਟਰ ਨਨਕਾਣਾ ਵਾਲ ਦੀ ਪਛਾਣ ਕਿੱਦਾਂ ਬਣੀ? ਮੁਸ਼ਕਲਾਂ ਤੇ ਜ਼ਾਰੀ ਗੱਲ ਹੈ, ਕੋਈ ਵੀ ਸੈਟਅਪ ਅਸੀਂ ਸਟਾਰਟ ਕਰਨੇ ਆ ਉਹਦੇ ਸਟਾਰਟ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਫਿਰ ਜਦੋਂ ਕੰਮ ਚੱਲਦਾ ਹੈ ਹੌਲੀ ਹੌਲੀ ਕੰਮ ਹੀ ਸਾਨੂੰ ਦੱਸੇਗਾ ਕਿ ਇਸ ਚੀਜ਼ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ। ਫਿਰ ਮੁਸ਼ਕਲਾਂ ਜ਼ਾਰੀ ਗੱਲ ਹੈ ਉਹ ਕੰਮ ਹੁੰਦੀਆਂ ਜਾਂਦੀਆਂ ਨੇ। ਕੋਈ ਵੀ ਸੈਟਅਪ ਹੈ, ਛੋਟਾ ਕਾਰੋਬਾਰ ਹੈ, ਵੱਡਾ ਕਾਰੋਬਾਰ ਹੈ, ਲੇਕਿਨ ਤੁਹਾਨੂੰ ਪਤਾ ਕਿ ਸਾਡਾ ਤਾਂ ਕਾਰੋਬਾਰ ਹੀ ਆਈਂਦਾ ਕਿ ਇਹਦੇ 'ਚ ਮੁਸ਼ਕਲਾਂ ਤੇ ਕਾਫੀ ਜ਼ਿਆਦਾ ਫੇਸ ਕਰਨੀਆਂ ਪੈਂਦੀਆਂ ਸਟਾਰਟ ਤੋਂ। ਅੱਛਾ, ਫਿਰ ਆਹਿਸਤਾ ਆਹਿਸਤਾ ਉਹਨੂੰ ਮੈਨੇਜ ਕਰ ਲਈਦਾ। ਤੇ ਹੁਣ ਵੀ ਜਿਹੜੀਆਂ ਬ੍ਰਾਂਚਿਸ ਤੁਹਾਨੂੰ ਪਤਾ ਹੈ ਬ੍ਰਾਂਚਿਸ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਬ੍ਰਾਂਚਿਸ ਜਿਹੜੀਆਂ ਓਪਨ ਕਰ ਰਹੇ ਹਾਂ ਉਹਦੇ 'ਚ ਕਾਫੀ ਜ਼ਿਆਦਾ ਮੁਸ਼ਕਲਾਂ ਆ ਰਹੀਆਂ, ਲੇਕਿਨ ਹੁਣ ਇਹ ਹੈ ਕਿ ਅਸੀਂ ਆਦੀ ਹੋ ਗਏ ਨਾ ਥੋੜ੍ਹੇ ਜਿਹੇ, ਹੁਣ ਸਾਨੂੰ ਐਡਾ ਫੀਲ ਨਹੀਂ ਹੁੰਦਾ, ਅਸੀਂ ਇਹਨੂੰ ਬੜੇ ਅੱਛੇ ਤਰੀਕੇ ਨਾਲ ਮੈਨੇਜ ਕਰ ਰਹੇ ਹਾਂ। ਅੱਛਾ ਵੀ ਦੱਸੋ ਵੀ ਡੋਗਰ ਮੋਟਰ ਨਨਕਾਣਾ ਦੀ ਪਛਾਣ ਕਿੱਦਾਂ ਬਣੀ, ਯਾਨੀ ਕਿ ਕਿੱਦਾਂ ਤੁਹਾਡੇ ਜਿਹੇ ਆਈਡੀਆ ਹੈ ਵੀ ਯਾਰ ਇਹ ਕੰਮ ਕਰਾਂਗੇ ਅਸੀਂ ਕਾਮਯਾਬ ਹੋ ਸਕਦੇ ਹਾਂ? ਉਮੈਰ ਭਾਈ, ਪਹਿਲੀ ਤਾਂ ਇਹ ਗੱਲ ਹੈ ਕਿ ਇਹ ਜਿਹੜਾ ਡੋਗਰ ਮੋਟਰ ਨਨਕਾਣਾ ਵਾਲੇ ਨਾਮ ਹੈ ਨਾ ਜੀ, ਇਹ ਅੱਜ ਦਾ ਨਹੀਂ ਹੈ। ਅੱਛਾ, ਲੇਕਿਨ ਇਹ ਸੋਸ਼ਲ ਮੀਡੀਆ 'ਤੇ ਥੋੜ੍ਹਾ ਲੇਟ ਆਇਆ। ਅੱਛਾ, ਸਾਨੂੰ ਪਹਿਲੇ ਲੋਕ ਜਾਣਦੇ ਸੀ ਡੀਲਰ ਹਜ਼ਰਾਤ, ਸ਼ੋਰੂਮ ਵਾਲੇ ਹਜ਼ਰਾਤ ਪੂਰੇ ਪਾਕਿਸਤਾਨ ਦੇ ਵਿੱਚ। ਅਸੀਂ ਇਹਨਾਂ ਨਾਲ ਕਾਰੋਬਾਰ ਕਰਦੇ ਸੀ, ਅਸੀਂ ਗੱਡੀਆਂ ਸੇਲ ਪਰਚੇਜ਼ ਕਰਦੇ ਸੀ ਔਰ ਸੋਸ਼ਲ ਮੀਡੀਆ 'ਤੇ ਅਸੀਂ ਫੇਸਬੁੱਕ 'ਤੇ ਇੰਨੇ ਜ਼ਿਆਦਾ ਨਹੀਂ ਸੀ ਹੈਗੇ, ਨਾ ਹੀ ਅਸੀਂ YouTube 'ਤੇ ਉਦੋਂ ਤਾਂ ਟਿਕਟੋਕ ਹੁੰਦੀ ਵੀ ਨਹੀਂ ਸੀ। ਇਹ ਗੱਲ ਮੈਂ ਕਰ ਰਿਹਾ, ਸਾਡਾ ਜਿਹੜਾ ਅਸੀਂ ਸ਼ੋਰੂਮ ਸਟਾਰਟ ਕੀਤਾ ਨਾ ਉਹ ਕੀਤਾ 2014-15 ਤੋਂ। ਅੱਛਾ, ਯਾਨੀ ਕਿ ਤੁਹਾਨੂੰ 10-12 ਸਾਲ ਇੰਨੇ ਸਾਲ ਹੋ ਚੁੱਕੇ ਨੇ। ਇਸ ਤੋਂ ਪਹਿਲੇ ਸਾਡਾ ਸ਼ੋਰੂਮ ਨਹੀਂ ਸੀ ਹੈਗਾ ਤੇ ਅਸੀਂ ਗੱਡੀਆਂ ਦੇ ਕੰਮ ਨਾਲ ਵਾਬਸਤਗੀ ਵੀ ਸਾਡੀ ਨਹੀਂ ਹੈ। ਉਂਝ ਹੈ ਅਸੀਂ ਆਪਣੇ ਇਸਤੇਮਾਲ ਵਾਸਤੇ ਅਸੀਂ ਗੱਡੀਆਂ ਤੇ ਰੱਖਦੇ ਸੀ, ਲੇਕਿਨ ਸੇਲ ਪਰਚੇਜ਼ ਵਾਲਾ ਚੈਨ ਚੱਕਰ ਨਹੀਂ ਹੈ। ਅੱਛਾ, ਇਹ ਲਾਈਵ ਆਕਸ਼ਨ ਦਾ ਆਈਡੀਆ ਤੁਹਾਨੂੰ ਕਿੱਥੋਂ ਲੱਭਾ, ਯਾਨੀ ਕਿ ਇਹ ਆਈਡੀਆ ਉਮੈਰ ਭਾਈ ਆਇਆ 3 ਸਾਲ ਪਹਿਲੇ, ਤਕਰੀਬਨ 3-4 ਸਾਲ ਹੋ ਗਏ ਨੇ ਨਾ ਜਿਹੜੀ ਨਿਲਾਮੀ ਅਸੀਂ ਸ਼ੁਰੂ ਕੀਤੀ। ਇਹ ਐਕਸੀਡੈਂਟਲੀ ਹੋਇਆ ਸਾਰਾ ਕੰਮ, ਇਹ ਕੋਈ ਪ੍ਰੀ ਪਲਾਨ ਨਹੀਂ ਹੈ, ਨਾ ਹੀ ਸਾਨੂੰ ਇਹ ਆਈਡੀਆ ਆਇਆ। ਪਹਿਲੇ ਹੁੰਦਾ ਨਾ ਕਿ ਪ੍ਰੀ ਪਲਾਨ ਹੋਵੇ, ਬੰਦੇ ਦੇ ਜ਼ਿਹਨ 'ਚ ਆਵੇ ਕਿ ਯਾਰ ਇਹ ਕੰਮ ਹੋਣਾ ਚਾਹੀਦਾ। ਅਸੀਂ ਦੇਖਦੇ ਤੇ ਹੁੰਦੇ ਸੀ ਦੁਬਈ ਦੇ ਵਿੱਚ ਆਕਸ਼ਨਸ ਔਰ ਸਾਊਦੀਆ ਦੇ ਵਿੱਚ ਕਿ ਉੱਥੇ ਸੇਲ ਪਰਚੇਜ਼ ਜਾਂ ਜਾਪਾਨ ਦੇ ਵਿੱਚ ਇਸ ਤਰ੍ਹਾਂ ਆਕਸ਼ਨਸ ਹੁੰਦੀਆਂ ਨੇ, ਲੇਕਿਨ ਸਾਨੂੰ ਇਹ ਨਹੀਂ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਇਸ ਤਰ੍ਹਾਂ ਚੱਲ ਜਾਏਗਾ ਸਿਸਟਮ। ਹੋਇਆ ਇਸ ਤਰ੍ਹਾਂ ਕਿ ਕਾਰ ਮੇਲੇ ਔਰ ਕਾਰ ਬਾਜ਼ਾਰ ਸ਼ੁਰੂ ਤੋਂ ਹੀ ਲੱਗਦੇ ਆਏ, ਲੇਕਿਨ ਇਹ ਨਿਲਾਮੀ ਵਾਲਾ ਸਿਸਟਮ ਨਹੀਂ ਹੈਗਾ। ਯਾਨੀ ਕਿ ਇਹ ਸ਼ੁਰੂ ਕਰਨ ਵਾਲੇ ਤੁਸੀਂ ਪਹਿਲੇ ਬੰਦੇ ਹੋ ਪਾਕਿਸਤਾਨ 'ਚ? ਜੀ, ਪਾਕਿਸਤਾਨ ਦੇ ਵਿੱਚ ਟ੍ਰੈਂਡ ਲਿਆਉਣ ਵਾਲੇ ਅਸੀਂ ਪਹਿਲੇ ਪਾਕਿਸਤਾਨੀ ਆ ਡੋਗਰ ਮੋਟਰ ਨਨਕਾਣਾ ਵਾਲੇ, ਜਿਨ੍ਹਾਂ ਨੇ ਟ੍ਰੈਂਡ ਲਿਆਂਦਾ। ਟ੍ਰੈਂਡ ਬਣਿਆ ਕਿਵੇਂ ਉਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿਆਂ ਵੀ ਅਸੀਂ ਵੀ ਉਹ ਕਾਰ ਬਾਜ਼ਾਰ ਲਾਉਂਦੇ ਹੁੰਦੇ ਸੀ, ਸੰਡੇ ਕਾਰ ਬਾਜ਼ਾਰ ਤੇ ਜੁਮਾ ਕਾਰ ਬਾਜ਼ਾਰ, ਲੇਕਿਨ ਸਾਡੀ PR ਇਸ ਤਰ੍ਹਾਂ ਦੀ ਬਣ ਚੁੱਕੀ ਸੀ ਕਿ ਅਸੀਂ ਨਾ ਸ਼ੁਰੂ ਤੋਂ ਮਾਕੂਲ ਕਮਿਸ਼ਨ 'ਤੇ ਕੰਮ ਕੀਤਾ। ਅਗਰ ਕਿਸੇ ਨੇ 5000 ਵੀ ਦਿੱਤਾ ਨਾ ਤੇ ਅਸੀਂ ਲੈ ਲਿਆ। ਤੁਸੀਂ ਲੈ ਲਿਆ, ਤੁਸੀਂ ਇਹ ਨਹੀਂ ਕਿਹਾ ਥੋੜ੍ਹੇ? ਨਹੀਂ, ਅਸੀਂ ਨਹੀਂ ਕਿਹਾ, ਅਸੀਂ ਪੈਸਿਆਂ ਨੂੰ ਦੇਖਿਆ ਹੀ ਨਹੀਂ, ਅਸੀਂ ਆਪਣਾ ਨਾਮ ਬਣਾਉਣ ਦੇ ਚੱਕਰ ਸੀ। ਫਿਰ ਸਾਡੇ ਸ਼ੁਰੂ ਦੀ ਇੱਕ ਐਸੀ ਗੱਲ ਹੈ ਕਿ ਅਸੀਂ ਪੈਸੇ ਨੂੰ ਘੱਟ ਅਹਿਮੀਅਤ ਦਿੱਤੀ ਹੈ, ਮੂੰਹ ਕੋਲ ਜ਼ਿਆਦਾ ਔਰ ਅਗਲੇ ਬੰਦੇ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ, ਨਾ ਕਿ ਪੈਸੇ ਨੂੰ ਦਿੰਦੇ ਹਾਂ। ਕਿ ਸਾਨੂੰ ਇਹ ਹੁੰਦਾ ਨਾ ਕਿ ਯਾਰ ਕੱਲ੍ਹ ਨੂੰ ਵੀ ਇਸ ਬੰਦੇ ਨੂੰ ਮਿਲਣਾ ਤੇ ਅੱਛੇ ਲਫ਼ਜ਼ਾਂ ਨਾਲ ਯਾਦ ਇਹ ਵੀ ਕਰੇ ਵੀ ਯਾਰ ਕਿਸੇ ਬੰਦੇ ਨੂੰ ਮਿਲ ਕੇ ਆਏ ਹਾਂ, ਇਹ ਪੈਸਿਆਂ ਨੂੰ ਐਡਾ ਖਾਸ ਅਹਿਮੀਅਤ ਨਹੀਂ ਦਿੰਦਾ। ਤੇ ਹਾਲਾਂਕਿ ਸਾਡਾ ਕਾਰੋਬਾਰ ਵੀ ਸਾਡਾ ਹੱਕ ਅਸੀਂ ਲੈ ਵੀ ਸਕਦੇ ਅਗਲੇ ਕੋਲ, ਲੇਕਿਨ ਨਹੀਂ, ਅਗਲੇ ਨੇ ਜੋ ਖੁਸ਼ੀ ਨਾਲ ਦਿੱਤਾ ਅਸੀਂ ਲੈ ਲਿਆ। ਹੁਣ ਸਾਡੇ ਕੋਲ ਉਸ ਕਾਰ ਬਾਜ਼ਾਰ ਦੇ ਵਿੱਚ, ਜੁਮਾ ਕਾਰ ਬਾਜ਼ਾਰ ਅਸੀਂ ਲਾਉਂਦੇ ਸੀ ਲਾਹੌਰ ਜੋਹਰ ਟਾਊਨ ਨਾਲ, ਉੱਥੇ ਸਾਡਾ ਸ਼ੋਰੂਮ ਸੀ। ਇਹ ਅੱਜ ਤੋਂ 3 ਸਾਲ ਪਹਿਲੇ ਦੀ ਮੈਂ ਗੱਲ ਦੱਸ ਰਿਹਾ। 14-15 ਦੇ ਵਿੱਚ ਨਨਕਾਣੇ ਤੋਂ ਸਟਾਰਟ ਲਿਆ ਸੀ। ਅੱਛਾ, ਇਸ ਤੋਂ ਪਹਿਲੇ ਤੁਸੀਂ ਲਾਹੌਰ ਲਾਉਂਦੇ ਰਹੇ ਹੋ? ਇਸ ਤੋਂ 3-4 ਸਾਲ ਪਹਿਲੇ ਲਾਹੌਰ ਤੋਂ ਨਿਲਾਮੀ ਸ਼ੁਰੂ ਹੋਈ ਹੈ, ਲੇਕਿਨ ਉਸ ਤੋਂ ਪਹਿਲੇ ਜਿਹੜਾ ਸ਼ੋਰੂਮ ਹੈ ਨਾ 2014-15, ਲੇਕਿਨ ਮਸ਼ਹੂਰ ਤੁਸੀਂ ਨਨਕਾਣਾ ਵਾਲੇ ਡੋਗਰ? ਅਸੀਂ ਨਨਕਾਣਾ ਤੋਂ ਹੀ ਸਟਾਰਟ ਲਿਆ। ਅੱਛਾ, ਉੱਥੋਂ ਸਟਾਰਟ ਲਿਆ ਸਾਡਾ 2014-15 ਦੇ ਵਿੱਚ ਜਦੋਂ ਅਸੀਂ ਪਹਿਲੀ ਵਾਰੀ ਸ਼ੋਰੂਮ ਬਣਾਇਆ ਉਹ ਨਨਕਾਣੇ ਬਣਾਇਆ, ਤੰਬੂ ਸਾਹਿਬ ਗੁਰਦੁਆਰੇ ਤੋਂ ਓਪੋਜ਼ਿਟ ਨਨਕਾਣੇ ਸ਼ਹਿਰ ਦੇ ਵਿੱਚ ਰੇਲਵੇ ਰੋਡ ਤੇ। ਅੱਛਾ, ਉੱਥੇ ਅਸੀਂ ਪਹਿਲੇ ਮੋਟਰਸਾਈਕਲਾਂ ਦਾ ਸ਼ੋਰੂਮ ਬਣਾਇਆ। ਇਹ ਯਕਦਮ ਗੱਡੀਆਂ ਤੇ ਨਹੀਂ ਆਏ, ਕਾਫੀ ਇਹਦੇ ਪਿੱਛੇ ਲੰਬੀ ਕਹਾਣੀ ਹੈ। ਔਰ ਇਹ ਗੱਡੀਆਂ ਦਾ ਸਾਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਗੱਡੀਆਂ ਦੇ ਕਾਰੋਬਾਰ 'ਚ ਆਉਣਾ। ਅਸੀਂ ਤਾਂ ਮੋਟਰਸਾਈਕਲਾਂ ਦਾ ਕੰਮ ਕਰਦੇ ਸੀ। ਮੇਰੇ ਵਾਲਦ ਸਾਹਿਬ ਸਰਦਾਰ ਮੁਹੰਮਦ ਬੂਟਾ ਡੋਗਰ ਸਾਹਿਬ, ਮੇਰੇ ਭਾਈ ਵੱਡੇ ਖੁਰਮਸ਼ਦਾਰ ਡੋਗਰ, ਮੈਂ ਅਲੀ ਰਜ਼ਾ, ਮੇਰੇ ਤੋਂ ਛੋਟਾ ਵੈਸ ਡੋਗਰ,
ਤੇ ਉਸ ਤੋਂ ਛੋਟਾ ਫਰਾਜ਼ ਡੋਗਰ। ਅਸੀਂ 4 ਭਾਈ ਆ ਤੇ ਅਸੀਂ ਚਾਰੇ ਭਾਈ ਉਦੋਂ ਛੋਟੇ ਹੁੰਦੇ ਸੀ, ਅਵੈਸ ਵੀ ਤੇ ਫਰਾਜ਼ ਵੀ, ਉਹ ਵੀ ਨਾਲ ਜਿਹੜਾ ਨਾ ਗੋ ਥਰੂ ਹੀ ਰਹੇ। ਸਾਨੂੰ ਖੇਡਣ ਨਹੀਂ ਦਿੱਤਾ ਘਰਦਿਆਂ ਨੇ, ਸਾਨੂੰ ਇਨ ਟੱਚ ਰੱਖਿਆ। ਜਿਹੜਾ ਕੰਮ ਵੀ ਕੀਤਾ ਨਾ ਉਹਦੇ ਨਾਲ ਸਾਨੂੰ ਉਹਨਾਂ ਰੱਖਿਆ ਤੇ ਸਾਡੇ ਤੇ ਪੂਰੀ ਪਾਬੰਦੀ ਲੱਗੀ ਰਹੀ ਹੈ ਵੀ ਅਸੀਂ ਸੱਜੇ ਖੱਬੇ ਖੇਡਣ ਵੀ ਨਾ ਜਾਈਏ। ਅੱਛਾ ਅਲੀ ਭਾਈ ਇੱਕ ਗੱਲ ਦੱਸੋ, ਇਹ ਐਕਸ਼ਨ ਸ਼ੁਰੂ ਕਰਨ ਵਾਲੇ ਤੁਸੀਂ ਹੋ ਜਾਂ ਤੁਹਾਡੇ ਵੱਡੇ ਭਾਈ ਹੋ ਜਾਂ ਤੁਹਾਡੇ ਵਾਲਿਦ ਸਾਹਿਬ ਨੇ? ਇਹ ਸਰ ਜੀ ਪਹਿਲੇ ਤਾਂ ਅਸੀਂ ਕਾਰੋਬਾਰ ਸਟਾਰਟ ਕੀਤਾ 2014-15 'ਚ। ਸਾਡਾ ਇੱਕ ਫੈਮਿਲੀ ਬਿਜ਼ਨਸ ਸੀ, ਇਹ ਕੋਈ ਇੱਕ ਬੰਦੇ ਨੇ ਨਹੀਂ ਕਿ ਸਾਨੂੰ ਅੱਗੇ ਲੈ ਕੇ। ਹਾਂ ਸਾਡਾ ਜਿਹੜਾ ਸਮਝ ਲਓ ਕਿ ਸਾਡੇ ਵਾਲਿਦ ਸਾਹਿਬ ਸਭ ਤੋਂ ਪਹਿਲੇ, ਉਸ ਤੋਂ ਬਾਅਦ ਵੱਡਾ ਭਾਈ, ਠੀਕ ਹੈ, ਅਸੀਂ ਉਹਨਾਂ ਦੇ ਪਿੱਛੇ ਚੱਲਦੇ ਰਹੇ। ਠੀਕ, ਹੁਣ ਤੱਕ ਵੀ ਉਹ ਵੱਡਾ ਭਾਈ ਹੈ ਖੁਰਮ ਸ਼ਹਜ਼ਾਦ, ਉੱਥੇ ਜਲੀਲ ਗਾਰਡਨ ਬ੍ਰਾਂਚ ਨੂੰ ਓਨ ਕਰ ਰਹੇ ਨੇ, ਮੈਂ ਮੇਨ ਬ੍ਰਾਂਚ ਸ਼ਾਹਕੋਟ ਨੂੰ ਓਨ ਕਰ ਰਿਹਾ। ਮੇਰੇ ਵਾਲਿਦ ਸਾਹਿਬ ਪਹਿਲੇ ਅਸੀਂ ਮੋਟਰਸਾਈਕਲਾਂ ਦਾ ਜਦੋਂ ਕੰਮ ਸਟਾਰਟ ਕੀਤਾ, ਫਿਰ ਆਹਿਸਤਾ ਆਹਿਸਤਾ ਗੱਡੀਆਂ ਤੇ ਸ਼ਿਫਟ ਹੋ ਗਏ ਨਾ। ਗੱਡੀਆਂ ਸਾਡੇ ਕੋਲ ਆਪਣੀਆਂ ਜ਼ਾਤੀ 2 ਗੱਡੀਆਂ ਸੀ। ਅੱਛਾ ਠੀਕ ਹੈ, ਉਹ ਜਦੋਂ ਵੇਚੀ ਨਾ ਗੱਡੀ, ਇੱਕ ਬੰਦੇ ਨੇ ਗੱਡੀ ਲਿਆ ਕੇ ਸਾਡੇ ਕੋਲ ਡੱਕੀ, ਉਹ ਗੱਡੀ ਅਸੀਂ ਵੇਚ ਛੱਡੀ ਤਲਕ ਵਾਸਤੇ ਨਾ, ਕਿਉਂਕਿ ਤਲਕ ਵਾਸਤੇ ਸ਼ੁਰੂ ਤੋਂ ਆਪਣੇ ਇਲਾਕੇ ਨਾਲ ਬਹੁਤ ਸੀ, ਨਨਕਾਣਾ ਸਾਹਿਬ ਦੇ ਜਿੰਨੇ ਗਾঁव ਪਿੰਡ ਸ਼ਹਿਰ ਮੇਰੇ ਵਾਲਿਦ ਸਾਹਿਬ ਨੂੰ ਜਾਣਦੇ ਸੀ, ਫਿਰ ਭਾਈ ਨੂੰ ਵੀ ਜਾਣਦੇ ਸੀ। ਤੇ ਉਹ ਤਲਕ ਵਾਸਤੇ ਦਾ ਫਾਇਦਾ ਹੋਇਆ ਸਾਨੂੰ ਕਿ ਅਸੀਂ ਜਦੋਂ ਸੇਲ ਪਰਚੇਜ਼ ਸਟਾਰਟ ਹੋਈ ਨਾ ਤੇ ਉਹ 5000 ਰੁਪਏ ਪਹਿਲੀ ਕਮਿਸ਼ਨ ਆਈ। ਅੱਛਾ ਜੀ, ਮਾਸ਼ਾਅੱਲਾ। ਉਹ ਜਦੋਂ 5000 ਰੁਪਏ ਆਈ ਨਾ, ਅਸੀਂ ਕਿਹਾ ਇਹ ਤਾਂ ਕੰਮ ਹੀ ਬੜਾ। ਫਿਰ ਅਸੀਂ ਲੋਕਾਂ ਨੂੰ ਕਹਿਣਾ ਕਿ ਯਾਰ ਸਾਡੇ ਕੋਲ ਗੱਡੀਆਂ ਖੜੀਆਂ ਕਰੋ, ਅਸੀਂ ਤੁਹਾਡੀ ਗੱਡੀ ਸੇਲ ਕਰਨੀ। ਉਦੋਂ ਕਾਪੀ ਤੇ ਗੱਡੀਆਂ ਲਿਖਦੇ ਸੀ। ਅੱਛਾ ਅੱਛਾ। ਉਦੋਂ ਇਹ ਮੋਬਾਈਲ ਦਾ ਏਡਾ ਖਾਸ ਨਹੀਂ ਸੀ ਪਤਾ, ਨਾ ਸੋਸ਼ਲ ਮੀਡੀਆ ਦਾ ਪਤਾ ਸੀ। ਇਹ ਤੇ ਫਿਰ ਆਹਿਸਤਾ ਆਹਿਸਤਾ ਜਦੋਂ ਚੱਲਦੇ ਗਏ ਆ ਨਾ, ਕੋਈ 2016-17 ਫਿਰ 15-16 ਦੀ ਗੱਲ ਹੈ। ਸ਼ੁਰੂ 'ਚ ਕੋਈ ਪਤਾ ਨਹੀਂ ਸੀ, ਉਦੋਂ ਕਾਪੀ ਤੇ ਗੱਡੀਆਂ ਨੋਟ ਕਰ ਲੈਣੀਆਂ ਦੂਰ ਦੀਆਂ, ਕਿਸੇ ਨੇ ਆਉਣਾ ਤੇ ਕਾਪੀ ਤੋਂ ਵੇਖ ਕੇ ਉਹਨੂੰ ਦੱਸ ਦੇਣੀ। ਫਿਰ WhatsApp ਵਾਲਾ ਸਿਸਟਮ ਆ ਗਿਆ ਨਾ ਸਾਡੇ ਜ਼ਿਹਨ 'ਚ ਕਿ WhatsApp ਤੇ ਗਰੁੱਪ ਬਣਾਈਏ। ਉਹ ਗਰੁੱਪ ਬਣਾ ਕੇ ਫਿਰ ਅਸੀਂ ਡੀਲਰਾਂ ਨੂੰ ਵਿੱਚ ਐਡ ਕੀਤਾ। ਫਿਰ ਅਸੀਂ ਤਸਵੀਰਾਂ WhatsApp ਕਰਨੀਆਂ ਤੇ ਉੱਥੇ ਆਵਾਜ਼ ਦੇਣੀ ਕਿ ਅਸੀਂ ਡੋਗਰ ਮੋਟਰ ਨਨਕਾਣਾ ਵਾਲੇ ਹਾਂ, ਕਿਸੇ ਨੂੰ ਗੱਡੀ ਚਾਹੀਦੀ ਹੈ, ਲੈਣੀ, ਸਾਡੇ ਨਾਲ ਰਾਬਤਾ ਕਰੋ। ਉਹ ਸਾਡਾ ਸਿਸਟਮ ਅੱਛਾ ਚੱਲ ਗਿਆ ਨਾ। ਪਹਿਲੇ ਸ਼ੁਰੂ ਤੋਂ ਕਮਿਸ਼ਨ ਦਾ ਰਿਹਾ, ਫਿਰ ਅਸੀਂ ਰੈਂਟ ਕੀਤਾ, ਮਤਲਬ ਰੈਂਟੇ ਕਾਰ ਵੀ ਆਪਣੇ ਸਿਸਟਮ ਉੱਥੇ ਚਲਾਇਆ। ਫਿਰ ਡਰਾਈਵਿੰਗ ਸਕੂਲ ਵੀ ਚਲਾਇਆ ਉੱਥੇ ਨਨਕਾਣੇ, ਯਾਨੀ ਕਿ ਸਾਰੇ ਕੰਮ ਹੀ ਨਾ ਗੱਡੀਆਂ ਦੇ ਰਿਲੇਟਡ ਅਸੀਂ ਉੱਥੇ ਚਲਾਏ। ਅੱਛਾ ਲੈ ਬਈ ਇਹ ਦੱਸੋ ਤੁਹਾਡਾ ਪਹਿਲਾ ਤਜਰਬਾ ਕਿਦਾਂ ਦਾ ਰਿਹਾ ਲਾਈਵ ਐਕਸ਼ਨ ਦਾ? ਪਹਿਲਾ ਤਜਰਬਾ ਇਹ ਕਿ ਉਦੋਂ ਅਸੀਂ ਮਤਲਬ ਕਿ ਅਸੀਂ ਵੀ ਲਾਹੌਰ ਹੀ ਹੁੰਦੇ ਸੀ, ਭਾਈ ਖੁਰਮ ਸ਼ਹਜ਼ਾਦ ਡੋਗਰ ਔਰ ਮੈਂ, ਮੇਰੇ ਵਾਲਿਦ ਸਾਹਿਬ, ਛੋਟੇ ਭਾਈ, ਸਾਰੇ ਉੱਥੇ ਵਾਪਡਾ ਟਾਊਨ, ਜੋਹਰ ਟਾਊਨ ਅਸੀਂ ਇਕੱਠੇ ਹੀ ਹੁੰਦੇ ਸੀ। ਉੱਥੇ ਮੈਂ ਆਕਸ਼ਨ ਕਰਦਾ। ਪਹਿਲੀ ਵਾਰੀ ਮੈਨੂੰ ਸਪੀਕਰ ਫੜਾਇਆ ਧੱਕੇ ਨਾਲ ਬੰਦਿਆਂ ਨੇ ਵੀ ਯਾਰ ਅਲੀ, ਮੈਂ ਵੈਸੇ ਡੀਲਾਂ ਕਰਾਉਂਦਾ ਸੀ, ਵੈਸੇ ਜਿੰਨਾ ਕਸਟਮਰਸ ਆਉਣੇ, ਇੱਕ ਸਮਝ ਲਓ ਕਿ ਲੋਕ ਜਾਣਦੇ ਸੀ। ਮੈਂ ਸੋਸ਼ਲ ਮੀਡੀਆ 'ਤੇ ਪਹਿਲੇ ਵੀ ਐਕਟਿਵ ਸੀ, ਫੇਸਬੁੱਕ ਪੇਜ ਮੇਰਾ ਕਾਫੀ ਦੇਰ ਤੋਂ ਆਪਰੇਟ ਕਰ ਰਿਹਾ ਸੀ ਮੈਂ। ਉਹ ਮੈਨੂੰ ਧੱਕੇ ਨਾਲ ਉਹਨਾਂ ਸਪੀਕਰ ਫੜਾਇਆ ਕਿ ਅਲੀ ਤੂੰ ਕਿਉਂ ਨਹੀਂ ਕਰਦਾ, ਮਤਲਬ ਕਿ ਤੂੰ ਵੀ ਕਰ ਯਾਰ, ਸਾਰੇ ਨਿਲਾਮੀ ਕਰਦੇ, ਟੀਮ ਮੈਂਬਰ ਤੁਸੀਂ ਰੱਖੇ ਹੋਏ ਨੇ, ਤੁਸੀਂ ਆਪ ਕਿਉਂ ਨਹੀਂ ਇਸ ਕੰਮ ਨੂੰ ਇਸ ਤਰ੍ਹਾਂ ਕਰਦੇ? ਪਹਿਲੇ ਵੱਡੇ ਭਾਈ ਕਰਦੇ ਸੀ ਆਕਸ਼ਨ ਨਾ, ਮੈਂ ਨਹੀਂ ਸੀ ਕਰਦਾ, ਮੈਂ ਥੋੜਾ ਝੱਕਦਾ ਸੀ। ਮੈਨੂੰ ਬੜੀ ਹੰਸੀ ਆਈ ਖੁਦ ਵੀ ਵੀਡੀਓ ਵੇਖ ਕੇ ਆਪਣੀ ਕਿ ਮੈਂ ਆਕਸ਼ਨ ਕਿਵੇਂ ਕਰ ਰਿਹਾ, ਲੇਕਿਨ ਮੇਰੇ ਤੇ ਭਾਈ ਵੀ ਬਹੁਤ ਹੱਸੇ, ਮੇਰੇ ਤੇ ਵਾਲਿਦ ਸਾਹਿਬ ਵੀ ਹੱਸੇ, ਮਤਲਬ ਸ਼ੁਗਲ ਮੇਲੇ 'ਚ ਨਾ ਕਿ ਯਾਰ ਆਹ ਬੋਲਣਾ ਕਿਵੇਂ ਪਿਆ ਤੂੰ ਹੈਂ, ਤੇ ਮਜ਼ਾਕ ਕਰਨ। ਮੈਂ ਕਿਹਾ ਕਰੋ ਜਿਵੇਂ ਮਰਜ਼ੀ ਮੈਨੂੰ ਮਜ਼ਾਕ, ਹੁਣ ਮੈਂ ਨਹੀਂ ਛੱਡਣੀ, ਹੁਣ ਮੈਂ ਕਰਨੀ ਨਿਲਾਮੀ। ਉਹ ਹੋਇਆ ਕਿ 3-4 ਦਿਨ ਮੈਨੂੰ ਲੱਗੇ ਮੇਲੇ ਦੇ ਵਿੱਚ, ਤੇ ਲੇਕਿਨ ਫਿਰ ਮੈਂ ਇਸ ਤਰ੍ਹਾਂ ਦਾ ਮੇਲਾ ਕੀਤਾ, ਇਸ ਤਰ੍ਹਾਂ ਦੀ ਨਿਲਾਮੀ ਕੀਤੀ, ਦੁਨੀਆ ਨੇ ਦੇਖਿਆ ਔਰ ਅੱਜ ਪਾਕਿਸਤਾਨ ਦੇ ਵਿੱਚ ਨਹੀਂ, ਪੂਰੇ ਵਰਲਡ ਦੇ ਵਿੱਚ ਜਿੱਥੇ ਓਵਰਸੀਜ਼ ਪਾਕਿਸਤਾਨੀ ਬੈਠੇ ਨੇ ਮੇਰੇ ਫੈਨ ਫਾਲੋਅਰਸ ਨੇ। ਔਰ ਮੈਂ ਜਦੋਂ ਨਿਲਾਮੀ ਕਰਦਾ ਸੀ ਤੇ ਮੇਰੇ ਕੋਲ ਇੱਕ ਤਕਰੀਬਨ 4 ਕਨਾਲ ਦਾ ਏਰੀਆ ਮੇਰੇ ਕੋਲ ਹੁੰਦਾ ਸੀ, ਇੱਕ ਭਾਈ ਖੁਰਮ ਸ਼ਹਜ਼ਾਦ ਕੋਲ ਹੁੰਦਾ ਸੀ, ਬਾਕੀ ਟੀਮ ਮੈਂਬਰਸ ਨੂੰ ਵੰਡ ਕੇ ਗੱਡੀਆਂ ਦਿੱਤੀਆਂ ਸੀ। ਲੇਕਿਨ ਮੇਰੇ ਜਿਹੜੀ ਜਗ੍ਹਾ ਤੇ ਮੈਂ ਨਿਲਾਮੀ ਕਰਦਾ ਹੁੰਦਾ ਸੀ ਨਾ, ਔਰ ਲੋਕ ਮੈਨੂੰ ਨਹੀਂ ਸੀ ਆਪਣੀ ਕੁਆਲਿਟੀ ਦਾ ਪਤਾ, ਲੇਕਿਨ ਲੋਕ ਇੰਝ ਮੇਰੀ ਨਿਲਾਮੀ ਸੁਣਦੇ ਸੀ ਨਾ ਕਿ ਮੈਂ ਘੱਟ ਤੋਂ ਘੱਟ 30-40 ਗੱਡੀ ਇਕੱਲਾ ਮੈਂ ਸੇਲ ਕਰਦਾ ਸੀ ਇੱਕ ਦਿਨ 'ਚ ਆਪਣੇ ਕਾਰ ਮੇਲੇ 'ਚ। ਅੱਛਾ ਜੀ। ਕੋਈ 30-40 ਬਾਈ ਸੇਲ ਕਰਨ ਦੇ ਨੇ, 30-40 ਮੈਂ ਖੁਦ ਇਕੱਲਾ ਸੇਲ ਕਰ ਰਿਹਾ, ਕਿਉਂਕਿ ਲੋਕ ਟਰਸਟ ਕਰਦੇ ਸੀ ਨਾ ਕਿ ਫੈਮਿਲੀ ਮੈਂਬਰ ਨੇ, ਜੋ ਇਹਨਾਂ ਸਾਨੂੰ ਲੈ ਕੇ ਦੇ ਦੇਣੀ ਨਾ ਗੱਡੀ, ਉਹ ਟੀਮ ਮੈਂਬਰ ਨਹੀਂ ਸਾਨੂੰ ਲੈ ਕੇ ਦੇ ਸਕਦਾ। ਇਹ ਟਰਸਟ ਸੀ।
ਉਹ ਇਸ ਲਈ ਫਿਰ ਜਾਂ ਭਾਈ ਤੇ ਇਤਮਾਦ ਕਰਦੇ ਸੀ ਤੇ ਜਾਂ ਮੇਰੇ ਤੇ ਕਰਦੇ ਸੀ ਅੱਛਾ ਜੀ। ਕਿ ਦੋਵੇਂ ਭਾਈ ਨੇ ਔਰ ਇਹਨਾਂ ਨੇ ਜੋ ਚੀਜ਼ ਸਾਨੂੰ ਤਸੱਲੀ ਕਰਕੇ ਲੈ ਦੇਣੀ, ਹੋਰ ਕਿਸੇ ਬੰਦੇ ਨੇ ਸਾਨੂੰ ਨਹੀਂ ਲੈ ਕੇ। ਅੱਛਾ ਅਲੀ ਭਾਈ ਇਹ ਗੱਲ ਦੱਸੋ, ਇਸ ਸਫ਼ਰ ਵਿੱਚ ਤੁਹਾਡੀ ਸਭ ਤੋਂ ਜ਼ਿਆਦਾ ਰਹਿਨੁਮਾਈ ਕਿਹਨੇ ਕੀਤੀ, ਤੁਹਾਨੂੰ ਕਿਹਨੇ ਜ਼ਿਆਦਾ ਸਪੋਰਟ ਕੀਤਾ? ਮੇਰੇ ਜਿਹੜੇ ਸਮਝ ਲਓ ਕਿ ਮੈਂ ਉਸਤਾਦ ਮੰਨਦਾ ਵਾਂ, ਉਹ ਮੈਂ ਆਪਣੇ ਵਾਲਿਦ ਸਾਹਿਬ ਨੂੰ ਮੰਨਦਾ, ਸਰਦਾਰ ਮੁਹੰਮਦ ਬੂਟਾ ਡੋਗਰ। ਅੱਜ ਵੀ ਉਹ ਮੇਰੇ ਨਾਲ ਨੇ, ਮੇਰੇ ਸ਼ਾਨਾਂ ਬਿਸ਼ਾਨਾਂ ਨੇ। ਅਗਰ ਮੈਨੂੰ ਕੋਈ ਲੈ ਕੇ ਚੱਲਿਆ ਨਾ ਤੇ ਮੈਨੂੰ ਊਂਚ ਨੀਚ ਕਿਸੇ ਨੇ ਸਿਖਾਇਆ ਨਾ, ਤੇ ਮੈਨੂੰ ਕਾਰੋਬਾਰ 'ਚ ਸਿਖਾਇਆ, ਲੋਕਾਂ ਨੂੰ ਪਰਖਣਾ ਸਿਖਾਇਆ, ਲੋਕਾਂ ਨੂੰ ਡੀਲ ਕਰਨਾ ਸਿਖਾਇਆ, ਤੁਹਾਡੇ ਵਾਲਿਦ ਸਾਹਿਬ ਨੇ? ਮੇਰੇ ਵਾਲਿਦ ਸਾਹਿਬ ਨੇ ਸਿਖਾਇਆ। ਅੱਜ ਵੀ ਉਹ ਮੇਰੇ ਨਾਲ ਨੇ ਤੇ ਮੈਂ ਉਹਨਾਂ ਦੇ ਸਾਏ ਦੇ ਵਿੱਚ ਮੈਂ ਕੰਮ ਕਰ ਰਿਹਾ ਤੇ ਮੈਨੂੰ ਇੰਨਾ ਕੁ ਮਜ਼ਾ ਆ ਰਿਹਾ ਔਰ ਮੈਨੂੰ ਇੰਨੀ ਕੁ ਇੱਜ਼ਤ ਮਿਲ ਰਹੀ ਹੈ ਕਿ ਉੱਥੇ ਮੇਰੀ ਸੋਚ ਵੀ ਨਹੀਂ ਸੀ ਕਿ ਇਸ ਲੈਵਲ ਤੱਕ ਮੈਂ ਜਾਵਾਂਗਾ। ਔਰ ਮੇਰੀ ਮਾਂ ਮੇਰੀ ਮੈਂਟੋਰ ਹੈ। ਅੱਛਾ ਜੀ। ਹਾਂਜੀ, ਮੈਨੂੰ ਹੌਸਲਾ ਮੇਰੀ ਮਾਂ ਦਿੰਦੀ। ਔਰ ਮੈਂ ਜਦੋਂ ਕਿਤੇ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਕਿ ਮੈਂ ਮੁਸ਼ਕਲਾਂ ਦੇ ਵਿੱਚ ਘਿਰ ਗਿਆ ਵਾਂ, ਮੇਰੀ ਮਾਂ ਮੈਨੂੰ ਹੌਸਲਾ ਦਿੰਦੀ ਹੈ, ਜ਼ਰਾ ਉੱਠ ਕਰ, ਕੋਈ ਨਹੀਂ ਗੱਲ, ਅੱਲਾ ਖੈਰ ਕਰੇਗਾ। ਤੇ ਮੈਂ ਤੁਰਿਆ ਵਾਂ ਮਾਂ ਦੀਆਂ ਦੁਆਵਾਂ ਤੇ ਬਾਪ ਦਾ ਦਸਤੇ ਸ਼ਫਕਤ, ਲਹਿਰਾਂ ਬਹਿਰਾਂ। ਅੱਛਾ ਅਲੀ ਭਾਈ, ਪਹਿਲੀ ਆਕਸ਼ਨ ਵਿੱਚ ਸਭ ਤੋਂ ਜ਼ਿਆਦਾ ਗੱਡੀਆਂ ਕਿੰਨੀਆਂ ਵੇਚੀਆਂ ਤੁਸੀਂ? ਪਹਿਲੀ ਨਿਲਾਮੀ ਦੇ ਵਿੱਚ ਮੈਂ 8 ਤੋਂ 10 ਗੱਡੀਆਂ ਵੇਚੀਆਂ। ਜਦੋਂ ਮੇਰੇ ਤੇ ਹੱਸਦੇ ਸੀ, ਨਿਲਾਮੀ ਕਰਦੇ ਸੀ, ਠੀਕ ਹੈ, ਲੇਕਿਨ ਮੈਂ ਕਿਹਾ ਸੀ ਹੱਸੋ, ਤੁਹਾਨੂੰ ਇੱਕ ਦਿਨ ਮੈਂ ਦੱਸਾਂਗਾ ਜ਼ਰੂਰ। ਫਿਰ ਦੱਸਿਆ ਤੇ ਫਿਰ ਜਦ ਵਾਪਡਾ ਟਾਊਨ ਇਕੱਠੇ ਹੀ ਕਰਦੇ ਸੀ, ਫਿਰ ਸੋਚਿਆ ਕਿ ਇੱਕ ਨਾ ਨਨਕਾਣਾ ਸਾਹਿਬ 'ਚੋਂ ਸਟਾਰਟ ਲਿਆ ਸੀ ਤੇ ਨਨਕਾਣਾ ਸਾਹਿਬ ਦੇ ਵਿੱਚ ਵੀ ਬ੍ਰਾਂਚ ਹੋਣੀ ਚਾਹੀਦੀ ਸਾਡੀ। ਤੇ ਫਿਰ ਨਨਕਾਣਾ ਸਾਹਿਬ ਦੇ ਵਿੱਚ ਬ੍ਰਾਂਚ, ਕਿਉਂਕਿ ਉੱਥੋਂ ਹੀ ਸ਼ੋਰੂਮ ਆਫ ਕਰ ਦਿੱਤਾ ਸੀ ਜਦੋਂ ਲਾਹੌਰ ਗਏ ਆ ਨਾ ਅਸੀਂ। ਜੀ ਲਾਹੌਰ ਗਏ ਆ ਤੇ ਇੱਥੋਂ ਸ਼ੋਰੂਮ ਆਫ ਕਰ ਦਿੱਤਾ ਸੀ। ਫਿਰ ਅਸੀਂ ਆਇਆ ਕਿਉਂ ਨਾ ਇੱਥੇ ਵੀ ਨਿਲਾਮੀ ਚਲਾਈਏ, ਵੀ ਇੱਕ ਹੀ ਜਗ੍ਹਾ ਤੇ ਸਾਰੇ ਭਰਾ ਇਕੱਠੇ ਹੋਏ ਆ, ਜ਼ਰਾ ਮੁਖਤਲਿਫ ਸ਼ਹਿਰਾਂ, ਪਾਕਿਸਤਾਨ ਫੈਲਾਓ ਇਹਨਾਂ ਮੁਖਤਲਿਫ ਸ਼ਹਿਰਾਂ 'ਚ। ਲੇਕਿਨ ਉਹ ਪਹਿਲਾ ਸਟਾਰਟ ਲਿਆ ਜਿੰਨ ਪੰਪ ਤੋਂ। ਫਿਰ ਜਿੰਨ ਪੈਟਰੋਲ ਪੰਪ ਸੀ ਮੋਟਰਵੇ ਇੰਟਰਚੇਂਜ ਦੇ ਨਾਲ ਨਨਕਾਣਾ ਸਾਹਿਬ ਤੋਂ, ਉੱਥੇ ਮੈਂ ਇਕੱਲਾ ਫਿਰ ਉਹਨੂੰ ਉਸ ਬ੍ਰਾਂਚ ਨੂੰ ਔਨ ਕਰਨ ਲੱਗ ਪਿਆ, ਠੀਕ ਹੈ। ਮੈਂ, ਮੇਰੇ ਵਾਲਿਦ ਸਾਹਿਬ ਤੇ ਛੋਟਾ ਭਾਈ ਅਵੈਸ ਡੋਗਰ, ਠੀਕ ਹੈ, ਉਹਨੇ ਕਦੀ ਲਾਹੌਰ ਹੋਣਾ ਤੇ ਕਦੀ ਇੱਥੇ ਹੋਣਾ, ਤੇ ਉਸ ਤੋਂ ਛੋਟਾ ਫਰਾਜ਼ ਡੋਗਰ, ਉਹ ਪੱਕਾ ਹੀ ਲਾਹੌਰ ਬਾਈ ਦੇ ਨਾਲ ਸ਼ੁਰੂ ਤੋਂ ਰਿਹਾ। ਅੱਛਾ, ਤੁਸੀਂ 4 ਭਾਈ ਹੋ? 4 ਭਾਈ, 2 ਭਾਈ ਤੁਸੀਂ ਹੋ, ਇੱਕ ਭਾਈ ਤੁਹਾਡਾ ਸ਼ਹਜ਼ਾਦ ਭਾਈ ਦੇ ਨਾਲ ਹੈ, ਛੋਟਾ ਸਾਰਿਆਂ ਤੋਂ, ਸਭ ਤੋਂ ਛੋਟਾ। ਉਹਦਾ ਕੀ ਨਾਮ ਹੈ? ਉਹ ਫਰਾਜ਼ ਡੋਗਰ। ਅੱਛਾ, ਕਦੀ ਇਦਾਂ ਦਾ ਵੀ ਗੱਲ ਹੋਈ ਹੈ ਵੀ ਕੋਈ ਤੁਹਾਡਾ ਯਾਰ ਦੋਸਤ ਆ ਗਿਆ ਹੋਵੇ, ਕਹਿੰਦਾ ਯਾਰ ਗੱਡੀ ਭਾਵੇਂ 2 ਨੰਬਰ ਹੀ ਹੈ ਵੇਚ ਦਿਓ, ਕੋਈ ਇਦਾਂ ਕੋਈ ਮਾਮਲਾ ਤੁਹਾਡਾ ਹੁੰਦਾ ਗਿਆ ਹੋਵੇ? ਸਰ ਜੀ, ਕੁਛ ਲੋਕ ਉਹਨਾਂ ਦੀ ਅਕਲ ਕੰਮ ਨਹੀਂ ਕਰਦੀ, ਉਹ ਆਂਦੇ ਚਲੋ ਕਹਿ ਕੇ ਵੇਖ ਹੀ ਲੈਂਦੇ ਆ, ਸ਼ਾਇਦ ਕੋਈ ਸਾਡੀ ਗੱਲ ਬਣ ਜਾਵੇ ਨਾ। ਲੇਕਿਨ ਉਹਨਾਂ ਨੇ ਜਦੋਂ ਸਾਡਾ ਕੰਮ ਦੇਖਿਆ ਨਾ ਕਿ ਇਹਨਾਂ ਨੂੰ ਕਹਿਣਾ ਵੀ ਫਜ਼ੂਲ ਹੈ, ਇਹਨਾਂ ਨੇ ਇਸ ਤਰ੍ਹਾਂ ਦੀ ਗੱਲ ਮੰਨਣੀ ਕਿ ਸੁਣਨੀ ਵੀ ਨਹੀਂ ਹੈਗੀ। ਯਾਨੀ ਕਿ ਤੁਹਾਡਾ ਕੋਈ ਰਿਸ਼ਤੇਦਾਰ ਆ ਜਾਏ, ਚਾਚਾ ਆ ਜਾਏ, ਤਾਇਆ ਆ ਜਾਏ, ਕੰਮ ਤੁਸੀਂ ਮੈਰਿਟ ਤੇ ਕਰਨਾ, ਉਹਨੂੰ ਵੀ ਥਾਣੇ ਦੇ ਦੇਵਾਂਗੇ। ਥਾਣੇ ਦੇ ਦੇਣਾ, ਇਹ ਤਾਂ ਮਾਸ਼ਾਅੱਲਾ ਜੀ ਬਹੁਤ ਅੱਛੀ ਗੱਲ ਹੈ। ਅੱਛਾ ਅਲੀ ਭਾਈ, ਇਹ ਸਾਨੂੰ ਗੱਲ ਦੱਸੋ ਵੀ ਅਗਰ ਕੋਈ ਆਮ ਬੰਦਾ ਖਰੀਦਦਾਰ ਹੁੰਦਾ, ਆਕਸ਼ਨ ਉਹਦੇ ਕੀ ਫਾਇਦੇ ਆ? ਅਗਰ ਕੋਈ ਆਮ ਬੰਦਾ, ਮੇਰੇ ਵਰਗਾ ਬੰਦਾ ਗੱਡੀ ਲੈਣ ਜਾਂਦਾ, ਆਕਸ਼ਨ 'ਚ ਉਹਨੂੰ ਜਾਣ ਦਾ ਕੀ ਫਾਇਦਾ? ਅਸਲ ਸਾਡਾ ਟਾਰਗੇਟ ਹੀ ਆਮ ਬੰਦਾ ਹੈ। ਜਿਹੜਾ ਸਾਡਾ ਬ੍ਰਾਂਚਾਂ ਵਾਲਾ ਸਿਸਟਮ ਹੈ, ਇਹ ਆਮ ਬੰਦੇ ਨੂੰ ਹੀ ਫੈਸਿਲੀਟੇਟ ਕਰਨੇ। ਉਹ ਆਮ ਬੰਦਾ ਜਿਹਨੂੰ ਗੱਡੀ ਦਾ ਪਤਾ ਹੀ ਨਹੀਂ, ਜਿਹਨੂੰ ਰੇਟ ਦਾ ਪਤਾ ਹੀ ਨਹੀਂ ਹੈ, ਉਹ ਜਾਂਦਾ ਮਾਰਕੀਟ 'ਚ, ਉਹਦੀ ਜ਼ਿੰਦਗੀ ਦੀ ਖਵਾਇਸ਼ ਮੈਂ ਗੱਡੀ ਖਰੀਦਾਂ, ਉਹ ਮਾਰਕੀਟ ਦੇ ਵਿੱਚ ਜਾਂਦਾ। ਮਾਰਕੀਟ ਵਾਲਾ ਉਹਨੂੰ ਕੀ ਕਰਦਾ ਕਿ ਸਾਦੇ ਬੰਦੇ ਨੂੰ ਵੇਖ ਕੇ, ਆਮ ਬੰਦੇ ਨੂੰ ਵੇਖ ਕੇ ਉਹਨੂੰ ਲੁੱਟ ਲੈਂਦਾ। ਉਹ ਆਪਣੀ ਸੁਣਾਉਂਦਾ ਕਹਾਣੀ ਵੀ ਮੈਂ ਬੜੇ ਨਾ ਮਿਹਨਤ ਨਾਲ ਪੈਸਾ ਕਮਾਇਆ ਤੇ ਮੈਂ ਤੇਰੇ ਤੇ ਯਕੀਨ ਕਰਕੇ ਆਇਆ ਤੇ ਹੁਣ ਤੂੰ ਹੀ ਤੂੰ ਹੈ। ਉਹ ਅੱਗੇ ਹੁੰਦਾ ਪੂਰਾ ਤੁਕਲਾ ਸ਼ੋਰੂਮ ਵਾਲਾ, ਉਹ ਆਂਦਾ ਲੈ ਹੁਣ ਆ ਗਿਆ ਭਾਰੂ, ਛੁਰੀ ਫੇਰ ਦਿਓ। ਉਹ ਫਿਰ ਪਾਸੇ ਪੂਸੇ ਲਾ ਦਿੰਦਾ ਹੁੰਦੇ, ਆਉਂਦਾ ਵਿਚਾਰਾ ਪੈਰਾਂ ਤੇ, ਜਾਂਦਾ ਵਿਸਾਖੀਆਂ ਤੇ। ਅੱਛਾ, ਇਹ ਗੱਲ ਦੱਸੋ, ਲੋਕ ਤੁਹਾਡੇ ਤੇ ਜ਼ਿਆਦਾ ਇਤਮਾਦ ਕਿਉਂ ਕਰਦੇ? ਇਹ ਕਿਹੜੀ ਚੀਜ਼ ਐਸੀ ਹੈ ਜਿਹੜੀ ਦੂਸਰਿਆਂ ਨਾਲ ਤੁਸੀਂ ਮੁਖਤਲਿਫ ਕਰ ਰਹੇ ਹੋ? ਮੇਰੇ ਖਿਆਲ ਦੇ ਮੁਤਾਬਕ ਇਹ ਤਾਂ ਗੱਲ ਤੁਹਾਨੂੰ ਲੋਕਾਂ ਕੋਲ ਪੁੱਛਣੀ ਚਾਹੀਦੀ, ਲੇਕਿਨ ਮੈਂ ਥੋੜੀ ਜਿਹੀ ਦੱਸ ਦਿੰਦਾ ਕਿਉਂਕਿ ਅਸੀਂ ਆਪਣੇ ਮੂੰਹ ਆਪਣੀ ਤਾਰੀਫ ਨਹੀਂ, ਬਿਲਕੁਲ ਦੱਸਣਾ ਚਾਹੀਦਾ ਤਾਂ ਕਿ ਆਵਾਮ ਨੂੰ ਪਤਾ ਲੱਗੇ ਵੀ ਕਿਹੜੀ ਚੀਜ਼ਾਂ ਮੁਖਤਲਿਫ ਆ ਜੋ ਡੋਗਰ ਮੋਟਰ ਦੇ ਰਹੀ, ਦੂਜਾ ਬੰਦਾ ਨਹੀਂ ਦੇ ਰਿਹਾ। ਜੀ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਸੁਣ ਕੇ ਤੁਸੀਂ ਵੀ ਕਹੋਗੇ ਕਿ ਵਾਕਈ ਇਹ ਚੀਜ਼ਾਂ ਤਾਂ ਮੈਂ ਕਦੇ ਪੂਰੇ ਪਾਕਿਸਤਾਨ 'ਚ ਪਹਿਲੇ ਦੇਖੀਆਂ ਨਹੀਂ ਸੀ। 1% ਕਮਿਸ਼ਨ ਚੱਲਦੀ ਜਾਂ 2% ਚੱਲਦੀ ਪੂਰੇ ਪਾਕਿਸਤਾਨ ਦੇ ਸ਼ੋਰੂਮਾਂ ਤੇ। ਅੱਛਾ, ਇਸ ਤੋਂ ਘੱਟ ਕਮਿਸ਼ਨ ਤੇ ਕੋਈ ਕੰਮ ਨਹੀਂ ਕਰਦਾ, ਠੀਕ ਹੈ। ਲੇਕਿਨ ਅਸੀਂ ਸ਼ੁਰੂ ਤੋਂ, ਕਿਉਂਕਿ ਤੁਹਾਨੂੰ ਮੈਂ ਦੱਸਿਆ 5000 10,000 ਤੇ ਵੀ ਕੰਮ ਕੀਤਾ, ਸਾਨੂੰ ਪੈਸੇ ਦੀ ਏਡੀ ਖਾਸ ਸਾਡੀ ਜ਼ਿੰਦਗੀ 'ਚ ਅਹਿਮੀਅਤ ਨਹੀਂ ਸੀ, ਕਿਉਂਕਿ ਅੱਲਾ ਨੇ ਕੋਈ ਸਾਡੇ ਕੋਲ ਵੱਡਾ ਮਕਸਦ ਲੈਣਾ ਸੀ, ਵੱਡਾ ਕੰਮ ਲੈਣਾ ਸੀ। ਉਹ ਵੱਡਾ ਕੰਮ ਇਹ ਸੀ ਜਿਹੜਾ ਅਸੀਂ ਚੱਲਦੇ ਰਹੇ ਹਾਂ। ਬੜੇ ਨਸੀਬੋ ਫਰਾਜ਼ ਆਏ ਜ਼ਿੰਦਗੀ ਦੇ ਵਿੱਚ, ਥੱਲਿਓਂ ਉੱਤੇ ਆਏ ਹਾਂ ਅਸੀਂ। ਕੋਈ ਤੁਹਾਨੂੰ ਦੱਸਿਆ ਮੈਂ ਜਿਵੇਂ ਆਪਣੀ ਕਹਾਣੀ ਕਿ ਅਸੀਂ ਸਟਰਗਲ ਕੀਤੀ ਨਾ, ਤੇ
ਛੋਟੀ ਉਮਰ ਤੋਂ। ਮੈਂ ਤੁਹਾਨੂੰ ਦੱਸਿਆ ਮੈਂ ਖੇਡਿਆ ਨਹੀਂ ਔਰ ਮੈਂ ਨਾਲ ਪੜ੍ਹਿਆ ਵੀ ਆ। ਅੱਛਾ ਜੀ। ਹਾਂ 2015 ਚ ਮੇਰਾ ਮੈਟ੍ਰਿਕ ਹੋਇਆ। ਮੈਟ੍ਰਿਕ ਤਾਂ ਐਜੂਕੇਸ਼ਨ ਕਿੰਨੀ ਹੈ? ਮੇਰੀ ਗ੍ਰੈਜੂਏਸ਼ਨ ਮੈਂ ਕੀਤੀ ਔਰ ਮੈਂ ਹੁਣ ਲਾਅ ਵੀ ਕਰ ਰਿਹਾ। ਅੱਛਾ ਜੀ, ਮਾਸ਼ਾਅੱਲਾ, ਵਕੀਲ ਬਣਨ ਦਾ ਸ਼ੌਕ? ਹਾਂ ਮੈਂ 2 ਸਾਲ ਮੇਰੇ ਲਾਅ 'ਚ ਹੋ ਗਿਆ। ਮੈਂ ਪੰਜਾਬ ਯੂਨੀਵਰਸਿਟੀ ਤੋਂ ਲਾਅ ਦਾ ਸਟੂਡੈਂਟ ਵੀ ਹਾਂ ਤੇ ਕਹਿਣ ਦਾ ਮਕਸਦ ਹੈ ਕਿ ਮੈਂ ਪੜ੍ਹਾਈ ਨੂੰ ਨਹੀਂ ਛੱਡਿਆ। ਅੱਛਾ, ਲਾਅ 'ਚ ਆਉਣ ਦਾ ਸ਼ੌਕ ਕਿਉਂ ਤੁਹਾਨੂੰ ਪੈ ਗਿਆ? ਕਿਤੇ ਮੀਆਂ ਅਬਦੁਲ ਮਤੀਨ ਨੂੰ ਦੇਖਦੇ ਤੁਸੀਂ? ਨਹੀਂ, ਮੈਂ ਉਹਨਾਂ ਨੂੰ ਨਹੀਂ ਦੇਖਦਾ। ਉਹ ਤੇ ਮੀਆਂ ਅਬਦੁਲ ਮਤੀਨ ਸਾਹਿਬ ਹੁਣ ਮੇਰੇ ਖਿਆਲ ਨਾਲ ਆਏ ਨੇ ਟਿਕਟੌਕ ਤੇ, ਲੇਕਿਨ ਮੈਂ ਉਹਨਾਂ ਤੋਂ ਪਹਿਲੇ ਲਾਅ 'ਚ ਐਡਮਿਸ਼ਨ ਲਿਆ ਸੀ। ਅੱਛਾ ਨਹੀਂ ਚਾਹੀਦੀ। ਉਹ ਸਵਾਲ ਪਿੱਛੇ ਇੱਕ ਰਹਿ ਗਿਆ ਤੁਹਾਡਾ, ਮੈਂ ਉਹਦਾ ਜਵਾਬ ਦੇ ਦਿਆਂ ਕਿ ਆਮ ਬੰਦੇ ਨੂੰ ਕੀ ਫਾਇਦਾ, ਕਿਉਂ ਇੱਧਰ ਆਉਂਦਾ। ਹਾਂਜੀ ਹਾਂਜੀ ਸਰ ਜੀ, ਇੱਕ ਤੇ ਕਮਿਸ਼ਨ ਹੀ ਬਹੁਤ ਮਕਬੂਲ ਰੱਖਿਆ। ਸਿਰਫ 15,000 ਰੁਪਏ ਦੇ ਵਿੱਚ ਤੁਸੀਂ ਗੱਡੀ ਲੈ ਵੀ ਸਕਦੇ ਹੋ ਤੇ ਸੇਲ ਵੀ ਕਰ ਸਕਦੇ ਹੋ, ਜਿਹੜੀ ਕਿ ਦੂਜੇ ਸ਼ੋਰੂਮ ਹੈ ਤੁਹਾਨੂੰ 1% ਜਾਂ 2% ਪੇ ਕਰਨਾ ਪੈਂਦਾ। ਹੁਣ ਇੱਕ 50 ਲੱਖ ਦੀ ਗੱਡੀ ਹੈ, 50 ਲੱਖ ਦੀ ਤੇ ਆਮ ਗੱਡੀ ਹੁਣ ਤੇ 50,000 ਕਮਿਸ਼ਨ ਬਣਦੀ 1%, 2% ਲਵੋ ਤੇ ਲੱਖ ਰੁਪਈਆ ਬਣਦੀ। ਕੋਈ ਗੱਡੀ ਕਰੋੜ ਰੁਪਏ ਦੀ ਇਹ 80-15 ਹੀ ਤੁਸੀਂ 15,000 ਲੈਣਾ? 80-15,000 ਹੀ। ਇਹ ਤਾਂ ਬੜੀ ਅੱਛੀ ਗੱਲ ਹੈ। ਇੱਕ ਚੀਜ਼ ਨੇ ਤੇ ਐਸ ਨੇ ਅਟਰੈਕਟ ਕਰ ਲਿਆ। ਹੁਣ ਅਗਲੀ ਗੱਲ ਆ ਗਈ ਕਾਗਜ਼ਾਤ ਵਾਲੀ ਤੇ ਗੱਡੀ ਮੁਨਾਸਬ ਵਾਲੀ। ਮੁਨਾਸਬ ਗੱਡੀ ਦਾ ਵੀ ਨਹੀਂ ਕਹਿ ਸਕਦੇ ਕਿਉਂਕਿ ਮਹਿੰਗੀ ਸਸਤੀ ਹੋ ਸਕਦੀ ਮਾਰਕੀਟ ਦੇ ਅਕੋਰਡਿੰਗ ਨਾ, ਲੇਕਿਨ ਚੀਜ਼ ਤੁਸੀਂ ਇੱਕ ਨੰਬਰ ਲੈ ਕੇ ਦਿੰਦੇ ਹੋ, ਕਾਗਜ਼ਾਤ 2 ਨੰਬਰ ਹੀ ਨਹੀਂ ਹੋਣ ਦਿੰਦੇ। ਕਮਿਸ਼ਨ ਦਾ ਮਤਲਬ ਹੀ ਹੈ ਸਾਡੀ ਦਾ। ਇੱਕ ਤੇ ਕਮਿਸ਼ਨ ਲੋਕ ਲੈਂਦੇ ਨੂੰ ਆਂਦੇ ਅਸੀਂ ਜ਼ਿੰਮੇਦਾਰ ਹਾਂ, ਕੋਈ ਤੈਨੂੰ ਰੋਲਾ ਨਹੀਂ ਹੈ, ਜਦੋਂ ਮਰਜ਼ੀ ਆ ਜੀ ਅਸੀਂ ਜ਼ਿੰਮੇਦਾਰ ਹਾਂ। ਉਹ ਨੇ ਗੱਲਾਂ ਬਾਤਾਂ ਨਾਲ। ਲੇਕਿਨ ਡੋਗਰ ਮੋਟਰ ਹੁਣ ਇੱਕ ਬ੍ਰਾਂਡ ਬਣ ਚੁੱਕਿਆ। ਇਹ ਜੋ ਗੱਲ ਕਰਦਾ ਉਹਦੇ ਤੇ ਪੂਰਾ ਵੀ ਉਤਰਦਾ। ਸਾਡੀਆਂ ਸਾਰੀਆਂ ਬ੍ਰਾਂਚਿਸ ਤੇ ਅਗਰ ਕੋਈ ਬੰਦਾ ਗਿਆ ਤਾਂ ਉਹਨੂੰ ਪਤਾ ਹੋਏਗਾ ਕਿ ਇਹਨਾਂ ਦੇ ਅਸੂਲ ਸਾਰੀਆਂ ਬ੍ਰਾਂਚਾਂ ਤੇ ਹੀ ਬੜੇ ਸਖਤ ਨੇ। ਅੱਛਾ, ਯਾਨੀ ਕੋਈ ਬੰਦਾ 2 ਨੰਬਰ ਹੀ ਨਹੀਂ ਕਰ ਸਕਦਾ। ਈਵਨ ਕਿ ਜਿਹੜਾ ਸਾਡਾ ਐਕਸਾਈਜ਼ ਦਾ ਅਮਲਾ, ਐਕਸਾਈਜ਼ ਦੇ ਰਿਲੇਟਡ ਅਮਲਾ ਹੈ, ਜਿਹੜੇ ਨਿਲਾਮੀ ਕਰਨ ਵਾਲੇ ਬੰਦੇ ਨੇ, ਉਹਨਾਂ ਨੂੰ ਵੀ ਪੂਰਾ ਖਿੱਚਿਆ। ਫਿਰ ਇਹ ਲੋਕਾਂ ਤੇ ਕੰਮ ਨਹੀਂ ਛੱਡਿਆ, ਇਹਨੂੰ ਖੁਦ ਚੈੱਕ ਐਂਡ ਬੈਲੈਂਸ ਕੀਤਾ ਜਾ ਰਿਹਾ। ਹਰ ਬ੍ਰਾਂਚ ਤੇ ਆਪਣਾ ਫੈਮਿਲੀ ਮੈਂਬਰ ਮੌਜੂਦ ਹੈ ਜਿਹੜਾ ਉਹਨਾਂ ਨੂੰ ਪੂਰੀ ਚਾਬੀ ਉਹਨਾਂ ਦੀ ਮਰੋੜ ਕੇ ਰੱਖਦਾ ਕਿ ਕਿਤੇ ਕੋਈ ਗਲਤ ਕੰਮ ਤੇ ਨਹੀਂ ਕੋਈ ਕਰਨ ਡਿਆ। ਤੇ ਜਿਹੜੀ ਆਡੀਅנס ਆ ਰਹੀ, ਜਿਹੜੇ ਗਾਹਕ ਆ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦਾ ਫੈਮਿਲੀ ਮੈਂਬਰ ਇੱਥੇ ਮੌਜੂਦ ਹੈ। ਕੋਈ ਮਸਲਾ ਮਸਾਇਲ ਹੈ ਉਹਨੂੰ ਦੱਸਣ, ਅਸੀਂ ਉਸ ਟੀਮ ਮੈਂਬਰ ਨੂੰ ਫੌਰੀ ਫਾਰਗ ਕਰ ਦਿਆਂਗੇ ਅਗਰ ਉਹਦੇ 'ਚ ਕੋਈ ਫਾਲਟ ਹੋਇਆ। ਅਗਰ ਸਾਡੇ ਐਕਸਾਈਜ਼ ਦੇ ਅਮਲੇ 'ਚ ਕੋਈ ਫਾਲਟ ਹੋਇਆ, ਫੌਰੀ ਅਸੀਂ ਪੇਮੈਂਟ ਦੇਵਾਂਗੇ ਬੰਦੇ। ਅੱਛਾ, ਯਾਨੀ ਕਿ ਤੁਸੀਂ ਪ੍ਰੋਪਰ ਚੈੱਕ ਐਂਡ ਬੈਲੈਂਸ ਰੱਖਿਆ ਵੀ ਕੋਈ ਬੰਦਾ ਵੀ ਕਿਸੇ ਨੂੰ ਪੈਸੇ, ਅਕਸਰ ਜਿੱਦਾਂ ਸਾਡੇ ਪਾਕਿਸਤਾਨ 'ਚ ਬੜੀ ਕਹਿ ਲਓ ਕਿ ਆਮ ਚੀਜ਼ ਆ, ਕਿਸੇ ਬੰਦੇ ਨੇ ਕੋਈ ਵੀ 2 ਨੰਬਰ ਕੰਮ ਕਰਨਾ ਨਾ, ਫੜ ਜਾਂ 10,000 ਰੁਪਇਆ। ਹਾਂ, ਇੱਦਾਂ ਅਸੀਂ ਇੱਥੇ ਤਾਂ ਕੋਈ ਨਹੀਂ। ਮੈਂ ਤੁਹਾਨੂੰ ਦੱਸਣਾ, ਸਾਡਾ ਜਿਹੜਾ ਟੀਮ ਮੈਂਬਰ ਨਾ, 1-2 ਬੰਦਿਆਂ ਨੇ ਇਹ ਕੰਮ ਕੀਤਾ। ਗੱਡੀ ਵੇਚਣ ਵਾਲਾ ਖਰਾਬ ਕਰਦਾ ਬੰਦੇ ਨੂੰ, ਸਾਡੇ ਟੀਮ ਮੈਂਬਰ ਨੂੰ। ਉਹਨੂੰ ਜਾ ਕੇ 10,000 ਰੁਪਇਆ ਸਾਈਡ ਤੋਂ ਦਿੰਦਾ, ਉਹਨੂੰ ਆਂਦਾ ਮੇਰੀ ਗੱਡੀ ਮਹਿੰਗੀ ਵੇਚ। ਅਸੀਂ ਵੀ ਉਹਨੂੰ 10,000 ਦਿੰਦੇ ਹਾਂ। ਅਸੀਂ ਆਪਣੇ ਟੀਮ ਮੈਂਬਰ ਨੂੰ ਨਾ, ਜਿਹੜਾ ਨਿਲਾਮੀ ਕਰਦਾ ਸਪੀਕਰ ਦੇ ਵਿੱਚ ਗੱਡੀ ਵੇਚਦਾ ਕਾਰ ਮੇਲੇ ਦੇ ਵਿੱਚ, ਉਹਨੂੰ 10,000 ਰੁਪਇਆ ਕੋਲੋਂ ਦਿੰਦੇ ਅਸੀਂ। ਹੁਣ ਜਿਹੜਾ ਵੇਚਣ ਵਾਲਾ ਹੁੰਦਾ ਉਹ 10,000 ਹੋਰ ਲਾ ਲਈ ਦੇ ਦਿੰਦਾ, ਮੇਰੀ ਗੱਡੀ ਵਿਕਾ, ਮੇਰੀ ਮਹਿੰਗੀ ਵਿਕਵਾ। ਮੈਨੂੰ ਪਤਾ ਲੱਗ ਜਾਂਦਾ ਕਿਉਂਕਿ ਮੈਂ ਇੱਕ ਛਿੱਕ ਰੱਖੀ, ਸਮਝ ਲਓ, ਕਾਰ ਮੇਲੇ 'ਚ ਵੀ ਜਿਹੜੀ ਗੱਡੀ ਲੈਣੀ ਹੈ ਮੈਂ ਮੌਜੂਦ ਹਾਂ ਤੇ ਮੈਨੂੰ ਵਿਖਾਣੀ, ਤੇ ਜੇ ਮੇਰਾ ਕੋਈ ਭਰਾ ਮੌਜੂਦ ਹੈ ਜਾਂ ਮੇਰੇ ਵਾਲਿਦ ਸਾਹਿਬ ਮੌਜੂਦ ਨੇ ਤੇ ਉਹਨਾਂ ਨੂੰ ਵਿਖਾਣੀ। ਯਾਨੀ ਕਿਸੇ ਸਟਾਫ ਮੈਂਬਰ ਤੇ ਵੀ ਯਕੀਨ ਨਹੀਂ ਹੈਗਾ। ਉਹ ਗੱਡੀ ਜਿੰਨੀ ਦੇਰ ਵਿਖਾਣੀ ਨਹੀਂ, ਡੋਗਰ ਮੋਟਰ ਉਹਦਾ ਜ਼ਿੰਮੇਦਾਰ ਨਹੀਂ। ਜੇ ਵਿਖਾ ਦਿੱਤੀ ਹੈ ਤੇ ਹੀ 100 ਸਾਲ ਦੇ ਜ਼ਿੰਮੇਦਾਰ। ਯਾਨੀ ਕਿ ਅਗਰ ਕੋਈ ਬੱਚਾ ਵੀ ਹੈ, ਮਸਲਾ ਕੋਈ 10ਵੀਂ ਕਲਾਸ ਦਾ ਮੁੰਡਾ ਵਾ ਜਾਂ ਕੋਈ ਬੱਚਾ ਵਾ, ਉਹ ਗੱਡੀ ਲੈਣਾ ਚਾਹੁੰਦਾ, ਬਿਲਾ ਖੌਫ ਹੋ ਕੇ ਤਾਂ ਅੱਗੋਂ ਆ ਕੇ ਲੈ ਸਕਦਾ। 2 ਨੰਬਰ ਹੀ ਨਹੀਂ ਹੁੰਦਾ, ਉਹਨੂੰ ਇੰਜ ਟ੍ਰੀਟ ਕੀਤਾ ਜਾਏਗਾ ਜਿਵੇਂ ਸਿਆਣਾ ਬੰਦਾ ਹੈ। ਯਾਨੀ ਕਿ 2 ਨੰਬਰ ਹੀ ਨਹੀਂ ਹੁੰਦਾ। ਔਰ ਇੱਕ ਹੋਰ ਗੱਲ, ਅਸੀਂ ਨਾ ਅਮੀਰ ਬੰਦਾ ਵੇਨੇ ਤੇ ਨਾ ਗਰੀਬ ਵੇਨੇ ਵੀ ਉਹਨੂੰ ਉਸ ਹਿਸਾਬ ਨਾਲ ਇੱਜ਼ਤ ਦਈਏ। ਅਸੀਂ ਉਹਦੀ ਪੂਰੀ ਚਾਹਤ ਕਰਨੀ, ਪੂਰਾ ਪਿਆਰ ਕਰਨਾ, ਭਾਵੇਂ ਉਹਦੇ ਕੱਪੜੇ ਪਾਟੇ ਹੋਏ। ਉਹ ਸਾਡੇ ਕੋਲ ਆਇਆ, ਜੋ ਜਿਹੜਾ ਮਕਸਦ ਲੈ ਕੇ ਆਇਆ, ਅਸੀਂ ਪੂਰੀ ਕੋਸ਼ਿਸ਼ ਕਰਨੀ ਕਿ ਉਹ ਜੋ ਚਾਹੁੰਦਾ ਹੈ, ਜੋ ਉਹਦੀ ਸੋਚ ਲੈ ਕੇ ਆਇਆ ਇਸ ਡੋਗਰ ਮੋਟਰ ਤੇ, ਹੋਰ ਕਿਤੇ ਵੀ ਜਾ ਸਕਦਾ ਸੀ, ਇੱਥੇ ਕਿਉਂ? ਇੱਕ ਤਾਂ ਟਰਸਟ ਕੀਤਾ ਹੁੰਦਾ। ਹਾਂ, ਟਰਸਟ ਕੀਤਾ ਹੁੰਦਾ, ਟਰਸਟ ਨਹੀਂ ਟੁੱਟਣ ਦੇਣਾ। ਅੱਛਾ, ਤੁਹਾਡੇ ਹੁਣ ਤੱਕ ਆਕਸ਼ਨ ਵਿੱਚ ਸਿਰਫ ਮਰਦ ਆ ਜਾਂ ਔਰਤਾਂ ਵੀ ਹੁੰਦੀਆਂ? ਸਾਡੀਆਂ ਬਾਜੀਆਂ ਭੈਣਾਂ ਵੀ ਆਉਂਦੀਆਂ ਨੇ ਗੱਡੀਆਂ ਲੈਣ ਵਾਸਤੇ, ਖਰੀਦਣ ਆਉਂਦੀਆਂ ਨੇ, ਲੇਕਿਨ ਅਸੀਂ ਨਾ ਵੀਡੀਓ ਲਾ ਦਿੰਦੇ ਆ ਕਿ ਤੁਸੀਂ ਨਾ ਆਇਆ ਕਰੋ। ਉਹਦੀ ਵਜ੍ਹਾ ਉੱਥੇ ਮਰਦ ਹੀ ਮਰਦ ਹੁੰਦੇ ਆ। ਸਾਨੂੰ ਬੁਰਾ ਲੱਗਦਾ ਹੈ ਕੋਈ ਔਰਤ ਸਾਡੇ ਨਿਲਾਮੀ ਦੇ ਵਿੱਚ ਨਾ ਆ ਕੇ, ਇੰਨੇ ਬੰਦਿਆਂ ਦੇ ਵਿੱਚ ਉਹ ਮੂੰਹ ਚੁੱਕ ਚੁੱਕ ਵੇਖਦੇ ਨੇ ਕਈ ਲੋਕ, ਤੇ ਸਾਨੂੰ ਬੁਰਾ ਲੱਗਦਾ ਕਿ ਯਾਰ ਸਾਡੇ ਮੇਲੇ ਦੇ ਵਿੱਚ ਸਾਡੀ ਕੋਈ ਸਾਰੀਆਂ ਸਾਂਝੀਆਂ ਹੁੰਦੀਆਂ ਧੀਆਂ ਭੈਣਾਂ, ਤੇ ਉਹ ਆਵੇ ਤੇ ਕੋਈ ਉਹਨੂੰ ਵੇਖੇ ਤੇ ਉਹ ਸਾਨੂੰ ਮੁਨਾਸਿਬ। ਅਸੀਂ ਇਸ ਲਈ ਵੀਡੀਓ ਵੀ ਚੜਾਈ ਹੋਈ ਕਿ ਸਾਡੀ ਨਾ ਆਕਸ਼ਨ ਦੇ ਵਿੱਚ ਆਪਣਾ ਕੋਈ ਭਾਈ ਭੇਜ ਦਿਆ ਕਰੋ, ਜਾਂ ਆਪਣਾ ਵਾਲਦ ਭੇਜ ਦਿਆ ਕਰੋ, ਜਾਂ ਕੋਈ ਚਾਚਾ ਬਾਬਾ ਭੇਜ ਦਿਆ ਕਰੋ, ਲੇਕਿਨ ਖੁਦ ਨਾ ਆਇਆ ਕਰੋ। ਅਗਰ ਤੁਸੀਂ ਆਣਾ ਹੋਵੇ ਤੇ ਬਾਕੀ ਦਿਨਾਂ ਚਾਹੋ, ਜਿੱਦਾਂ ਨਿਲਾਮੀ ਨਹੀਂ, ਸਾਨੂੰ ਆ ਕੇ ਪਰਸਨਲੀ ਤੌਰ ਤੇ ਰਿਕੁਆਇਰਮੈਂਟ ਲਿਖਾਓ, ਅਸੀਂ ਤੁਹਾਨੂੰ ਗੱਡੀ ਅਰੇਂਜ। ਥੋੜਾ ਆਵਾਮ ਨੂੰ ਇਹ ਵੀ ਦੱਸ ਦਿਓ, ਤੁਹਾਡੇ ਆਸ ਤੁਹਾਨੂੰ ਦੇਖ ਰਹੀ ਹੈ, ਕਿ
ਕਿੰਨੇ ਦਿਨ ਤੁਹਾਡੀ ਐਕਸ਼ਨ ਹੁੰਦੀ ਹੈ, ਕਿਹੜੇ ਦਿਨ ਹੁੰਦੀ? ਸਾਡੀ ਜਿਹੜੀ ਨਿਲਾਮੀ ਹੈ ਹਰ ਬੁੱਧ, ਹਰ ਜੁਮਾ ਤੇ ਹਰ ਇਤਵਾਰ ਵਾਲੇ ਦਿਨ ਸਾਡੀ ਗੱਡੀਆਂ ਦੀ ਨਿਲਾਮੀ ਹੁੰਦੀ ਹੈ, ਜਿਹਦੇ ਵਿੱਚ ਸਾਡੇ ਕੋਲ ਘੱਟ ਤੋਂ ਘੱਟ 500 ਤੋਂ 1000 ਗੱਡੀ ਦਾ ਸਟਾਕ ਮੌਜੂਦ ਹੁੰਦਾ। ਇਸ ਟਾਈਮ ਤੁਸੀਂ ਪਾਕਿਸਤਾਨ ਦੇ ਕਿਹੜੇ ਸ਼ਹਿਰਾਂ ਦੇ ਵਿੱਚ ਬ੍ਰਾਂਚਾਂ ਤੁਹਾਡੀ? ਸਾਡੀ ਮੇਨ ਬ੍ਰਾਂਚ ਹੈ ਸ਼ਾਹਕੋਟ, ਉਸ ਤੋਂ ਬਾਅਦ ਮੰਡੀ ਬਾਵਲਦੀਨ ਬ੍ਰਾਂਚ ਓਪਨ ਕੀਤੀ ਅਸੀਂ, ਜਿਹਦਾ ਰਿਸਪੌਂਸ ਮਾਸ਼ਾਅੱਲਾ ਬਹੁਤ ਅੱਛਾ ਆ ਰਿਹਾ। ਉਹ ਮੰਡੀ ਬਾਵਲਦੀਨ ਦੀ ਆਵਾਮ ਵਾਸਤੇ ਕੀਤੀ, ਉਹਨੂੰ ਔਨ ਕਰ ਰਿਹਾ ਮੇਰਾ ਛੋਟਾ ਭਾਈ ਫਰਾਜ਼ ਅਲੀ ਡੋਗਰ, ਸਾਰਿਆਂ ਤੋਂ ਨਿੱਕਾ। ਅੱਛਾ, ਠੀਕ ਹੈ ਜੀ। ਇੱਕ ਬ੍ਰਾਂਚ ਅਸੀਂ ਆ ਫੈਸਲਾਬਾਦ ਦੇ ਵਿੱਚ ਓਪਨ ਕਰ ਦਿੱਤੀ, ਗੱਟ ਵਾਲਾ ਕਮਰਸ਼ੀਅਲ ਹੱਬ ਦੇ ਅੰਦਰ, ਇਹਨੂੰ ਔਨ ਕਰਾਂਗਾ ਮੈਂ ਖੁਦ। ਠੀਕ ਹੈ ਜੀ। ਇੱਕ ਬ੍ਰਾਂਚ ਅਸੀਂ 15 ਕੁ ਦਿਨਾਂ ਤੱਕ ਪੀਰਮਲ ਦੇ ਵਿੱਚ ਜਗ੍ਹਾ ਡਿਸਾਈਡ ਹੋ ਗਈ ਹੈ, ਜਗ੍ਹਾ ਖਰੀਦ ਲਈ ਅਸੀਂ, ਉੱਥੇ ਅਸੀਂ ਕਾਰ ਮੇਲਾ ਲਾ ਰਹੇ ਹਾਂ, ਮੋਟਰਵੇ ਇੰਟਰਚੇਂਜ ਤੋਂ ਉਤਰਦੇ ਪੀਰਮਲ ਦੀ ਆਵਾਮ ਵਾਸਤੇ। ਔਰ ਲਾਗੇ ਚਾਗੇ ਦੇ ਜਿੰਨੇ ਸ਼ਹਿਰ ਪਿੰਡ ਨੇ ਉਹਨਾਂ ਨੂੰ ਤੇਲ ਸਾੜ ਕੇ ਆਉਣਾ ਪੈਂਦਾ ਸੀ, ਇਸ ਲਈ ਅਸੀਂ ਸੋਚਿਆ ਕਿ ਉੱਥੇ ਬ੍ਰਾਂਚ ਓਪਨ ਕਰ। ਉਹ ਬ੍ਰਾਂਚ ਤੇ ਹੋਣਗੇ ਮੇਰਾ ਛੋਟਾ ਭਾਈ ਸਰਦਾਰ ਅਵੈਸ ਡੋਗਰ, ਤੇ ਜਿਹੜੀ ਸ਼ਾਹਕੋਟ ਮੇਨ ਬ੍ਰਾਂਚ ਉੱਥੇ ਮੇਰੇ ਵਾਲਦ ਸਾਹਿਬ ਸਰਦਾਰ ਮੁਹੰਮਦ ਬੂਟਾ ਡੋਗਰ ਸਾਹਿਬ ਹੋਣਗੇ। ਅੱਛਾ, ਜਿੰਨੀਆਂ ਤੁਸੀਂ ਬ੍ਰਾਂਚਾਂ ਬਣਾ ਰਹੇ ਹੋ ਜੀ, ਜਗ੍ਹਾ ਵੀ ਲੈ ਰਹੇ ਹੋ, ਇਹ ਤੁਸੀਂ ਰੈਂਟ ਤੇ ਲੈ ਰਹੇ ਹੋ ਜਾਂ ਖਰੀਦ ਰਹੇ ਹੋ? ਕੁਛ ਜਗ੍ਹਾ ਨੇ, ਜਿਹੜੀ ਸ਼ਾਹਕੋਟ ਮੇਨ ਬ੍ਰਾਂਚ ਵਾਲੀ ਜਗ੍ਹਾ ਹੈ ਉਹ ਤਕਰੀਬਨ 6 ਕਨਾਲ ਜਗ੍ਹਾ ਹੈ, ਤੇ 6 ਕਨਾਲ ਜਗ੍ਹਾ ਅਸੀਂ ਪਰਮਾਨੈਂਟਲੀ ਤੌਰ ਵਾਸਤੇ ਗੱਡੀਆਂ ਦੀ ਨਿਲਾਮੀ ਵਾਸਤੇ ਲਈ ਔਰ ਕਾਰ ਮੇਲੇ ਵਾਸਤੇ, ਯਾਨੀ ਕਿ ਤੁਸੀਂ ਪਰਚੇਜ਼ ਕਰ ਲਈ? ਪਰਚੇਜ਼ ਕੀਤੀ ਹੈ। ਜਿਹੜੀ ਮੰਡੀ ਬਾਵਲਦੀਨ ਵਾਲੀ ਹੈ ਉਹ ਅਸੀਂ ਪਰਚੇਜ਼ ਨਹੀਂ ਕੀਤੀ, ਉਹਦੇ ਤੇ ਉਹਦਾ ਅਸੀਂ ਰੈਂਟ ਪੇ ਕਰ ਰਹੇ ਹਾਂ। ਜਿਹੜੀ ਆ ਫੈਸਲਾਬਾਦ ਵਾਲੀ ਇਹਦਾ ਵੀ ਅਸੀਂ ਰੈਂਟ ਪੇ ਕਰ ਰਹੇ ਹਾਂ। ਜਿਹੜੀ ਪੀਰਮਲ ਵਾਲੀ ਉਹਦਾ ਵੀ ਅਸੀਂ ਰੈਂਟ ਪੇ ਕਰ ਰਹੇ ਹਾਂ। ਬਾਕੀ ਬ੍ਰਾਂਚਿਸ ਵੀ ਹੈ ਨੇ 3, ਇੱਕ ਅਲ ਜਲੀਲ ਗਾਰਡਨ ਹੈ ਸਾਡੀ, ਇੱਕ ਤਰਨੌਲ ਹੈ ਇਸਲਾਮਾਬਾਦ, ਤੇ ਤੀਸਰੀ ਇਹ ਮੁਲਤਾਨ ਹੈ, ਰਿਸੈਂਟਲੀ ਓਪਨ ਕੀਤੀ। ਅੱਛਾ, ਅਲ ਜਲੀਲ ਗਾਰਡਨ ਵਾਲਾ ਤੁਹਾਡੇ ਵੱਡੇ ਭਾਈ ਬੈਠ ਮੇਰਾ ਵੱਡਾ ਭਾਈ ਖੁਰਮ ਸ਼ਹਜ਼ਾਦ ਡੋਗਰ ਹੈ, ਉਹ ਉਹਨੂੰ ਔਨ ਕਰ ਰਹੇ ਨੇ ਅਲ ਜਲੀਲ ਗਾਰਡਨ ਨੂੰ। ਜਿਹੜੀ ਇਸਲਾਮਾਬਾਦ ਵਾਲੀ ਹੈ ਉਹਨੂੰ ਵੀ ਉਹ ਔਨ ਕਰ ਰਹੇ ਨੇ, ਲੇਕਿਨ ਉਹਨਾਂ ਨੇ ਆਪਣੇ ਕੋਈ ਟਰਸਟਡ ਬੰਦੇ ਬਿਠਾਏ ਹੋਏ ਨੇ। ਉਸ ਤੋਂ ਬਾਅਦ ਜਿਹੜੀ ਕੋਈ ਆਪਣਾ ਜਿਹੜੀ ਮੁਲਤਾਨ ਹੈ ਬ੍ਰਾਂਚ, ਉਹਦੇ ਤੇ ਵੀ ਉਹਨਾਂ ਕੋਈ ਆਪਣਾ ਅਮਲਾ ਬਿਠਾਇਆ ਹੋਇਆ। ਅੱਛਾ, ਤੁਹਾਡੀ ਇੱਕ ਮੈਂ ਤੁਹਾਡੇ ਬੜੇ ਭਾਈ ਦੀ ਇੱਕ ਵੀਡੀਓ ਦੇਖੀ ਸੀ ਇੰਟਰਨੈਟ ਤੇ, ਜਿਸ 'ਚੋਂ ਕਹਿ ਰਿਹਾ ਕਿ ਜਿੰਨੀਆਂ ਵੀ ਬ੍ਰਾਂਚਾਂ ਬਣ ਰਹੀਆਂ ਵਾ ਬਣਾਉਣ, ਲੇਕਿਨ ਉਹਨਾਂ ਨਾਲ ਕੋਈ ਲਿੰਕ ਨਹੀਂ ਹੈ। ਇਹਦੇ ਬਾਰੇ ਤੁਹਾਡਾ ਕੀ ਖਿਆਲ? ਜੀ, ਉਹਦਾ ਮੈਂ ਤੁਹਾਨੂੰ ਦੱਸਣਾ। ਹੁੰਦਾ ਪਤਾ ਕੀ ਹੈ, ਸਾਡੇ ਕੋਲ ਜਿੰਨੇ ਗੱਡੀ ਲਈ ਉਹਦਾ ਸਾਨੂੰ ਹੀ ਪਤਾ, ਉਹਦਾ ਰਿਕਾਰਡ ਸ਼ਾਹਕੋਟ ਹੀ ਮੌਜੂਦ ਹੈ, ਜਾਂ ਫੈਸਲਾਬਾਦ ਤੋਂ ਲਈ ਤਾਂ ਫੈਸਲਾਬਾਦ ਮੌਜੂਦ ਹੈ, ਜੇ ਮੰਡੀ ਬਾਵਲਦੀਨ ਤੋਂ ਲਈ ਤਾਂ ਮੰਡੀ ਬਾਵਲਦੀਨ ਮੌਜੂਦ ਹੈ, ਜੇ ਪੀਰਮਲ ਬ੍ਰਾਂਚ ਤੋਂ ਲਈ ਤਾਂ ਪੀਰਮਲ ਬ੍ਰਾਂਚ 'ਚ ਉਹਦਾ ਰਿਕਾਰਡ ਮੌਜੂਦ ਹੈ। ਹੁਣ ਅਗਰ ਕੋਈ ਮਸਲਾ ਮਸਾਇਲ ਹੁੰਦਾ ਤੇ ਅਸੀਂ ਵਾਜ਼ਿਹ ਲਫ਼ਜ਼ਾਂ 'ਚ ਕਹਿੰਦੇ ਹਾਂ ਕਿ ਉਸੇ ਬ੍ਰਾਂਚ ਨੂੰ ਵਿਜ਼ਿਟ ਕਰੋ। ਅਗਰ ਕੋਈ ਕਾਗਜ਼ਾਤ 'ਚ ਮਸਲਾ ਇਸ਼ੂ ਨਜ਼ਰ ਆਇਆ ਤੇ ਆਓ ਉਸੇ ਬ੍ਰਾਂਚ ਤੇ ਵਿਜ਼ਿਟ ਕਰੋ, ਅਸੀਂ ਉੱਥੇ ਮੌਜੂਦ ਹਾਂ। ਮੈਂ ਤੁਹਾਨੂੰ ਦੱਸਿਆ ਕਿ ਮੇਰੇ ਵਾਲਦ ਸਾਹਿਬ ਸ਼ਾਹਕੋਟ ਹੁੰਦੇ ਨੇ, ਫੈਸਲਾਬਾਦ ਮੈਂ ਖੁਦ ਹੁੰਨਾ, ਮੰਡੀ ਬਾਵਲਦੀਨ ਮੇਰਾ ਛੋਟਾ ਭਾਈ ਫਰਾਜ਼ ਡੋਗਰ ਹੁੰਦਾ, ਅਵੈਸ ਡੋਗਰ ਪੀਰਮਲ ਹੋਏਗਾ, ਯਾਨੀ ਕਿ ਉੱਥੇ ਭਰਾ ਮੌਜੂਦ ਨੇ ਸਾਡੇ। ਅੱਛਾ, ਖੂਨੀ ਰਿਸ਼ਤੇ ਮੌਜੂਦ ਨੇ, ਤੁਹਾਡੀਆਂ ਗਿਲੇ ਸ਼ਿਕਵੇ ਸੁਣਨ ਵਾਸਤੇ, ਤੁਹਾਡੇ ਮਸਲੇ ਮਸਾਇਲ ਸੁਣਨ ਵਾਸਤੇ, ਉਹਨਾਂ ਨੂੰ ਹੱਲ ਕਰਨ ਵਾਸਤੇ। ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਮੇਰਾ ਇਹਨਾਂ ਨਾਲ ਕੋਈ ਤਲਕ ਨਹੀਂ ਬ੍ਰਾਂਚਿਸ ਨਾਲ, ਹਾਂਜੀ, ਬਿਲਕੁਲ ਉਹਨਾਂ ਦਾ ਕੋਈ ਤਲਕ ਨਹੀਂ। ਸਿਰਫ ਇਸ ਮਾਮਲੇ 'ਚ ਕਿ ਆ ਜਿਹੜੇ ਮਸਲੇ ਮਸਾਇਲ ਹੁੰਦੇ ਆ ਨਾ, ਇਹ ਹੁਣ ਹੋਵੇ ਸ਼ਾਹਕੋਟੋਂ ਗੱਡੀ ਲਈ ਤੇ ਉਹਦਾ ਕੋਈ ਮਸਲਾ ਮਸਾਇਲ ਹੈ ਤੇ ਉਹਨਾਂ ਨੂੰ ਜਾ ਕੇ ਦੱਸਿਆ ਜਾਏ ਕਿ ਇਹ ਜੀ ਡੋਗਰ ਮੋਟਰ ਤੋਂ ਲੈ, ਨਾਮ ਇੱਕ ਹੀ ਹੈ ਡੋਗਰ ਮੋਟਰ ਨਨਕਾਣਾ ਵਾਲੇ। ਅਸੀਂ ਇਹ ਫੈਮਿਲੀ ਬਿਜ਼ਨਸ ਹੈ ਸਾਡਾ, ਇਹ ਸਾਰਿਆਂ ਰਲ ਕੇ ਸਟਾਰਟ ਕੀਤਾ ਸੀ ਤੇ ਇਹ ਅੱਜ ਬ੍ਰਾਂਚਿਸ ਦੀ ਸ਼ਕਲ ਦੇ ਵਿੱਚ ਸਾਡੇ ਕੋਲ ਮੌਜੂਦ। ਯਾਨੀ ਕਿ ਉਹਨਾਂ ਨੇ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਗੱਡੀ ਅਗਰ ਮਸਲ ਸ਼ਾਹਕੋਟੋਂ ਲੈਂਦੇ ਹੋ, ਉਹਨਾਂ ਨਾਲ ਉਹਨੂੰ ਨਹੀਂ ਪਤਾ, ਉਹਦੀ ਪੇਪਰਸ਼ਿਪ ਤੁਸੀਂ ਚੈੱਕ ਕੀਤੀ, ਉਹਦੇ ਜ਼ਿੰਮੇਦਾਰ ਵੀ ਤੁਸੀਂ ਹੋ, ਯਾਨੀ ਕਿ ਹੈ ਤੁਹਾਡੇ ਨਾਲ ਹੀ। ਹਾਂ, ਅਸੀਂ ਇੱਕ ਸਾਡਾ ਭਰਾਵਾਂ ਦਾ ਰਿਸ਼ਤਾ ਹੈ, ਉਂਝ ਤੇ ਅਸੀਂ ਇੱਕ ਦੂਜੇ ਦੇ ਭਰਾਵਾਂ ਨਾਲ ਨੌਵਾਂ ਨਾਲੋਂ ਮਾਸ ਜੁਦਾ ਨਹੀਂ ਹੁੰਦੇ। ਅਸੀਂ ਭਰਾ ਦੇ ਇੱਕ ਦੂਜੇ ਦੇ ਜ਼ਿੰਮੇਦਾਰ ਰਹਿਣਾ ਹੀ ਹੈ। ਅਸੀਂ ਮੂੰਹੋਂ ਜਿੰਨਾ ਮਰਜ਼ੀ ਕਹੀ ਜਾਈਏ ਅਸੀਂ ਜ਼ਿੰਮੇਦਾਰ ਨਹੀਂ, ਜ਼ਿੰਮੇਦਾਰ ਇਹੀ ਫਿਰ ਵੀ ਹਾਂ। ਠੀਕ ਹੈ, ਲੋਕਾਂ ਵਾਸਤੇ ਜੀ, ਕਿਉਂਕਿ ਭਰਾ ਜੂ ਸਕੇ ਖੂਨ ਹੈ ਇੱਕ, ਅਸੀਂ ਇੱਕ ਦੂਜੇ ਦੇ ਜ਼ਿੰਮੇਦਾਰ ਹੀ ਹਾਂ। ਲੇਕਿਨ ਕੀ ਹੈ ਕਿ ਥੋੜ੍ਹਾ ਜਿਹਾ ਨਿਜ਼ਾਮ ਚਲਾਉਣ ਵਾਸਤੇ ਨਾ, ਕਿ ਉਹ ਮੈਂ ਤੁਹਾਨੂੰ ਜਿਵੇਂ ਬਰੀਫਿੰਗ ਦਿੱਤੀ ਅੱਗੇ ਕਿ ਜਿਹੜੀ ਗੱਡੀ ਜਿਹੜੀ ਬ੍ਰਾਂਚ ਤੋਂ ਲਈ ਹੈ ਉਹਦੀ ਉਹ ਬ੍ਰਾਂਚ ਜ਼ਿੰਮੇਦਾਰ ਹੈ। ਹੁਣ ਫੈਸਲਾਬਾਦ ਦਾ ਰਿਕਾਰਡ ਸ਼ਾਹਕੋਟ ਤੇ ਨਹੀਂ ਚੈੱਕ ਕਰਾਇਆ ਜਾ ਸਕਦਾ। ਉਹ ਸ਼ਾਹਕੋਟ ਅਮਲਾ ਸਾਰਾ ਬੈਠਾ, ਉਹਨੂੰ ਜਾ ਕੇ ਮਸਲਾ ਦੱਸੋ, ਸ਼ਿਕਾਇਤ ਸੈੱਲ ਬਣਿਆ, ਉਹਨੂੰ ਜਾ ਕੇ ਦੱਸੋ ਕਿ ਇਹ ਮਸਲਾ, ਉਹ ਫੌਰੀ ਕਲੀਅਰ ਹੋਏਗਾ। ਅਗਰ ਨਹੀਂ ਕਲੀਅਰ ਹੁੰਦਾ ਫਿਰ ਤੁਸੀਂ ਸਾਡੇ ਸਰਪ੍ਰਸਤ ਆਲਾ ਨੇ ਮੇਰੇ ਵਾਲਦ ਸਾਹਿਬ ਸਰਦਾਰ ਮੁਹੰਮਦ ਬੂਟਾ ਡੋਗਰ, ਕੋਈ ਮਸਲਾ ਹੱਲ ਹੋ ਹੀ ਨਹੀਂ ਰਿਹਾ ਕਿਸੇ ਬ੍ਰਾਂਚ ਤੇ, ਉਹਨਾਂ ਨੂੰ ਦੱਸੋ ਤੇ ਉਹ ਬੈਠੇ ਨੇ, ਉਹਨਾਂ ਨੂੰ ਜਾ ਕੇ ਦੱਸੋ, ਸਾਡਾ ਕੰਨ ਤੋਂ ਫੜ ਕੇ ਮਸਲਾ ਹੱਲ ਕਰਾ ਦੇਣਗੇ। ਅੱਛਾ, ਯਾਨੀ ਕਿ ਜੇ ਤੱਕ ਮੇਰੀ ਚੀਜ਼ ਸਮਝ ਚਾਹੀਏ ਵੀ ਤਾਂ ਜਿੰਨੀ ਬ੍ਰਾਂਚਾਂ ਚੱਲ ਰਹੀਆਂ ਉਹ ਜ਼ੇਰੇ ਸਰਪ੍ਰਸਤੀ ਤੁਹਾਡੇ ਵਾਲਦ ਸਾਹਿਬ ਚੱਲ ਰਹੀਆਂ। ਸਰ ਜੀ ਦੇਖੋ ਨਾ, ਵਾਲਦ ਸਾਹਿਬ
ਨੇ ਹੀ ਸਾਨੂੰ ਪੈਦਾ ਕੀਤਾ ਤੇ ਵਾਲਦ ਸਾਹਿਬ ਨੇ ਸਾਨੂੰ ਕੰਮ ਸਿਖਾਇਆ। ਵਾਲਦ ਸਾਹਿਬ ਨੇ ਸਾਨੂੰ ਲੋਕਾਂ ਨੂੰ ਪਰਖਣਾ ਸਿਖਾਇਆ। ਉਹਨਾਂ ਦਾ ਜ਼ਿੰਦਗੀ ਦਾ ਇੱਕ ਤਜਰਬਾ ਹੈ ਮਾਸ਼ਾਅੱਲਾ। ਉਹਨਾਂ ਦੀ ਕੋਈ 55 ਤੋਂ 60 ਸਾਲ ਉਮਰ ਹੋ ਗਈ। ਹੁਣ ਜਿੱਥੇ ਉਹਨਾਂ ਦੀ ਅਪਰੋਚ, ਜਿੱਥੇ ਉਹਨਾਂ ਦੀ ਸੋਚ ਸਾਡੀ ਤੇ ਨਹੀਂ ਹੋ ਸਕਦੀ। ਅਸੀਂ ਮੁੰਡੇ ਹੁਣ ਸੋਸ਼ਲ ਮੀਡੀਆ 4 ਦਿਨ ਆਇਆ, ਠੀਕ ਹੈ, ਤੇ ਅਸੀਂ ਸੋਸ਼ਲ ਮੀਡੀਆ ਤੇ ਫੇਮ ਸਾਨੂੰ ਮਿਲ ਗਿਆ ਤੇ ਅਸੀਂ ਪਿਓ ਨੂੰ ਭੁੱਲ ਜਾਈਏ। ਅਸੀਂ ਪਿਓ ਨੂੰ ਨਹੀਂ ਭੁੱਲ ਸਕਦੇ। ਜਿੰਨੇ ਪਿਓ ਨੂੰ ਭੁੱਲਣਾ ਹੈ ਨਾ, ਉਹਨੇ ਲਿੱਤਰ ਖਾਣੇ ਲੋਕਾਂ ਕੋਲੋਂ। ਅਸੀਂ ਆਪਣੇ ਬਾਪ ਨੂੰ ਆਪਣਾ ਆਈਡੀਅਲ ਰੱਖਿਆ, ਅਲਹਮਦੁਲਿਲਾ, ਔਰ ਰਹਿਣਾ ਸਾਡੇ ਪਿਓ ਨੇ, ਅੱਲਾਹ ਦੀ ਜ਼ਿੰਦਗੀ ਕਰੇ। ਆਮੀਨ ਜੀ ਆਮੀਨ। ਤੇ ਸਾਡਾ ਪਿਓ, ਮੈਂ ਨਾ ਵੀ ਜਿੰਨੀ ਦੇਰ ਸਾਡੇ ਸਿਰ ਤੇ ਸਲਾਮਤ ਹੈ ਨਾ, ਸਾਨੂੰ ਕਿਸੇ ਬੰਦੇ ਦੀ ਲੋੜ ਨਹੀਂ, ਕਿਸੇ ਬੰਦੇ ਦੀ ਪਰਵਾਹ ਨਹੀਂ। ਮੈਂ ਨਾ ਟੈਨਸ਼ਨ ਹੀ ਨਹੀਂ। ਮੇਰਾ ਬਾਪ ਮੇਰੇ ਪਿੱਛੇ ਖਲੋਤਾ ਹੋਵੇ ਨਾ, ਔਰ ਅਲਹਮਦੁਲਿਲਾ ਖਲੋਤਾ ਹੈ, ਤੇ ਮੇਰੇ ਪਿੱਛੇ ਇੰਜ ਜਿਵੇਂ 500 ਬੰਦਾ ਖਲੋਤਾ। ਅੱਛਾ ਜੀ। ਹਾਂ, ਮੈਨੂੰ 500, ਤੇ ਜੇ ਮੇਰੇ ਅੱਗੇ 500 ਅਗੇਂਸਟ ਬੰਦਾ ਖਲੋਤਾ ਨਾ, ਖੁਦਾ ਦੀ ਕਸਮ ਹੈ ਮੈਨੂੰ ਕਿਸੇ ਬੰਦੇ ਦਾ ਭਾਰ ਨਹੀਂ ਹੈ। ਮੇਰਾ ਪਿਓ ਜਿਹੜਾ ਨਾ, ਉਹ ਉਸ 500 ਬੰਦੇ ਤੇ ਭਾਰੀ। ਇਹ ਦੱਸੋ ਕਿ ਤੁਸੀਂ ਬਚਪਨ ਜਰਾ ਕਿੱਥੇ ਗੁਜ਼ਾਰਿਆ ਤੇ ਕਿੰਨੇ ਸਾਲ ਦੀ ਉਮਰ 'ਚ ਤੁਸੀਂ ਕੰਮ ਚੁਕਾਏ? ਜੀ, 2014 ਦੇ ਵਿੱਚ ਤੇ ਅਸੀਂ ਨਨਕਾਣੇ ਸ਼ਹਿਰ ਦੇ ਵਿੱਚ ਸ਼ਿਫਟ ਹੋ ਗਏ ਸੀ। ਉਸ ਤੋਂ ਪਹਿਲੇ ਅਸੀਂ ਪਿੰਡ ਰਹਿੰਦੇ ਸੀ। ਸਾਡਾ ਪਿੰਡ ਹੈ 565 ਡੋਗਰਾਂ ਵਾਲਾ, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਇਹ ਸਾਡਾ ਪਿੰਡ ਹੈ। ਉੱਥੇ ਹੀ ਸ਼ੁਰੂ ਤੋਂ ਜ਼ਮੀਨ ਵੀ ਉੱਥੇ ਹੀ ਹੈ। ਸਾਡਾ ਘਰਾਨਾ ਹੈ, ਜ਼ਿਮੀਂਦਾਰ ਘਰਾਨਾ ਹੈ। ਡੋਗਰ ਫੈਮਿਲੀ ਨਾਲ ਸਾਡਾ ਤਲਕ ਹੈ। ਤੇ ਤੁਹਾਨੂੰ ਪਤਾ ਡੋਗਰ ਸ਼ੁਰੂ ਤੋਂ ਹੀ ਜ਼ਿਮੀਂਦਾਰੇ ਨਾਲ ਦੇ ਮੱਝਾਂ ਡੰਗਰਾਂ ਦੇ ਨਾਲ ਹੀ ਵਸਗੀ ਰਹੀ ਇਹਨਾਂ ਦੀ, ਤੇ ਸਿਆਸਤ ਦੇ ਨਾਲ ਵੀ ਰਹੀ ਹੈ। ਡੇਰੇਦਾਰ ਲੋਕ ਆ। ਤੇ ਲੇਕਿਨ ਮਿਹਨਤ ਅਸੀਂ ਕੀਤੀ। ਅਸੀਂ ਜ਼ਮੀਨ ਤੇ ਮਹਿਦੂਦ ਨਹੀਂ ਰੱਖਿਆ ਆਪਣੇ ਆਪ ਨੂੰ, ਨਾ ਸਾਡੇ ਵਾਲਿਦ ਨੇ ਸਾਨੂੰ ਰੱਖਿਆ। ਸਾਡੇ ਵਾਲਿਦ ਨੇ ਵੀ ਸ਼ੁਰੂ ਤੋਂ ਮਿਹਨਤ ਮਜ਼ਦੂਰੀ ਆਪਣੀ ਕੀਤੀ, ਇੱਜ਼ਤ ਨਾਲ ਕੀਤੀ। ਕਿਸੇ ਦੀ ਓਏ ਨਹੀਂ ਸੁਣੀ, ਨਾ ਕਿਸੇ ਨੂੰ ਓਏ ਕੀਤੀ। ਤੇ ਅੱਗੋਂ ਸਾਨੂੰ ਵੀ ਇਹੀ ਚੀਜ਼ ਸਿਖਾਈ ਹੈ ਕਿ ਪੁੱਤਰ ਆਪਣੀ ਜ਼ਾਤ ਤੇ ਕੋਈ ਗੱਲ ਨਹੀਂ ਆਉਣ ਦੇਣੀ। ਕਿਸੇ ਨਾਲ ਜ਼ਿਆਦਤੀ ਕਰਨੀ, ਜ਼ਿਆਦਤੀ ਕਰਾਂਗੇ ਤਾਂ ਕੋਈ ਸਾਡੇ ਗਿਰੇਬਾਨ ਨੂੰ ਹੱਥ ਪਾਏਗਾ। ਤੇ ਜਦੋਂ ਕਰਨੀ ਨਹੀਂ ਤੇ ਕਿਸੇ ਦੀ ਕੀ ਜ਼ਰੂਰਤ ਹੈ? ਤੇ ਜੇ ਕੋਈ ਕਰੇਗਾ ਤਾਂ ਫਿਰ ਉਹਦੇ ਨਾਲ ਨਿਬੜ ਵੀ ਲਾਂਗੇ। ਇਹ ਚੀਜ਼ਾਂ ਉਹਨਾਂ ਸਾਨੂੰ ਸਿਖਾਈਆਂ। ਫਿਰ ਉਹਨਾਂ ਦੇ ਦਸਤੇ ਸ਼ਫਕਤ ਔਰ ਉਹਨਾਂ ਦੇ ਸਾਏ ਦੇ ਵਿੱਚ ਅਸੀਂ ਪਲੇ ਬੜੇ ਹਾਂ, ਤੇ ਹੁਣ ਕਾਰੋਬਾਰ ਵੀ ਕਰ ਰਹੇ ਹਾਂ। ਮੇਰੇ ਵਾਲਿਦ ਮੈਨੂੰ ਇਕੱਲਿਆਂ ਨਹੀਂ ਛੱਡਦੇ। ਅੱਜ ਮੈਂ ਇੰਟਰਵਿਊ ਦੇ ਵਿੱਚ ਪਤਾ ਨਹੀਂ ਮੈਂ ਇਕੱਲਾ ਕਿਵੇਂ ਆ ਗਿਆ। ਜੇ ਕੋਈ ਕੁਰਸੀ ਹੋਰ ਹੁੰਦੀ ਨਾ, ਤੁਸੀਂ ਲਾਈ ਹੋਈ ਨਹੀਂ, ਤੁਸੀਂ ਉਹਨਾਂ ਲੈ ਹੁੰਦੇ ਸੀ ਬਿਲਕੁਲ। ਉਹ ਪਹਿਲੇ ਡਿਸਕਸ਼ਨ ਨਹੀਂ ਹੋਈ, ਲੇਕਿਨ ਮੈਂ ਆਪਣੇ ਵਾਲਿਦ ਤੋਂ ਬਿਨਾਂ ਮੈਂ ਕਦੀ ਕਿਤੇ ਨਹੀਂ ਜਾਂਦਾ। ਮੈਂ ਜਿੱਥੇ ਵੀ ਗਿਆ ਮੈਂ ਵਾਲਿਦ ਸਾਹਿਬ ਨੂੰ ਨਾਲ ਰੱਖਿਆ। ਇਹ ਬਹੁਤ ਅੱਛੀ ਗੱਲ ਹੈ। ਦੇਖੋ ਜੀ, ਬਜ਼ੁਰਗਾਂ ਦੀ ਇੱਜ਼ਤ ਕਰੋਗੇ, ਉਹਨਾਂ ਦੇ ਪਿੱਛੇ ਕਾਮਯਾਬੀ ਹੈ ਹੀ। ਉਹਨਾਂ ਦੇ ਨਾਲ ਦੁਆਵਾਂ ਲਓਗੇ ਤੇ ਕਾਮਯਾਬ ਹੋਵੋਗੇ। ਹੈ ਹੀ ਉਹਨਾਂ ਦੇ ਨਾਲ। ਮਾਂ ਪਿਓ ਦਾ ਦਿਲ ਦਿਖਾਇਆ ਨਾ, ਉਹ ਬੰਦਾ ਮੈਂ ਤਾਂ ਕਾਮਯਾਬ ਹੁੰਦਾ ਨਹੀਂ। ਔਰ ਮੈਂ ਇੱਕ ਤੁਹਾਨੂੰ ਦੱਸਾਂ, ਇਹ ਬ੍ਰਾਂਚਿਸ ਵਾਲਾ ਮੇਰਾ ਫੈਸਲਾ ਨਹੀਂ ਹੈ। ਅੱਛਾ ਜੀ। ਇਹ ਜਿਹੜੀਆਂ ਬ੍ਰਾਂਚਿਸ ਅਸੀਂ ਬਣਾ ਰਹੇ ਹਾਂ ਨਾ, ਇਹ ਬ੍ਰਾਂਚਿਸ ਦਾ ਮੇਰਾ ਫੈਸਲਾ ਨਹੀਂ ਹੈਗਾ, ਇਹ ਮੇਰੇ ਵਾਲਿਦ ਦਾ ਫੈਸਲਾ ਹੈ। ਅੱਛਾ, ਜਿਹੜਾ ਤੁਸੀਂ ਅੱਗੇ ਬ੍ਰਾਂਚਾਂ ਦੇ ਰਹੇ ਹੋ, ਤੁਹਾਡੇ ਵਾਲਿਦ ਸਾਹਿਬ ਬਣਾ ਕੇ ਦੇ ਰਹੇ ਆ? ਇਹ ਮੇਰੇ ਵਾਲਿਦ ਸਾਹਿਬ ਨੇ ਬ੍ਰਾਂਚਿਸ ਵਾਲਾ ਨਿਜ਼ਾਮ ਬਣਾਇਆ ਕਿ ਵਾਲਿਦ ਲਈ ਸਾਰੀ ਔਲਾਦ ਜਿਹੜੀ ਹੈ ਨਾ, ਉਹ ਬਰਾਬਰ ਹੁੰਦੀ। ਜਿਹੜੀ ਔਲਾਦ ਹੁੰਦੀ ਹੈ ਨਾ, ਉਹ ਤਕਸੀਮ ਕਰ ਸਕਦੀ, ਉਹ ਆਪਣੇ ਢਿੱਡ ਤੇ ਹੱਥ ਫੇਰ ਸਕਦੀ। ਲੇਕਿਨ ਜਿਹੜਾ ਵਾਲਿਦ ਹੁੰਦਾ ਨਾ, ਉਹ ਪੂਰੇ ਬੱਚਿਆਂ ਨੂੰ ਬਰਾਬਰ ਰੱਖਦਾ। ਮੇਰੇ ਵੱਡੇ ਭਾਈ ਦੇ ਕੋਲ ਤੁਹਾਨੂੰ ਪਤਾ ਇਸ ਟਾਈਮ 3 ਬ੍ਰਾਂਚਿਸ ਨੇ ਜੀ। ਇੱਕ ਜਲੀਲ ਗਾਰਡਨ ਹੈ, ਇੱਕ ਤਰਨੌਲ ਹੈ, ਤੇ ਇੱਕ ਮੁਲਤਾਨ। ਅੱਛਾ, ਉਹ ਤਿੰਨੇ ਬ੍ਰਾਂਚਾਂ ਖੁਦ ਹੀ ਦੇਖ ਰਹੇ ਨੇ? ਉਹ ਖੁਦ ਦੇਖ ਰਹੇ ਆ। ਉਹਨਾਂ ਨੇ ਕੋਈ ਅੱਗੇ ਬੰਦੇ ਹਾਇਰ ਕੀਤੇ ਨੇ। ਸਾਡੇ ਮੇਰੇ ਕੋਲ ਸ਼ਾਹਕੋਟ ਮੇਨ ਬ੍ਰਾਂਚ ਸੀ, ਠੀਕ ਹੈ। ਮੇਰੇ ਵਾਲਿਦ ਸਾਹਿਬ ਮੇਰੇ ਨਾਲ ਹੁੰਦੇ। ਛੋਟੇ ਭਾਈ ਹਜੇ ਟ੍ਰੇਨਡ ਹੋ ਰਹੇ ਸੀ, ਹਜੇ ਟ੍ਰੇਨਡ ਨਹੀਂ ਆਏ, ਹਜੇ ਬੱਚੇ ਨੇ ਨਾ। ਹੁਣ ਉਹਨਾਂ ਦੀ ਉਮਰ ਹੋ ਗਈ ਹੈ 22 23 ਸਾਲ ਨਾ। ਹੁਣ ਉਹ ਟ੍ਰੇਨਡ ਹੋ ਚੁੱਕੇ ਆ, ਤੇ ਹੁਣ ਟ੍ਰੇਨਡ ਹੋਏ ਆ, ਤੇ ਉਹਨਾਂ ਨੂੰ ਵੀ ਤਾਂ ਕਿਸੇ ਪਾਸੇ ਲਾਉਣਾ। ਉਹਨਾਂ ਕੋਲ ਸਰਵਿਸਿਜ਼ ਨਹੀਂ ਲੈਣੀਆਂ ਵੀ ਤੁਸੀਂ ਲੋਕਾਂ ਦੀ ਖਿਦਮਤ ਕਰੋ। ਹੁਨਰ ਤੇ ਆ ਗਿਆ, ਤੇ ਕਿਉਂ ਅਸੀਂ ਲੋਕਾਂ ਨੂੰ ਬ੍ਰਾਂਚਾਂ ਦਈਏ? ਖੁਦ ਬੈਠੋ। ਇਹ ਸਾਡੇ ਵਾਲਿਦ ਸਾਹਿਬ ਦੀ ਗੱਲ ਹੈ ਕਿ ਲੋਕਾਂ ਨੂੰ ਬ੍ਰਾਂਚਿਸ ਦੇਣ ਨਾਲੋਂ ਬਿਹਤਰ ਹੈ ਕਿ ਲੋਕ ਉੱਥੇ ਕੋਈ ਕੰਮ ਪਾ ਦੇਣ। ਬਦਨਾਮ ਡੋਗਰ ਮੋਟਰ ਹੋਣਾ ਹੈ। ਬਦਨਾਮ ਜਲੀਲ ਗਾਰਡਨ ਨੇ ਨਹੀਂ ਹੋਣਾ, ਜਾਂ ਸ਼ਾਹਕੋਟ ਨੇ ਨਹੀਂ ਹੋਣਾ, ਡੋਗਰ ਮੋਟਰ ਨੇ ਬਦਨਾਮ ਹੋਣਾ। ਸ਼ਹਜ਼ਾਦ ਡੋਗਰ ਨੇ ਬਦਨਾਮ ਨਹੀਂ ਹੋਣਾ, ਅਲੀ ਰਜ਼ਾ ਡੋਗਰ ਬਦਨਾਮ ਨਹੀਂ ਹੋਣਾ। ਇਹ ਡੋਗਰ ਮੋਟਰ ਨੇ ਬਦਨਾਮ ਹੋਣਾ। ਤੇ ਡੋਗਰ ਮੋਟਰ 'ਚ ਜਿੰਨੇ ਡੋਗਰ ਨੇ ਨਾ, ਉਹਨਾਂ ਸਾਰਿਆਂ ਬਦਨਾਮ ਹੋਣਾ। ਇਹ ਮੇਰੇ ਵਾਲਿਦ ਸਾਹਿਬ ਨੇ ਜਦੋਂ ਸੋਚੀ ਨਾ, ਤੇ ਉਹਨਾਂ ਨੇ ਕਿਹਾ ਜੇ ਬ੍ਰਾਂਚਿਸ ਬਣਾਉਣੀਆਂ ਹੀ ਨੇ ਤੇ ਮੈਂ ਆਪਣੇ ਪੁੱਤਰਾਂ ਨੂੰ ਬਣਾ ਕੇ ਦਿਆਂਗਾ, ਆਪਣੀ ਨਿਗਰਾਨੀ 'ਚ ਬਣਾ ਕੇ ਦਿਆਂਗਾ। ਮੈਂ ਇਹਨਾਂ ਤੇ ਫੇਰਾ ਮਾਰਨਾ ਪੂਰਾ, ਤੇ ਮੈਂ ਇਹਨਾਂ ਦਾ 100 ਸਾਲ ਦਾ ਗਰੰਟਡ ਹਾਂ। ਜਿੰਨੀ ਦੇਰ ਮੇਰੀ ਜ਼ਿੰਦਗੀ, ਅਗਰ ਇਹ ਤੁਹਾਡੇ ਨਾਲ ਕੋਈ 19 ਵੀ ਕਰ ਦੇਣ ਤੇ ਮੇਰੇ ਕੋਲ ਆਣ ਕੇ ਪੈਸੇ ਲੈ ਲੈਣਾ ਪੂਰੇ। ਮੈਂ ਸ਼ਾਹਕੋਟ ਮੇਨ ਬ੍ਰਾਂਚ ਤੇ 24 ਘੰਟੇ ਮੌਜੂਦ ਹੁੰਦਾ। ਤੇ ਮੇਰੇ ਵਾਲਿਦ ਨੇ ਬਾਂਹ ਖੜੀ ਕਰਕੇ ਵੀਡੀਓ ਬਣਾ ਕੇ ਦੱਸਿਆ ਲੋਕਾਂ ਨੂੰ। ਜਿਹੜੀ ਮੰਡੀ ਬਹਾਵਲਦੀਨ ਬਣਾਈ, ਛੋਟੇ
ਫਰਾਦ ਨੂੰ ਬਣਾ ਕੇ ਦਿੱਤੀ। ਜਿਹੜੀ ਫੈਸਲਾਬਾਦ ਬਣਾਈ ਉਹ ਕਿਉਂਕਿ ਵੱਡਾ ਸ਼ਹਿਰ ਹੈ, ਇੱਥੇ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ, ਇਹ ਮੈਨੂੰ ਦਿੱਤੀ। ਤੁਸੀਂ ਖੁਦ ਡੀਲ ਕਰ ਰਹੇ ਹੋ? ਮੈਂ ਖੁਦ ਡੀਲ ਕਰਾਂ। ਅੱਛਾ, ਇਹ 'ਚ ਤੁਸੀਂ ਖੁਦ ਡੀਲ ਕਰ ਰਹੇ ਹੋ, ਤੁਹਾਡਾ ਕੋਈ ਪਾਰਟਨਰ ਨਹੀਂ ਜਾਂ ਤੁਸੀਂ 100% ਪਾਰਟਨਰ ਹੋ? 100% ਮੈਂ ਪਾਰਟਨਰ ਨਹੀਂ, ਕਿਉਂਕਿ ਜਿਹੜਾ ਸਾਡਾ ਇਹ ਕਾਰ ਮੇਲੇ ਦਾ ਕੰਮ ਹੈ ਨਾ ਬੜਾ ਵੱਡਾ ਹੈ। ਜਿੰਨਾ ਕਹਿ ਲਓ ਸਾਡਾ 60 ਇੱਥੇ ਟੀਮ ਮੈਂਬਰ ਜੇ, 60 ਬੰਦਾ ਨਿਲਾਮੀ ਕਰਨ ਵਾਲਾ ਹੈ। ਇਹ ਫੈਸਲਾਬਾਦ ਵਿੱਚ ਜਾਂ ਟੋਟਲ? ਫੈਸਲਾਬਾਦ। ਅੱਛਾ, ਫੈਸਲਾਬਾਦ ਜਿਹਦੇ ਚੋਂ 30 ਰਜਿਸਟਰਡ ਹੋ ਗਏ ਨੇ ਤੇ 30 ਰਹਿ ਗਏ ਨੇ। ਇਹ ਫੈਸਲਾਬਾਦ ਤੁਸੀਂ ਕਿਦੋਂ ਕੰਮ ਸਟਾਰਟ ਕੀਤਾ ਹੈ? ਅਸੀਂ ਫੈਸਲਾਬਾਦ ਦਾ 31 ਅਗਸਤ ਵਾਲੇ ਦਿਨ ਇਫਤਤਾਹ ਕੀਤਾ, ਯਾਨੀ ਕਿ 2 ਦਿਨ ਪਹਿਲੇ। 2 ਦਿਨ ਪਹਿਲੇ। ਤੇ ਮਾਸ਼ਾਅੱਲਾ ਕਿੰਨੀ ਗੱਡੀਆਂ ਪਹਿਲੇ ਆਕਸ਼ਨ? ਮਾਸ਼ਾਅੱਲਾ ਪਹਿਲੀ ਨਿਲਾਮੀ ਦੇ ਵਿੱਚ ਹੀ ਸਾਡੀ 50+ ਡੀਲ ਸੀ, ਯਾਨੀ ਕਿ ਬੋਨੀ ਕਰ ਚੁੱਕੇ ਹੋ 2 ਘੰਟਿਆਂ ਦੇ ਵਿੱਚ। ਅੱਛਾ ਜੀ, ਮਾਸ਼ਾਅੱਲਾ। ਇਹ 2 ਘੰਟਿਆਂ ਦੇ ਵਿੱਚ 50+ ਗੱਡੀ ਵਿੱਚ ਆਵਾਮ ਨੇ ਤੁਹਾਨੂੰ ਪਿਆਰ ਪੂਰਾ ਦਿੱਤਾ ਫੈਸਲਾਬਾਦ। ਔਰ ਇਹ ਟਾਈਮਿੰਗਸ ਕੀ ਸੀ, ਅਸੀਂ ਓਪਨਿੰਗ ਤੇ ਲੇਟ ਪਹੁੰਚੇ ਥੋੜਾ ਜਿਹਾ ਨਾ, 6 ਵਜੇ ਅਸੀਂ ਪਹੁੰਚੇ ਤੇ ਸਟੇਜ ਤੇ ਤਕਰੀਰ ਵਗੈਰਾ ਕਰਦੇ ਆ, ਲੋਕਾਂ ਨੂੰ ਅਨਾਉਂਸਮੈਂਟ ਕਰਦੇ ਆ, ਦਸਾਣ ਦੇ ਵਿੱਚ ਲੇਟ ਹੋ ਗਏ। 7 ਵਜੇ ਅਸੀਂ ਨਿਲਾਮੀ ਸ਼ੁਰੂ 8 ਵਜੇ ਕੀਤੀ ਤੇ 10-11 ਵਜੇ ਤੱਕ ਨਿਲਾਮੀ ਚੱਲੀ। ਤੇ ਤੁਸੀਂ ਅੰਦਾਜ਼ਾ ਕਰ ਲਓ ਕਿ ਜੇ ਅਸੀਂ 12 ਵਜੇ ਦੁਪਹਿਰ ਨੂੰ ਸਟਾਰਟ ਕਰਦੇ ਨਾ ਨਿਲਾਮੀ ਤੇ ਮੇਰੇ ਖਿਆਲ ਨਾਲ 100+ ਡੀਲਾਂ ਸੀ। ਅੱਛਾ ਜੀ। ਹਾਂ। ਅੱਛਾ ਅਲੀ ਭਾਈ, ਆਪਣੀ ਆਡੀਅנס ਨੂੰ ਇਹ ਦੱਸੋ, ਬਹੁਤ ਸਾਰੇ ਆਡੀਅנס ਦੇ ਸਵਾਲ ਹੋਣੇ ਪਹਿਲੇ, ਰਜ਼ਾ ਭਾਈ ਦੀ ਉਮਰ ਕਿੰਨੀ ਆ, ਕਿੰਨਾ ਪੜ੍ਹੇ ਆ, ਥੋੜਾ ਇਹਦੇ ਬਾਰੇ ਕੁਇਕਲੀ ਦੱਸੋ। ਮੇਰੀ ਉਮਰ ਨਾ, ਕਈ ਮੇਰੇ ਯਾਰ ਬੇਲੀ ਦੋਸਤ ਜਿਹੜੇ ਨਾ ਉਹ ਮੇਰੇ ਤੇ ਯਕੀਨ ਨਹੀਂ ਕਰਦੇ, ਕਿਉਂਕਿ ਮੇਰਾ ਐਕਸਪੀਰੀਅੰਸ ਵੇਖ ਕੇ, ਮੇਰਾ ਤਜਰਬਾ ਵੇਖ ਕੇ ਨਾ ਉਹ ਆਉਂਦੇ ਨੇ ਤੁਸੀਂ ਤੇ 35-40 ਸਾਲ ਦੇ ਹੋ। ਅੱਛਾ ਜੀ। ਲੇਕਿਨ ਮੇਰੀ 98 ਦੀ ਪੈਦਾਇਸ਼। 98 ਯਾਨੀ ਕਿ 27 ਸਾਲ ਦੇ ਹੋ। 25 ਦਸੰਬਰ ਤੇ 1998। ਚਲੀ ਭਾਈ, ਜ਼ਿੰਦਗੀ 'ਚ ਸਭ ਤੋਂ ਵੱਡੀ ਕਿਹੜੀ ਮੁਸ਼ਕਿਲ ਦੇਖੀ ਹੋਈ ਜਿਹਨੇ ਤੁਹਾਨੂੰ ਬਦਲਿਆ ਹੋਵੇ ਵੀ ਨਹੀਂ ਯਾਰ ਹੁਣ ਮੈਂ ਕੁਝ ਕਰਨਾ? ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਮੁਸ਼ਕਿਲ ਮੈਂ ਕਿਹੜਾ ਦੇਖਿਆ ਤੁਸੀਂ? ਮੁਸ਼ਕਿਲ ਕੋਈ ਵੀ ਨਹੀਂ ਦੇਖਿਆ। ਛੋਟੇ ਹੁੰਦੇ ਸੀ ਤੇ ਖੇਡਣ ਨਹੀਂ ਦਿੱਤਾ, ਘਰਦਿਆਂ ਆਖਿਆ ਕੰਮ ਦੇ ਵਿੱਚ ਹੀ ਲੱਗੇ ਰਹੋ, ਜਿਹੜਾ ਕੰਮ ਹੈਗਾ ਨਾ ਸ਼ੁਰੂ ਕੀਤਾ ਵੱਡੇ ਭਰਾ ਨੇ ਤੇ ਵਾਲਦ ਨੇ, ਉਹਨਾਂ ਦੇ ਨਾਲ ਜੁੜ ਕੇ ਰਹਿਣਾ। ਜੇ ਉਹ 6 ਵਜੇ ਉੱਠਦੇ ਨੇ ਤੇ ਤੁਸੀਂ ਵੀ 6 ਵਜੇ ਉੱਠ ਕੇ ਕੰਮ ਤੇ ਜਾਣਾ। ਤੇ ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਸਕੂਲ ਜਾ। ਮੈਂ ਆਪਣੀ ਮੈਂ ਘਰਦਿਆਂ ਨੂੰ ਇਹ ਵੀ ਨਹੀਂ ਕਿਹਾ ਕਿ ਇਹ ਸਾਡਾ ਬਿਜ਼ਨਸ ਹੈ ਤੇ ਮੈਂ ਹੁਣ ਸਿਰਫ ਪੜ੍ਹਨਾ ਹੀ ਹੈ, ਮੈਂ ਬਿਜ਼ਨਸ ਨਹੀਂ ਕਰਨਾ। ਮੈਂ ਤੁਹਾਨੂੰ ਦੱਸਾਂ ਕਿ ਮੈਂ 2015 ਦੇ ਵਿੱਚ ਮੈਟ੍ਰਿਕ ਕੀਤਾ। ਮੈਂ 10-11 ਵਜੇ ਤੱਕ ਆਪਣਾ ਸ਼ੋਰੂਮ ਡੀਲ ਕਰਦਾ ਸੀ। ਸਵੇਰ 6 ਵਜੇ ਉੱਠ ਕੇ ਭਾਈ ਦੇ ਨਾਲ, ਭਾਈ ਸ਼ਹਜ਼ਾਦ ਦੇ ਨਾਲ ਉੱਠਣਾ, ਛੋਟੇ ਵੈਸ ਨੇ ਵੀ ਉੱਠਣਾ, ਫਰਾਜ਼ ਨਿੱਕਾ ਸੀ ਬਹੁਤਾ ਸੁੱਤਾ ਰਹਿੰਦਾ ਸੀ। ਅਸੀਂ ਉੱਠ ਕੇ ਆਪਣਾ ਕੰਮ ਕਰਨਾ, ਰੈਂਟ ਤੋਂ ਜਿਹੜੀਆਂ ਗੱਡੀਆਂ ਆਈਆਂ ਹੋਣੀਆਂ ਉਹ ਸਿੱਧੀਆਂ ਪੰਦਰੀਆਂ ਕਰਨੀਆਂ, ਫਿਰ ਰੈਂਟ ਤੇ ਦੇਣੀਆਂ, ਤੇ ਰਾਤ ਨੂੰ ਉਹ 10-11 ਵਜੇ ਆਉਣੀਆਂ, 12 ਵਜੇ 2 ਵਜੇ ਉੱਠ ਕੇ ਉਹ ਲੈਣੀਆਂ ਵੀ। ਮੈਂ 11 ਵਜੇ ਮੈਂ ਕਾਲਜ, ਉਸ ਤੋਂ ਬਾਅਦ ਮੈਟ੍ਰਿਕ ਤੋਂ ਬਾਅਦ ਕਾਲਜ ਸੀ, ਡਿਗਰੀ ਕਾਲਜ ਮੈਂ ਪੜ੍ਹਿਆ, ਤੇ ਮੈਂ 11 ਵਜੇ ਜਾਂਦਾ ਰਿਹਾ ਤੇ ਉਸਤਾਦਾਂ ਨੂੰ ਮੈਂ ਐਕਸਕਿਊਜ਼ ਕਰਦਾ ਸੀ ਜਾ ਕੇ ਵੀ ਮੈਂ ਨਾ ਥੋੜਾ ਲੇਟ ਹੋ ਜਾਣਾ, ਕੰਮ ਨਹੀਂ ਪਿੱਛੋਂ ਸਰਦਾ ਨਾ। ਤੇ ਮੈਂ ਪੜ੍ਹਨ ਦਾ ਵੀ, ਮੈਂ ਸ਼ੁਰੂ ਤੋਂ ਇੰਟੈਲੀਜੈਂਟ ਰਿਹਾ ਪੜ੍ਹਾਈ ਦੇ ਵਿੱਚ ਵੀ, ਤੇ ਮੈਂ ਪੜ੍ਹਾਈ ਨਹੀਂ ਛੱਡਿਆ। ਹਾਲਾਂਕਿ ਮੈਨੂੰ ਘਰ ਦੇ ਕਿਸੇ ਨੇ ਨਹੀਂ ਕਿਹਾ ਵੀ ਪੜ੍ਹ, ਪਰ ਮੇਰਾ ਆਪਣਾ ਜ਼ਿਹਨ ਸੀ ਕਿ ਪੜ੍ਹਨਾ ਜ਼ਰੂਰ ਹੈ। ਮੈਂ 11ਵੀਂ 12ਵੀਂ ਕੀਤੀ। ਫਿਰ ਉੱਥੇ ਮੈਂ ਜਦੋਂ ਸਕੂਲੋਂ ਕਾਲਜ 'ਚੋਂ ਆਉਣਾ ਤੇ ਮੈਂ ਆ ਕੇ ਮੇਰੇ 5 ਤੋਂ 7 ਸ਼ਾਗਿਰਦ ਬੈਠੇ ਹੁੰਦੇ ਸੀ ਡਰਾਈਵਿੰਗ ਸਕੂਲ 'ਚ। ਮੈਂ ਹਫਤੇ ਦੇ ਵਿੱਚ ਟ੍ਰੇਨ ਕਰ ਦਿੰਦਾ ਸੀ ਬੰਦਾ, 7000 ਰੁਪਏ ਉਹਨਾਂ ਦੇ ਕੋਲੋਂ ਲੈਣਾ। ਅੱਛਾ, ਯਾਨੀ ਕਿ ਇਹ ਵੀ ਬਿਜ਼ਨਸ ਕਰਦੇ ਰਹੇ ਡਰਾਈਵਿੰਗ ਸਕੂਲ? ਅੱਛਾ, ਲਾ ਲਓ ਕਿ ਮੈਂ ਮਹੀਨੇ ਦਾ 1.5 ਲੱਖ ਰੁਪਏ ਉਦੋਂ ਵੀ ਕਮਾਉਂਦਾ ਸੀ। ਇਹ ਕਿਹੜੇ ਸਾਲ ਦੀ ਗੱਲ ਹੈ? 2016-17 ਦੀ। 2016-17। ਅੱਛਾ ਅਲੀ ਭਾਈ, ਜ਼ਿੰਦਗੀ 'ਚ ਕੋਈ ਐਸਾ ਲਮਾ ਆਇਆ ਹੋਵੇ ਜਦੋਂ ਦਿਲ ਕੀਤਾ ਨਹੀਂ ਯਾਰ ਛੱਡੋ ਸਾਰਾ ਕੁਝ, ਇੱਕ ਚੁੱਪ ਕਰਕੇ ਸਾਈਡ ਤੇ ਬੈਠੋ? ਕਦੀ ਵੀ ਨਹੀਂ ਆਇਆ। ਕਦੀ ਵੀ ਨਹੀਂ ਆਇਆ? ਤੇ ਮਾਂ ਪਿਓ ਨੇ ਆਉਣ ਹੀ ਨਹੀਂ ਦਿੱਤਾ। ਸ਼ੁਕਰ ਅਲਹਮਦੁਲਿਲਾ, ਜਿੰਨੀ ਜ਼ਿੰਦਗੀ ਗੁਜ਼ਾਰ ਲਈ ਹੈ, ਮਤਲਬ 26-27 ਸਾਲ ਉਮਰ ਹੋ ਗਈ, ਤੇ 26-27 ਸਾਲ ਦੇ ਵਿੱਚ ਸ਼ੁਕਰ ਅਲਹਮਦੁਲਿਲਾ ਕਿ ਅੱਲਾ ਨੇ ਅਰੂਜ ਹੀ ਦਿੱਤਾ ਤੇ ਅੱਲਾ ਇੰਝ ਹੀ ਰੱਖੇ। ਕੋਸ਼ਿਸ਼ ਇਹ ਹੀ ਹੈ ਕਿ ਖਿਦਮਤ ਕਰੀਏ ਲੋਕਾਂ ਦੀ। ਅੱਛਾ, ਹੁਣ ਤੱਕ ਤੁਹਾਡੀ ਜ਼ਿੰਦਗੀ 'ਚ ਕੋਈ ਐਸਾ ਨੁਕਸਾਨ ਹੋਇਆ ਹੋਵੇ ਜਾਂ ਕੋਈ ਤੁਸੀਂ ਐਸਾ ਨੁਕਸਾਨ ਕੀਤਾ ਹੋਵੇ ਜਿਹੜੇ ਬਾਰੇ ਤੁਹਾਨੂੰ ਪਛਤਾਵਾ ਹੋਵੇ ਵੀ ਨਹੀਂ ਯਾਰ ਉਹ ਮੈਂ ਜਾਣਬੁੱਝ ਕੇ ਨੁਕਸਾਨ ਕੀਤਾ ਜਾਂ ਅਣਜਾਣੇ 'ਚ ਹੋ ਗਿਆ? ਬਿਲਕੁਲ, ਮੈਂ ਨੁਕਸਾਨ ਅੱਜ ਤੱਕ ਕਿਉਂ ਨਹੀਂ ਹੋ ਸਕਿਆ, ਨੁਕਸਾਨ ਨਹੀਂ ਅੱਜ ਤੱਕ ਕੀਤਾ। ਅੱਛਾ ਜੀ। ਹਾਂ, ਗੱਡੀਆਂ ਦਾ ਕੰਮ ਬੜਾ ਕੀਤਾ ਔਰ ਖੁਦ ਐਕਸਪੀਰੀਅੰਸ ਲਿਆ। ਹਾਲਾਂਕਿ ਮੈਂ ਭਾਈ ਕੋਲੋਂ ਵੀ ਐਕਸਪੀਰੀਅੰਸ ਲੈ ਸਕਦਾ ਸੀ, ਵੱਡੇ ਭਾਈ ਕੋਲੋਂ, ਲੇਕਿਨ ਨਹੀਂ। ਜਦੋਂ ਮੇਰੇ ਤੇ ਪਈ ਸੀ ਨਾ, ਇਹ ਅੱਜ ਤੋਂ 5 ਸਾਲ ਪਹਿਲੇ ਦੀ ਗੱਲ ਹੈ ਕਿ ਭਾਈ ਨੇ ਕਿਹਾ ਕਿ ਹੁਣ ਤੁਹਾਡੇ ਤੇ ਜ਼ਿੰਮੇਵਾਰੀ ਪੈਣੀ ਚਾਹੀਦੀ ਹੈ, ਆਪਾਂ ਪੈਸੇ ਵੰਡ ਲੈਂਦੇ ਹਾਂ। ਬਿਜ਼ਨਸ ਨਾ
ਡਿਸਟ੍ਰੀਬਿਊਟ ਕਰ ਲੈਂਦੇ ਆ, ਤੁਸੀਂ ਵੀ ਕੰਮ ਕਰੋ ਤੇ ਮੈਂ ਵੀ ਕਰਨਾ। ਅੱਛਾ, ਤੇ ਦੋਵੇਂ ਜ਼ਰਾ ਵੇਖੀਏ। ਹਾਂ, ਮੈਂ ਕਿਹਾ ਲਓ ਠੀਕ, ਸਾਡੇ ਵਾਲਦ ਨੇ ਆਖਿਆ ਕੋਈ ਗੱਲ ਨਹੀਂ ਕਰੋ। ਭਾਈ ਸੈਪਰੇਟ ਕਰਨ ਲੱਗ ਪਏ, ਲੇਕਿਨ ਘਰ ਇੱਕ ਹੀ, ਖਾਣ ਪੀਣ ਇੱਕ ਹੀ। ਕਾਰੋਬਾਰ ਤੁਹਾਡੇ ਲੈਦਾ ਕਾਰੋਬਾਰ 5 ਸਾਲ ਪਹਿਲਾਂ ਹੀ ਲੈਦਾ ਹੋ ਗਏ ਸਨ ਸਾਡੇ। ਅੱਛਾ, ਯਾਨੀ ਕਿ ਤੁਸੀਂ ਕਹਿ ਰਹੇ ਹੋ ਵੀ ਘਰ-ਬਾਰ ਇੱਕ ਹੀ ਹੈ, ਘਰ-ਬਾਰ ਇੱਕ ਹੀ ਹੈ, ਖਾਣ ਪੀਣ ਇੱਕ ਹੀ ਹੈ, ਲੇਕਿਨ ਕਾਰੋਬਾਰ ਲੈਦਾ ਖੁਸ਼ੀ ਗਮੀ ਇੱਕ ਹੀ ਹੈ। ਕਾਰੋਬਾਰ 5 ਸਾਲ ਪਹਿਲੇ ਦੇ ਸਾਡੇ ਲੈਦਾ ਨੇ, ਉਦੋਂ ਹਜੇ ਨਿਲਾਮੀ ਵੀ ਸ਼ੁਰੂ ਨਹੀਂ ਹੋਈ। ਅੱਛਾ, ਜਿਹੜੇ ਅਲ ਜਲੀਲ ਗਾਰਡਨ ਤੁਹਾਡੇ ਵੱਡੇ ਭਾਈ ਕਰਦੇ ਨੇ, ਉਹਨਾਂ ਦਾ ਕਾਰੋਬਾਰ ਲੈਦਾ ਹੈ, ਉਹਨਾਂ ਦਾ ਉਹ ਚ ਨਫਾ ਹੈ ਨੁਕਸਾਨ ਹੈ ਉਹ ਜ਼ਿੰਮੇਵਾਰ ਹੈ। ਜਿਹੜੇ ਸ਼ਾਗਰ ਤੁਸੀਂ ਕੰਮ ਕਰਦੇ ਹੋ ਚ ਨਫਾ ਹੈ ਨੁਕਸਾਨ ਹੈ ਤੁਸੀਂ ਜ਼ਿੰਮੇਵਾਰ। ਉਂਝ ਕੋਈ ਘਾਟਾ ਵਾਧਾ ਤੇ ਉਹਦੇ ਨਾਲ ਅਸੀਂ ਮਿੰਟੋ ਪਹਿਲੇ ਖਲੋਤੇ ਹਾਂ ਵੱਡੇ ਭਰਾ ਦੇ। ਅਲੀ ਭਾਈ, ਹੁਣ ਤੱਕ ਸਭ ਤੋਂ ਜ਼ਿਆਦਾ ਗੱਡੀਆਂ ਕਿੰਨੀਆਂ ਵੇਚੀਆਂ? ਇੱਕ ਦਿਨ ਸਭ ਤੋਂ ਜ਼ਿਆਦਾ ਕਿੰਨਾ ਮੁਨਾਫਾ ਕਮਾਇਆ? ਸ਼ੁਕਰ ਅਲਹਮਦੁਲਿਲਾ। ਮੁਨਾਫਾ ਤੇ ਤੁਹਾਨੂੰ ਪਤਾ ਹੀ ਕਿ ਅਸੀਂ 15,000 ਰੁਪਏ ਕਮਿਸ਼ਨ ਲੈਂਦੇ, ਇੱਕ ਸਾਈਡ ਤੋਂ 15 ਦੂਸਰੀ ਸਾਈਡ ਤੋਂ ਲੈਂਦੇ, 30,000 ਰੁਪਏ ਕਮਿਸ਼ਨ ਹੋ ਗਈ। 10,000 ਰੁਪਏ ਡੀਲਰ ਨੂੰ ਚਲੀ ਜਾਂਦੀ ਜਿਹੜਾ ਉੱਥੇ ਨਿਲਾਮੀ ਕਰਾਉਂਦਾ। ਅੱਛਾ, 10,000 ਰੁਪਏ ਵਿੱਚੋਂ ਸਾਰੇ ਪੈਸੇ ਤੁਹਾਡੇ ਨਹੀਂ ਹੁੰਦੇ? ਨਹੀਂ ਹੁੰਦੇ, 10,000 ਡੀਲਰ ਨੂੰ ਵਿੱਚੋਂ ਚਲਾ ਜਾਂਦਾ। ਠੀਕ ਹੈ, ਇਹਦੀ ਕੀ ਵਜ੍ਹਾ? ਅਗਰ ਕੋਈ ਸ਼ੋਰੂਮ ਵਾਲਾ ਬੰਦਾ ਆ ਗਿਆ ਗੱਡੀ ਲੈ ਕੇ, ਜ਼ਾਹਰੀ ਗੱਲ ਹੈ ਕਾਰ ਮੇਲੇ ਦੇ ਵਿੱਚ ਜ਼ਿਆਦਾ ਤੇ ਗੱਡੀਆਂ ਡੀਲਰ ਹੀ ਲੈ ਕੇ ਆਉਂਦੇ ਨੇ, ਜਾਂ ਡਾਇਰੈਕਟ ਕਲਾਇੰਟ ਵੀ ਆਉਂਦੇ ਨੇ, ਤੇ ਫਿਰ ਡੀਲਰ ਨੂੰ ਵੀ ਵਿੱਚੋਂ 10,000 ਰੁਪਈਆ ਦੇਣਾ ਪੈਂਦਾ, ਪਿੱਛੇ ਵੱਜ ਜਾਂਦਾ 10,000 ਰੁਪਈਆ। ਉਹਦੇ ਵਿੱਚੋਂ ਸਾਡਾ ਜਿਹੜਾ ਅੰਦਰ ਕਾਊਂਟਰ ਤੇ ਬੰਦੇ ਬੈਠੇ ਨਾ ਐਕਸਾਈਜ਼ ਦੇ ਰਿਲੇਟਡ, ਉਹਨਾਂ ਨੂੰ 1,000 ਰੁਪਈਆ ਜਾਂਦਾ। ਅੱਛਾ, ਤੁਹਾਡੇ ਇੱਕ ਸਵਾਲ ਪੁੱਛਣਾ ਹੈ, ਤੁਸੀਂ ਉਹਨੇ ਕਿਹਾ ਵੀ ਡੀਲਰ 10,000 ਰੁਪਇਆ ਦਿੰਦੇ ਆ, ਜਿਹੜੀ ਤੱਕ ਗੱਡੀਆਂ ਆਉਂਦੀਆਂ ਆਕਸ਼ਨ ਵਿੱਚ, ਇਹ ਡੀਲਰ ਲੈ ਕੇ ਆਉਂਦੇ ਆ ਜਾਂ ਆਮ ਆਦਮੀ ਲੈ ਕੇ ਆਉਂਦਾ? ਡੀਲਰ ਆ, ਥੋੜਾ ਦੱਸੋ ਵੀ ਆਵਾਮ ਨੂੰ ਵੀ ਡੀਲਰ ਇਹਦੇ ਵਿੱਚ ਕੀ ਕਰਦਾ? ਡੀਲਰ ਘੱਟ ਹੁੰਦੇ ਆ ਸਾਡੇ ਕੋਲ, ਡੀਲਰ ਸਾਡੇ ਤੋਂ ਹਸਦ ਬਹੁਤ ਕਰਦੇ ਆ, ਕਿਉਂਕਿ ਡੀਲਰ 10,000 ਤੇ ਕਦੀ ਵੀ ਨਹੀਂ ਰਹਿੰਦਾ। ਡੀਲਰ ਚਾਹੁੰਦਾ ਹੈ ਮੈਂ ਇੱਕ ਗੱਡੀ ਦੇ ਵਿੱਚੋਂ ਘੱਟ ਤੋਂ ਘੱਟ ਲੱਖ ਰੁਪਏ ਦੀ ਟਾਪ ਲਾਵਾਂ, ਲੱਖ ਰੁਪਈਆ ਹਿਡਨ ਰੱਖਾਂ, ਉਹ ਜਿਵੇਂ ਵੀ ਕਰਕੇ ਟੋਪੀ ਘੁਮਾ ਕੇ ਬੰਦੇ ਦਾ ਜ਼ੇਨ ਘੁਮਾ ਕੇ ਮੈਂ ਪੈਸਾ ਲੱਖ ਰੁਪਈਆ ਕੱਢਣਾ ਹੈ ਇਸ ਗੱਡੀ 'ਚ। ਤੁਸੀਂ ਉਹਨੇ ਦੱਸਿਆ ਨਾ ਵੀ 10,000 ਰੁਪਏ ਡੀਲਰਾਂ ਨੂੰ ਦੇਈਦਾ। ਮੈਂ ਦੱਸਣਾ। ਅੱਛਾ, ਹੁਣ ਕੁਛ ਹੁਣ ਸਾਰੇ ਤੇ ਨਹੀਂ ਹਸਦ ਕਰਦੇ ਡੀਲਰ, ਕਈ ਵਿੱਚ ਮਾੜੇ ਡੀਲਰ ਵੀ ਹੁੰਦੇ ਆ। ਉਹ ਮਾੜਾ ਡੀਲਰ ਸਾਡੇ ਕੋਲ ਹੁੰਦਾ, ਯਾਨੀ ਕਿ ਜਿਹੜਾ ਮਾੜਾ ਡੀਲਰ ਆ, ਜਿਹਨੂੰ ਸਪੋਰਟ ਦੀ ਜ਼ਰੂਰਤ ਆ, ਇਮਾਨਦਾਰ ਰਵੇ, ਉਹ ਤੁਹਾਡਾ ਕੰਮ ਕਰ ਸਕਦਾ। ਉਹ ਕੰਮ ਕਰ ਸਕਦਾ। ਜਿਹੜਾ ਡੀਲਰ ਜਿਹੜਾ ਟੋਕਾ ਗਰੋਪੇ ਨਾ ਆ ਲੱਖ 2-2 ਲੱਖ ਦੀ ਟਾਪ ਲਾਉਣ ਵਾਲਾ, ਉਹਨੂੰ ਸਲਾਮ ਵੀ ਨਹੀਂ ਲੈਂਦੇ ਸਿੱਧੇ ਮੂੰਹ, ਇਸ ਲਈ ਉਹ ਨਹੀਂ ਆਉਂਦਾ ਸਾਡੇ। ਅੱਛਾ ਜੀ, ਡੀਲਰ ਨਹੀਂ ਆਉਂਦਾ। ਹੁਣ ਟੋਟਲੀ ਇਸ ਤਰ੍ਹਾਂ ਦਾ ਕੰਮ ਕਰ ਦਿੱਤਾ ਵੀ ਆਵੇ ਹੀ ਗਾਹਕ, ਅਸੀਂ ਐਲਾਨ ਕਰ ਦਿੰਦੇ ਹਾਂ। ਉਹ ਪਤਾ ਕੀ ਕਰਦਾ ਸੀ, ਉਹ ਆਉਂਦਾ ਸੀ ਮੈਨੂੰ ਵੀ ਦੱਸ, ਮੇਰਾ 50,000 ਰੱਖ ਲਿਓ। ਅੱਛਾ ਜੀ, ਅਸੀਂ ਆਖਿਆ ਅਸੀਂ ਕਿਵੇਂ 50,000 ਰੱਖੀਏ, ਅਸੀਂ ਸੌਦਾ ਹੀ ਆਮਣੇ ਸਾਹਮਣੇ ਕਰਾਉਂਦੇ, ਅਸੀਂ 50,000 ਕਿਵੇਂ ਰੱਖ ਲਈਏ ਵੀ ਤੇਰਾ, ਜਾ ਕਿਤੇ ਹੋਰ ਦਿਓ ਲੱਭ ਜਾ ਕੇ। ਯਾਨੀ ਕਿੱਥੇ ਆ ਕੇ ਦੋ ਦਮ ਮਿਲਾਉਂਦੇ ਸੋਚਦੇ ਆ, ਸਰ ਜੀ ਸਾਨੂੰ ਸਾਈਡ ਤੇ ਹੋ ਕੇ ਸਾਡੇ ਕੰਨ 'ਚ ਆਉਂਦੇ ਨੇ। ਅੱਛਾ ਜੀ, ਉਹ ਮੈਂ ਕਿਹਾ ਸਾਡਾ ਨਾਂ ਖਰਾਬ ਹੋਣਾ, ਅਸੀਂ ਨਹੀਂ ਇਹ ਕੰਮ ਕਰਨਾ, ਅਸੀਂ 15 ਹੀ ਲੈਣਾ ਹੀ 15 ਹੀ ਲੈਣਾ। ਹਾਂ, ਤੂੰ ਜੋ ਮਰਜ਼ੀ ਉਹਦੇ ਨਾਲ ਨਹੀਂ ਵੇਚਣੀ ਜਾ। ਮੈਂ ਕਿਹਾ ਤੂੰ ਉਹਦੇ ਕੋਲੋਂ ਗੱਡੀ ਲੈ ਆਇਆ ਨਾ ਤੇ ਕਾਗਜ਼ ਵੀ ਲੈ ਆਇਆ, ਤੇ ਜਿਵੇਂ ਮਰਜ਼ੀ ਕਰੀ ਜਾ ਉਹਦੇ ਨਾਲ, ਅਸੀਂ ਬਾਰੇ ਆਉਂਦੀ ਲੈ ਲਾਂਗੇ ਤੇਰੇ ਕੋਲੋਂ, ਲੇਕਿਨ ਇੰਜ ਨਹੀਂ ਕਿ ਤੂੰ ਸਾਡੇ ਕੋਲੋਂ 50,000 ਦੀ ਦਿਹਾੜੀ ਲਵਾ ਲਵੇਂ। ਅੱਛਾ ਅਲੀ ਭਾਈ, ਇਸ ਕਾਮਯਾਬੀ ਤੱਕ ਤੁਹਾਨੂੰ ਪਹੁੰਚਣ ਲਈ ਜ਼ਾਤੀ ਸੀਤ ਨਾਲ ਕਿਹੜੀ ਕੁਰਬਾਨੀ ਦੇਣੀ ਪਈ? ਕੁਰਬਾਨੀ ਇਹੀ ਦੇਣੀ ਪਈ ਕਿ ਮੈਂ ਬਚਪਨ ਨੂੰ ਏਡਾ ਇੰਜੋਏ ਨਹੀਂ ਕਰ ਸਕਿਆ, ਤੇ ਛੋਟੀ ਉਮਰ ਤੋਂ ਹੀ ਬਿਜ਼ਨਸ ਦੇ ਵਿੱਚ ਇਨ ਹੋ ਗਿਆ ਆਪਣੇ ਭਾਈ ਔਰ ਆਪਣੇ ਵਾਲਦ ਸਾਹਿਬ ਦੀ ਤਰਫੋਂ। ਤੇ ਉਹ ਮੈਂ ਫਿਰ ਨਾ ਉਹ ਜਿਹੜਾ ਬਚਪਨ ਵਾਲਾ ਏਡਾ, ਜਿੰਨੀ ਦੇਰ ਪਿੰਡ ਰਹੇ ਆ ਨਾ ਸੀ, ਜਦੋਂ ਸ਼ੋਰੂਮ ਨਹੀਂ ਹੁੰਦਾ ਉਦੋਂ ਮੈਂ ਖੇਡ ਖੁੱਡ ਲੈਂਦਾ ਸੀ, ਬਚਪਨ ਨੂੰ ਇੰਜੋਏ ਵੀ ਕਰ ਲੈਂਦਾ ਸੀ ਦੋਸਤਾਂ ਨਾਲ। ਲੇਕਿਨ ਜਦੋਂ ਦੇ ਫਿਰ ਸ਼ਹਿਰ ਆ ਗਏ ਨਾ ਨਨਕਾਣੇ ਤੇ ਸ਼ੋਰੂਮ ਬਣਾ ਲਿਆ, ਫਿਰ ਬਿਜ਼ੀ ਹੋ ਗਏ। ਅੱਛਾ, ਮਿਹਨਤ ਹਰ ਇਨਸਾਨ ਕਰਦਾ, ਹਰ ਬੰਦਾ ਮਿਹਨਤ ਕਰਦਾ ਵਾ, ਲੇਕਿਨ ਉਹਦਾ ਕੋਈ ਨਾ ਕੋਈ ਟਰਨਿੰਗ ਪੁਆਇੰਟ ਹੁੰਦਾ। ਤੁਹਾਡੀ ਜ਼ਿੰਦਗੀ ਦਾ ਕਿਹੜਾ ਐਸਾ ਲਮਹਾ ਆਇਆ ਜਿਹਨੇ ਤੁਹਾਡੀ ਮਿਹਨਤ ਨੂੰ ਕਾਮਯਾਬੀ 'ਚ ਬਦਲਿਆ? ਲਮਹਾ ਉਹ ਹੀ ਸੀ ਜਦੋਂ ਸਾਡੇ ਕਾਰੋਬਾਰ ਅਲੱਗਾ ਹੋਏ, ਮਤਲਬ ਕਿ ਕਾਰੋਬਾਰ ਇੱਕ ਹੀ ਸੀ, ਡੋਗਰ ਮੋਟਰ ਨਨਕਾਣਾ ਵਾਲੇ, ਲੇਕਿਨ ਜ਼ਿੰਮੇਦਾਰੀਆਂ ਅਲੱਗਾ ਹੋ ਗਈਆਂ। ਪਹਿਲੇ ਕੀ ਸੀ ਕਿ ਅਸੀਂ ਭਾਈ ਨੂੰ ਹੀ ਅੱਗੇ ਲਾਇਆ ਹੋਇਆ ਸੀ ਕਿ ਤੁਸੀਂ ਕਰਨਾ, ਅਸੀਂ ਤੁਹਾਡੇ ਪਿੱਛੇ, ਤੁਹਾਡੀ ਸਪੋਰਟ ਵਾਸਤੇ ਨਾ, ਸਾਡੇ ਕੋਲ ਕੋਈ ਕੰਮ ਲੈਣਾ, ਜਿੱਧਰ ਘਲਾਉਣਾ ਅਸੀਂ ਹਾਜ਼ਰ ਹਾਂ। ਲੇਕਿਨ ਉਹ ਫਿਰ ਭਾਈ ਨੇ ਜ਼ਰੂਰੀ ਸਮਝਿਆ ਕਿ ਇਹ ਬੱਚੇ ਨੇ ਅਜੇ, ਤੇ ਇਹਨਾਂ 'ਤੇ ਜ਼ਿੰਮੇਦਾਰੀ ਵੀ ਪੈਣੀ ਚਾਹੀਦੀ, ਫਿਰ ਇਹਨਾਂ ਰੈਗੂਲਰ ਹੋਣਾ। ਜ਼ਾਹਰੀ ਗੱਲ ਉਹਨਾਂ ਵੀ ਠੀਕ ਕੀਤਾ। ਉਹ ਪੈਸੇ ਵੰਡੇ ਗਏ ਸਾਡੇ, ਜਦੋਂ ਪੈਸੇ ਵੰਡੇ ਗਏ ਤੇ ਮੈਂ ਤੇ ਵਾਲਦ ਸਾਹਿਬ ਤੁਰ ਪਏ ਫਿਰ, ਤੇ ਛੋਟਾ ਭਾਈ ਵੈਸ ਭਾਈ ਅਲੱਗਾ ਤੁਰ ਪਿਆ, ਯਾਨੀ ਭਾਈ ਨਾਲ ਹੁੰਦੇ ਸੀ ਇਨਵੈਸਟਰਸ ਵਗੈਰਾ, ਅਸੀਂ ਇਕੱਲੇ ਹੀ ਤੁਰਦੇ ਸੀ ਜਿਹੜੇ ਸਾਡੇ ਕੋਲ ਪੈਸੇ ਹੈਗੇ ਸੀ। ਲੇਕਿਨ ਉਹ ਐਸਾ ਤੁਰੇ, ਐਸਾ ਕੰਮ ਕੀਤਾ, ਫਿਰ ਮੈਂ ਮਸ਼ਵਰਾ ਵੀ ਨਹੀਂ ਲੈਂਦਾ ਹੁੰਦਾ ਭਾਈ ਕੋਲੋਂ। ਅੱਛਾ, ਹਾਲਾਂਕਿ ਭਾਈ ਮੇਰਾ ਮੋਸਟ ਐਕਸਪਰਟ ਹੈ, ਬਹੁਤ ਐਕਸਪਰਟ ਹੈ, ਉਹਦਾ ਗੱਡੀਆਂ ਦੇ ਵਿੱਚ ਇੱਕ ਅੱਛਾ ਨਾਮ ਹੈ,
ਡੀਲਰਸ ਦੇ ਵਿੱਚ ਅੱਛਾ ਨਾਮ ਹੈ ਉਹਦਾ, ਲੇਕਿਨ ਮੈਂ ਮਸ਼ਵਰਾ ਨਹੀਂ ਸੀ ਉਹਦੇ ਕੋਲ ਲੈਂਦਾ। ਤੇ ਭਾਈ ਮੈਨੂੰ ਗੁੱਸੇ ਹੁੰਦਾ ਸੀ ਘਰ ਕਿ ਤੂੰ ਮੇਰੇ ਕੋਲ ਪੁੱਛਦਾ ਹੀ ਨਹੀਂ, ਇੰਨਾ ਤੂੰ ਸਿਆਣਾ ਹੋ ਗਿਆ ਹੁਣ, ਚੰਗਾ ਤੈਨੂੰ ਮੈਂ ਜ਼ਿੰਮੇਵਾਰੀ ਪਾਈ, ਤੂੰ ਮੈਨੂੰ ਪੁੱਛਣਾ ਹੀ ਗਿਆ। ਮੈਂ ਕਿਹਾ ਨਹੀਂ ਪੁੱਛਣਾ। ਕਿਉਂ ਨਹੀਂ ਪੁੱਛਣਾ? ਮੈਂ ਕਿਹਾ ਇਸ ਤੋਂ ਨਹੀਂ ਪੁੱਛਣਾ ਵੀ ਜੇ ਤੇਰੇ ਕੋਈ ਪੁੱਛਦਾ ਰਿਹਾ ਨਾ ਤੇ ਮੈਨੂੰ ਕੁਝ ਆਉਣਾ ਹੀ ਨਹੀਂ। ਬਿਲਕੁਲ, ਮੈਂ ਕਹਿਣਾ ਉਹ ਹੈ ਨਾ ਉਹਦੇ ਕੋਲ ਪੁੱਛ ਲੈਣਾ। ਇਸ ਲਈ ਮੈਂ ਕੀ ਕੀਤਾ ਕਿ ਮੈਂ ਖੁਦ ਨੂੰ ਇੰਨਾ ਟ੍ਰੇਨਡ ਕੀਤਾ, ਇੰਨੀ ਆਬਜ਼ਰਵੇਸ਼ਨ ਕੀਤੀ, ਕਾਗਜ਼ਾਂ ਨੂੰ ਏਡੀ ਬਰੀਕੀ ਨਾਲ ਵੇਖਿਆ, ਡੀਲਾਂ ਖੁਦ ਕੀਤੀਆਂ, ਗੱਡੀਆਂ ਖੁਦ ਲੱਭਣੀਆਂ, ਖੁਦ ਵੇਚਣੀਆਂ, ਤੇ ਉਹ ਮੈਂ ਇੰਨਾ ਐਕਸਪਰਟ ਹੋ ਗਿਆ ਕਿ ਮੈਨੂੰ ਸਿਰਫ 2 ਸਾਲ ਲੱਗੇ। ਤੇ ਫਿਰ ਭਾਈ ਖੁਦ ਮੈਨੂੰ ਕਿਹਾ ਕਿ ਵਾਕਈ ਇੱਥੋਂ ਤੱਕ ਵੀ ਕਾਗਜ਼ ਚੈੱਕ ਕਰਨੇ ਹੋਣ ਤਾਂ ਭਾਈ ਆਂਦਾ ਸੀ ਵੀ ਅਲੀ ਨੂੰ ਕਾਗਜ਼ ਚੈੱਕ ਕਰਾਓ। ਅੱਛਾ, ਜੋ ਅਲੀ ਕਰ ਦੇਣੇ ਆ ਨਾ ਉਹ ਮੇਰੇ ਕੋਲ ਵੀ ਨਹੀਂ ਹੋਣੇ। ਉਹਨਾਂ ਦਾ ਵੱਡਾ ਉਹਨਾਂ ਦਾ ਵੱਡਾ ਪਨ ਹੈ ਕਿ ਉਹਨਾਂ ਨੂੰ ਲੱਗਾ ਕਿ ਵਾਕਈ ਟ੍ਰੈਂਡ ਹੋ ਗਿਆ। ਫਿਰ ਉਸੇ ਤਰ੍ਹਾਂ ਅਵੈਸ ਦੀ ਕਹਾਣੀ, ਅਵੈਸ ਸਾਡੇ 2 ਨੂੰ ਕੱਟ ਗਿਆ। ਜਿਹੜਾ ਅਵੈਸ ਹੈ ਨਾ ਨਿੱਕਾ ਭਰਾ, ਜਿਹੜੇ ਤੁਹਾਡੇ ਵੱਡੇ ਭਾਈ ਨਾਲ ਹੁੰਦੇ, ਜਿਹੜਾ ਹੁਣ ਇੱਥੇ ਆਪਣਾ ਪੀਰਮਲ ਜਿਹਨੂੰ ਬਣਾ ਕੇ ਦੇ ਰਹੇ ਬ੍ਰਾਂਚ, ਤੁਸੀਂ ਦੱਸ ਰਹੇ ਹੋ, ਉਹ ਸਾਰਿਆਂ ਤੋਂ ਨਿੱਕਾ ਫਰਾਜ਼ ਤੁਸੀਂ ਦੱਸ ਰਹੇ। ਅੱਛਾ, ਜਿਹੜੇ ਵੱਡੇ ਭਾਈ ਨਾਲ ਹੁੰਦੇ ਉਹ ਫਰਾਜ਼ ਹੈ, ਉਹ ਫਰਾਜ਼ ਡੋਗਰ। ਅਵੈਸ ਪਹਿਲੇ ਹੁੰਦਾ ਸੀ, ਲੇਕਿਨ ਜਦੋਂ ਨਨਕਾਣਾ ਸਾਹਿਬ ਬ੍ਰਾਂਚ ਓਪਨ ਕੀਤੀ ਅਵੈਸ ਵੀ ਇੱਥੇ ਆ ਗਿਆ ਕਿਉਂਕਿ ਇੱਥੇ ਕੰਮ ਨਹੀਂ ਸੀ ਸਾਂਭਿਆ ਜਾਂਦਾ। ਪਰ ਇੱਥੇ ਮੈਂ 100 ਗੱਡੀ ਦੀ ਖੁਦ ਬੋਲੀ ਕਰਦਾ ਸੀ। ਮੈਂ ਟੀਮ ਮੈਂਬਰ ਅੱਜ ਤੱਕ ਨਹੀਂ ਰੱਖਿਆ। 1 ਸਾਲ ਜਿੰਨ ਪੈਟਰੋਲ ਪੰਪ ਤੇ ਕੰਮ ਕੀਤਾ, ਨਿਲਾਮੀ ਕੀਤੀ। ਇਹ ਅੱਜ ਤੋਂ 2 ਸਾਲ ਪਹਿਲੇ ਦੀ ਗੱਲ ਦੱਸ ਰਿਹਾ ਤੁਹਾਨੂੰ। ਫਿਰ ਅਸੀਂ ਬਣਾ ਲਿਆ ਸ਼ਾਹਕੋਟ ਆਪਣੀ ਜਗ੍ਹਾ ਲੈ ਕੇ। ਫਿਰ ਸ਼ਾਹਕੋਟ ਨਿਲਾਮੀ ਸ਼ੁਰੂ ਕਰ ਦਿੱਤੀ। ਇੱਥੇ ਮਾਸ਼ਾਅੱਲਾ ਅੱਲਾ ਨੇ ਬੜੇ ਰੰਗ ਲਾਏ, ਬੜਾ ਰਸ਼, ਗੱਡੀਆਂ ਹੀ ਗੱਡੀਆਂ, ਖਰੀਦਦਾਰ, ਕੰਮ ਸਾਂਭਿਆ ਨਹੀਂ ਗਿਆ। ਇੱਥੇ ਫਿਰ ਮੈਂ ਟੀਮ ਮੈਂਬਰ ਰੱਖ ਲਏ। ਫਿਰ ਟੀਮ ਮੈਂਬਰ ਬੋਲੀ ਕਰਾਉਂਦੇ ਸੀ, ਬਾਕੀ ਚੈੱਕ ਐਂਡ ਬੈਲੈਂਸ ਮੈਂ ਕਰਦਾ ਸੀ। ਮਹਿੰਗੀ ਗੱਡੀ ਹੈ ਨਹੀਂ ਵਿਕਣ ਦਿੰਦੇ, ਸਸਤੀ ਤੇ ਮੁਨਾਸਬ ਗੱਡੀ ਡੋਗਰ ਮੋਟਰ ਤੋਂ ਵੇਚ ਸਕਦੀ। ਮਹਿੰਗੀ ਗੱਡੀ ਅਗਰ ਕੋਈ ਬੰਦਾ ਲਿਆਇਆ, ਵਿਕ ਵੀ ਗਈ, ਮੇਰੇ ਟੀਮ ਮੈਂਬਰ ਨੇ ਵੇਚ ਵੀ ਦਿੱਤੀ, ਕੈਂਸਲ ਕਰ ਦੇ। ਮਹਿੰਗੀ ਕਿਸ ਤਰ੍ਹਾਂ? ਮਤਲਬ ਅਗਰ ਕਿਸੇ ਗੱਡੀ ਦੀ ਕੀਮਤ ਬਣਦੀ 30 ਲੱਖ ਰੁਪਇਆ ਅਤੇ ਉਹ 33 ਦੀ ਵਿਕ ਗਈ, ਨਹੀਂ ਵਿਕਣ ਦੇਣੀ, ਕੈਂਸਲ ਕਰ। ਅਗਰ ਉਹ ਗਾਹਕ ਲੈਂਦਾ ਕਹਿੰਦਾ ਭਾਈ ਮੈਂ 33 ਦੀ ਲੈਣੀ ਹੈ, ਫਿਰ ਉਹ ਲੈ ਸਕਦਾ। ਲੇਕਿਨ ਅਸੀਂ ਉਹਨੂੰ ਕਹਾਂਗੇ ਕਿ ਤੂੰ ਮਹਿੰਗੀ ਲੈ ਰਿਹਾ, ਲੇਕਿਨ ਤੁਸੀਂ ਵਾਰਨਿੰਗ ਦੋਗੇ ਕਿ ਯਾਰ ਗੱਡੀ ਮਹਿੰਗੀ ਲੈ ਰਿਹਾ। ਅੱਛਾ, ਇੱਕ ਮਸਲ ਤੱਕ ਉਹ ਬੰਦਾ ਗੱਡੀ ਲੈਂਦਾ, ਅੱਜ ਗੱਡੀ ਲੈ ਗਿਆ, ਅਗਰ ਦੁਬਾਰਾ ਗੱਡੀ ਰੀਸੇਲ ਕਰਨਾ ਚਾਹੇ ਉਹ 'ਚ ਕਿੰਨਾ ਘਾਟਾ ਪਏਗਾ? ਸਾਡੇ ਕੋਲ ਗੱਡੀ ਜਿਹੜੀ ਵੀ ਖਰੀਦੀ ਜਾਂਦੀ ਹੈ ਨਾ, ਉਹ ਮੰਡੀ ਦੇ ਵਿੱਚੋਂ ਖਰੀਦਦਾ ਬੰਦਾ, ਨਿਲਾਮੀ ਦੇ ਵਿੱਚੋਂ। ਉਹਦੇ 'ਚ ਕੋਈ ਹਿਡਨ ਚੀਜ਼ਾਂ ਨਹੀਂ ਹੁੰਦੀਆਂ, ਜਿਵੇਂ ਲੱਖ ਦੀ ਟਾਪ, 2 ਲੱਖ ਦੀ ਟਾਪ। ਅਸੀਂ ਚੈੱਕ ਐਂਡ ਬੈਲੈਂਸ ਕਰਕੇ ਉਹ ਗੱਡੀ ਸੇਲ ਕਰਨੀ ਹੁੰਦੀ। ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਕਿ ਜਿੰਨੇ ਦੀ ਅੱਜ ਚੀਜ਼ ਲੈ ਕੇ ਦਈਏ, ਕੱਲ੍ਹ ਨੂੰ ਉਹਨੇ ਦੀ ਵਿਕਣੀ ਚਾਹੀਦੀ। ਉਹ ਪਾਕਿਸਤਾਨ ਦੇ ਥੋੜ੍ਹੇ ਹਾਲਾਤ ਵੀ ਆਈਦੇ ਨੇ ਕਿ ਜਿਹੜੀ ਚੀਜ਼ ਅੱਜ ਤੁਸੀਂ ਲਈ ਨਾ, ਕੱਲ੍ਹ ਨੂੰ ਉੱਤੇ ਦੀ ਹੈ। ਉਹ ਪੈਸਾ ਡੀਵੈਲਿਊ ਹੁੰਦਾ, ਸਾਨੂੰ ਲੱਗਦਾ ਕਿ ਸਾਡੀ ਚੀਜ਼ ਮਹਿੰਗੀ ਹੋ ਗਈ। ਤਾਂ ਜ਼ਾਹਰੀ ਗੱਲ ਹੈ, ਉਹ ਫਿਰ ਚੀਜ਼ ਦੀ ਵਧਣੀ ਹੁੰਦੀ, ਫਿਰ ਹੀ ਉਹਦਾ ਲੈਵਲ ਹੋਣਾ ਹੁੰਦਾ। ਤੇ ਉਹ ਗੱਡੀ ਕੱਲ੍ਹ ਨੂੰ ਜਦੋਂ ਸਾਡੇ ਕੋਲ ਵਿਕਣ ਹੁੰਦੀ ਹੈ ਨਾ, ਉਹ ਪ੍ਰੋਫਿਟ 'ਚ ਵਿਕਦੀ। ਔਰ ਜੇ ਘਾਟਾ ਪਵੇ ਤਾਂ ਘੱਟ ਤੋਂ ਘੱਟ 50,000 ਪੈਂਦਾ। ਅੱਛਾ ਅਲੀ ਭਾਈ, ਹੁਣ ਤੱਕ ਪੇਸ਼ ਆਉਣ ਵਾਲਾ ਕੋਈ ਦਿਲਚਸਪ ਵਾਕਿਆ ਜਿਹੜਾ ਆਕਸ਼ਨ ਦੌਰਾਨ ਪੇਸ਼ ਆਇਆ ਹੋਵੇ, ਜਿਹਨੂੰ ਤੁਸੀਂ ਸਮਝਦੇ ਹੋ ਵੀ ਯਾਦਗਾਰ ਲਮਹਾ ਸੀ? ਕੋਈ ਐਸਾ ਵਾਕਿਆ ਨਹੀਂ, ਲੇਕਿਨ ਅਗਰ ਤੁਸੀਂ ਦੇਖੋ ਨਾ ਸਾਡੀ ਨਿਲਾਮੀ 'ਚ ਕਿਤੇ ਲਾਈਵ ਆ ਗਏ ਤੇ ਹਰ ਲਮਹਾ ਹੀ ਦਿਲਚਸਪ ਹੈ ਉੱਥੇ, ਤੇ ਯਾਦਗਾਰ ਲਮਹਾ ਹੈ ਹਰ ਲਮਹਾ। ਹਾਂ, ਇੱਕ ਮੈਂ ਤੁਹਾਨੂੰ ਦੱਸਾਂਗਾ ਕਿ ਆਪਣੇ ਉਹ ਕੰਮ ਦੇ ਰਿਲੇਟਡ, ਮੈਂ ਜ਼ਰਾ ਬਿਜ਼ਨਸ ਨੂੰ ਪ੍ਰਮੋਟ ਰੱਖਣਾ ਵਾ ਨਾ, ਬਿਜ਼ਨਸ 'ਚ ਜ਼ਿਆਦਾ ਰਹਿਣਾ। ਮੈਂ ਟਿਕਟੋਕਰ ਨਹੀਂ ਹੈਗਾ, ਹਾਲਾਂਕਿ ਮੇਰੇ ਟਿਕਟੋਕ 'ਤੇ ਲੱਖਾਂ ਫੋਲੋਅਰਸ ਨੇ, ਮੇਰੇ ਫੇਸਬੁੱਕ 'ਤੇ ਵੀ ਲੱਖਾਂ ਫੋਲੋਅਰਸ ਨੇ। ਔਰ ਮੈਂ ਅੱਜ ਤੋਂ ਫੇਸਬੁੱਕ ਨਹੀਂ ਯੂਜ਼ ਕਰ ਰਿਹਾ, ਮੈਂ 2015 'ਚ ਵੀ ਇਹ ਸਟਾਰਟ ਰੱਖਿਆ ਕੰਮ ਨਾ। ਔਰ ਸ਼ੁਰੂ ਤੋਂ ਇਨ ਟੱਚ ਰਿਹਾ ਹਾਂ ਸੋਸ਼ਲ ਮੀਡੀਆ ਦੇ ਨਾਲ, ਕਿਉਂਕਿ ਮੇਰੀ ਫੀਲਡ ਵੀ ਸੌਫਟਵੇਅਰ ਦੀ ਸੀ। ਮੈਂ ਗ੍ਰੈਜੂਏਸ਼ਨ ਸੌਫਟਵੇਅਰ ਇੰਜੀਨੀਅਰਿੰਗ ਕੀਤੀ। ਅੱਛਾ ਜੀ, ਮੇਰੀ ਫੀਲਡ ਹੀ ਉਹ ਸੀ। ਕਿਹੜੀ ਜਗ੍ਹਾ ਤੋਂ ਕੀਤੀ ਤੁਸੀਂ? ਮੈਂ ਦੀ ਯੂਨੀਵਰਸਿਟੀ ਆਫ ਫੈਸਲਾਬਾਦ ਤੋਂ, ਲਾਹੌਰ ਕੈਂਪਸ ਤੋਂ ਕੀਤੀ ਹੈ। ਤੇ ਮੈਂ ਉੱਥੋਂ ਕੀਤੀ ਤੇ ਮੇਰੀ ਤੇ ਫੀਲਡ ਹੀ ਇਹ ਸੀ, ਮੈਨੂੰ ਤਾਂ ਪਤਾ ਸੀ ਇਹਨਾਂ ਚੀਜ਼ਾਂ ਦਾ ਸਾਰਾ। ਇਹ ਜਿੰਨਾ ਵੀ, ਹਾਲਾਂਕਿ ਮੇਰਾ ਭਾਈ ਜਿਹੜਾ ਵੱਡਾ ਹੈ ਨਾ ਖੁਰਮ ਸ਼ਹਜ਼ਾਦ, ਉਹ ਥੋੜਾ ਸੋਸ਼ਲ ਮੀਡੀਆ ਤੋਂ ਪਿੱਛੇ ਸੀ। ਇਹ ਜਿਹੜੀਆਂ ਫੇਸਬੁੱਕ ਆਈਡੀਆਂ, ਟਿਕਟੋਕਸ ਜਿਹੜੇ ਚੱਲਣ ਡੇ ਨੇ, ਜਿਹੜੀ ਕੰਟੈਂਟ ਹੈ ਨਾ, ਇਹ ਮੈਂ ਸਿਖਾਇਆ ਸਾਰਾ ਕੁਝ। ਯਾਨੀ ਕਿ ਮੈਂ ਦੱਸਿਆ ਕਿ ਭਾਈ ਇੰਜ ਕਰੋ, ਇੰਜ ਤੁਸੀਂ ਚਮਕੋਗੇ, ਹੋਰ ਇੰਜ ਕਰੋਗੇ, ਇੰਜ ਹੋਰ ਚਮਕੋਗੇ। ਸਿੱਧੇ ਲਫ਼ਜ਼ਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਡੋਗਰ ਮੋਟਰ ਨੂੰ ਸੋਸ਼ਲ ਮੀਡੀਆ ਲਿਆਉਣ ਵਾਲੇ ਤੁਸੀਂ ਹੋ? ਮੈਂ। ਲੇਕਿਨ ਉਹ ਇਹ ਹੈ ਕਿ ਹੁਣ ਅਸੀਂ ਛੋਟੇ ਹਾਂ, ਅਸੀਂ ਇਹ ਤੇ ਗੱਲ ਕਹਿੰਦੇ ਵੀ ਨਹੀਂ ਚੰਗੇ ਲੱਗਦੇ, ਠੀਕ ਹੈ। ਉਹ ਫਿਰ ਸੁਣਨ ਵਾਲੇ ਲੋਕ ਆਉਂਦੇ ਨੇ ਕਿ ਯਾਰ ਪਤਾ ਨਹੀਂ ਕੀ ਗੱਲ ਕਰ ਰਹੇ ਨੇ। ਲੇਕਿਨ ਇਹ ਹੈ, ਇਹ ਭਾਈ ਨੂੰ ਵੀ ਪਤਾ ਕਿ ਅੱਜ ਤੱਕ ਇਹ ਜ਼ਿਆਦਾ ਦੇਰ ਦੀ ਗੱਲ ਨਹੀਂ ਹੈ। ਹੁਣ ਤਾਂ ਭਾਈ ਜ਼ਰਾ ਟਿਕਟੋਕਰ ਹੋ ਗਿਆ ਨਾ, ਅੱਜ ਤੋਂ ਸਾਲ ਪਿੱਛੇ ਚਲੇ ਜਾਓ ਨਾ, ਤੇ ਜਿੰਨੀ ਫੇਸਬੁੱਕ ਦੀ ਮੈਨੇਜਮੈਂਟ ਹੈ
ਇਹ ਜਿੰਨੇ ਵੀ ਅਕਾਊਂਟ ਹੁਣ ਚੱਲਣ ਡੇ ਨਾ ਮੇਨ ਅਕਾਊਂਟ, ਇਹ ਸਾਰੇ ਮੇਰੇ ਹੱਥਾਂ ਦੇ ਬਣੇ ਹੋਏ। ਅੱਛਾ, ਤੁਸੀਂ ਮੈਨੇਜ ਕਰ ਇਹ ਮੈਂ ਸਿਖਾਇਆ ਕਿ ਇੰਜ ਵੀਡੀਓ ਲਾਉਣੀ ਹੈ, ਇੰਜ ਕਰਨਾ ਹੈ, ਇਹ ਚੀਜ਼ ਉੱਤੇ ਲਿਖਣੀ ਹੈ, ਇਹ ਹੈਸ਼ਟੈਗ ਲਾਉਣਾ, ਇੰਜ ਕਰਨਾ ਹੈ, ਇਹ ਬੋਲੋਗੇ ਜ਼ਿਆਦਾ ਵਾਇਰਲ ਹੋਏਗਾ, ਇੰਜ ਕਰੋਗੇ ਇੰਜ ਹੋਏਗਾ। ਇਹ ਸਾਰੀਆਂ ਚੀਜ਼ਾਂ ਇਹ ਪਿੱਛੇ ਸਪੋਰਟ ਸੋਸ਼ਲ ਮੀਡੀਆ ਦੀ ਮੇਰੀ ਸੀ। ਅੱਛਾ ਲੈ ਭਈ, ਇਹ ਦੱਸੋ ਤੁਸੀਂ ਮਾਸ਼ਾਅੱਲਾ ਕਾਫੀ ਪਾਪੂਲਰ ਹੋ, ਸੋਸ਼ਲ ਮੀਡੀਆ 'ਤੇ ਵਾਇਰਲ ਹੋ। ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਤੁਹਾਡੇ ਕੋਈ ਜ਼ਾਤੀ ਜ਼ਿੰਦਗੀ 'ਤੇ ਕੋਈ ਅਸਰਦਾਰ ਚੀਜ਼ ਹੋਈ ਹੋਵੇ? ਸੋਸ਼ਲ ਮੀਡੀਆ ਮੈਂ ਤਾਂ ਇੰਨਾ ਸੋਸ਼ਲ ਮੀਡੀਆ 'ਤੇ ਮੈਂ ਬਿਜ਼ਨਸ ਦੇ ਤੌਰ 'ਤੇ ਮੈਂ ਬੜਾ ਇੰਨਾ, ਲੇਕਿਨ ਹੋਰ ਐਸੀ ਕੋਈ ਗੱਲ ਨਹੀਂ। ਮੇਰੇ ਬੜੇ ਚਾਹਣ ਵਾਲੇ ਨੇ ਜਿਹੜੇ ਮੇਰੇ اخلاق ਤੋਂ ਜ਼ਿਆਦਾ ਮੁਤਾਸਰ ਨੇ। ਮੇਰੇ ਜਿਹੜੇ ਚਾਹਣ ਵਾਲੇ ਨੇ ਨਾ ਜੀ, ਉਹ ਮੇਰੀ ਕੋਈ ਲਾਈਫ ਸਟਾਈਲ ਤੋਂ ਨਹੀਂ ਹੈ। ਮੈਂ ਬੜਾ ਮਲੰਗ ਜਿਹਾ ਬੰਦਾ ਵਾਂ, ਦਰਵੇਸ਼ ਜਿਹਾ ਬੰਦਾ, ਮੈਂ ਦਰਵੇਸ਼ੀ ਲਾਈਨ 'ਚ ਹੀ ਰਹਿਣਾ ਨਾ। ਮਤਲਬ ਕਿ ਤੁਸੀਂ ਮੇਰੇ ਗੱਲ ਅਗਰ ਮੇਰੀ ਵੀਡੀਓਜ਼ ਦੇਖੋਗੇ ਨਾ ਤਾਂ ਏਡੇ ਖਾਸ ਕੱਪੜੇ ਵੀ ਨਹੀਂ ਤੁਸੀਂ ਮੇਰੇ ਗੱਲ ਵੇਖੋਗੇ। ਮੈਂ ਅਸਲ ਰਹਿਣਾ ਵਾਂ ਆਪਣੀ ਮਸਤੀ ਦੇ ਵਿੱਚ। اخلاق ਦਾ ਦਾਮਨ ਮੈਂ ਨਹੀਂ ਛੱਡਦਾ। ਜਿਹੜਾ ਮੈਨੂੰ ਇੱਕ ਵਾਰੀ ਮਿਲਦਾ ਉਹ ਮੇਰੀ ਤਾਰੀਫ ਕਰਦਾ। ਇਹ ਮੈਂ ਦੂਸਰੇ ਲੋਕਾਂ ਕੋਲ ਸੁਣਿਆ ਕਿ ਅਲੀ ਭਾਈ ਤੁਹਾਡਾ اخلاق ਬਹੁਤ ਅੱਛਾ ਹੈ। ਅਤੇ ਮੇਰਾ اخلاق ਹੀ ਸ਼ਾਇਦ ਮੈਨੂੰ ਇਸ ਸਟੇਜ 'ਤੇ ਲੈ ਆਇਆ ਕਿ ਜੋ ਅੱਜ ਮੇਰੀ ਫੈਨ ਫਾਲੋਇੰਗ ਉਹ ਮੇਰੇ اخلاق ਦੀ ਵਜ੍ਹਾ ਤੋਂ। ਅੱਛਾ ਅਲੀ ਭਾਈ, ਜਿਹੜੇ ਨੌਜਵਾਨ ਇਸ ਆਕਸ਼ਨ ਦਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹਨ, ਕੋਈ 3 ਮਸ਼ਵਰੇ ਦਿਓ ਉਹਨਾਂ ਨੂੰ। ਜਿਹੜੇ ਲੋਕ ਕਾਰੋਬਾਰ ਉਹਨਾਂ ਕੋਲ ਨਹੀਂ ਹੈਗਾ, ਪੈਸਾ ਹੈਗਾ ਉਹਨਾਂ ਦੇ ਕੋਲ, ਮੈਂ ਉਹਨਾਂ ਨੂੰ ਇਹ ਸ਼ੋਰਟੀ ਦਿਆਂਗਾ ਕਿ ਉਹ ਪੈਸਾ ਲੈ ਕੇ ਆਓ। ਪੈਸਾ ਸਾਨੂੰ ਨਹੀਂ ਦੇਣਾ, ਪੈਸਾ ਆਪਣੇ ਕੋਲ ਰੱਖਣਾ। ਅਸੀਂ ਸਿਰਫ ਤੁਹਾਡਾ ਪੈਸਾ ਲਗਵਾਵਾਂਗੇ ਗੱਡੀਆਂ ਦੇ ਵਿੱਚ। ਉਹ ਗੱਡੀ ਵੀ ਤੁਹਾਡੀ ਹੈ, ਉਹ ਕਾਗਜ਼ ਵੀ ਤੁਹਾਡੇ ਕੋਲ ਰਹਿਣੇ। ਕਾਗਜ਼ਾਤ ਦੀ ਤਾਂ 100 ਸਾਲ ਦੀ ਗਾਰੰਟੀ ਡੋਗਰ ਮੋਟਰ ਦੇ ਰਿਹਾ। ਕੀ ਹੈ ਕਿ ਤੁਹਾਡੇ ਕੋਲ ਪੈਸਾ ਹੈ, ਤੁਸੀਂ ਚਾਹੁੰਦੇ ਹੋ ਮੈਂ ਇਨਵੈਸਟਮੈਂਟ ਕਰਾਂ, ਮੈਨੂੰ ਕੋਈ 20-30 ਹਜ਼ਾਰ 50 ਹਜ਼ਾਰ ਬਚਣਾ ਚਾਹੀਦਾ, ਤੇ ਅਸੀਂ ਬਚਵਾ ਕੇ ਦੇਵਾਂਗੇ। ਸਾਨੂੰ ਮਾਕੂਲ ਕਮਿਸ਼ਨ ਦਿਓ ਤੇ ਆਪਣਾ ਸਿਸਟਮ ਚਲਾਓ। ਘੱਟੋ ਘੱਟ ਕਿੰਨੀ ਇਨਵੈਸਟਮੈਂਟ ਹੋਣੀ ਚਾਹੀਦੀ ਬੰਦੇ ਕੋਲ? ਘੱਟ ਤੋਂ ਘੱਟ ਅੱਗੇ ਤੇ ਕਰੋੜ ਰੁਪਈਆ ਵੀ ਕਾਫੀ ਹੁੰਦਾ ਸੀ, ਹੁਣ ਕਰੋੜ ਦੀ ਵੈਲਿਊ ਕੋਈ ਨਹੀਂ ਹੈਗੀ। ਹੁਣ ਕਰੋੜ 'ਚ ਤੇ ਹੁੰਦੀਆਂ 2 ਗੱਡੀਆਂ, ਲੇਕਿਨ ਘੱਟ ਤੋਂ ਘੱਟ ਤੁਹਾਡੀਆਂ 4-5 ਗੱਡੀਆਂ ਤੇ ਖਲੋਤੀਆਂ ਹੋਣੀਆਂ ਚਾਹੀਦੀਆਂ ਸ਼ੋਰੂਮ ਤੇ, ਤਾਂ ਕਿ ਉਹ ਚੇਨ ਬਣੀ ਰਵੇ। ਕੋਈ ਇੱਕ ਵੇਗੀ ਫਿਰ ਦੂਸਰੀ ਵੇਗੀ, ਕੋਈ ਤੀਸਰੀ ਵੇਗੀ, ਉਹਦੀ ਜਗ੍ਹਾ ਤੇ ਪਾ ਲਈ ਹੋਏ ਕਿ ਨਾ ਸਿਸਟਮ ਚੱਲ ਜਾਂਦਾ। ਲੇਕਿਨ ਚੱਲ ਬੰਦਾ 20-30 ਲੱਖ ਨਾ ਵੀ ਸਕਦਾ। ਲੇਕਿਨ ਮੇਰਾ ਤਾਂ ਕੋਈ ਸਾਦਾ ਜਿਹਾ ਸਵਾਲ ਆ, ਅਗਰ ਕੋਈ ਬੰਦਾ ਕਹਿੰਦਾ ਤੁਹਾਡਾ ਕੰਮ ਨਹੀਂ ਕਰਨਾ, ਉਹ ਆਪਣਾ ਜ਼ਾਤੀ ਲਹਿਦਾ ਕੰਮ ਕਰਨਾ ਚਾਹੁੰਦਾ, ਅਸੀਂ ਉਹਨੂੰ ਪ੍ਰਮੋਟ ਕਰਾਂਗੇ। ਤੁਸੀਂ ਪ੍ਰਮੋਟ ਕਰਾਂਗੇ। ਇੱਕ ਹੋਰ ਗੱਲ ਮੈਂ ਕਰਨਾ ਚਾਹਾਂਗਾ ਅੱਜ ਪੋਡਕਾਸਟ ਦੇ ਵਿੱਚ, ਇਹ ਸਾਰੇ ਸ਼ੋਰੂਮ ਵਾਲਿਆਂ ਵਾਸਤੇ, ਸਾਰੇ ਡੀਲਰ ਹਜ਼ਰਾਤ ਵਾਸਤੇ। ਸਾਡੇ ਤੋਂ ਸ਼ੋਰੂਮ ਵਾਲੇ ਬਹੁਤ ਜੈਲਸ ਨੇ, ਬਹੁਤ ਹਸਦ ਕਰਦੇ ਆ। ਜਿੰਨੀ ਕੰਟਰੋਵਰਸੀ ਚੱਲਦੀ ਹੈ ਨਾ, ਇਹ ਸਾਡੇ ਭਾਈਆਂ ਦੇ ਵਿੱਚ ਕੋਈ ਇਖਤਲਾਫ ਨਹੀਂ ਹੈਗਾ। ਆ ਫੈਸਲਾਬਾਦ ਅਸੀਂ ਇਕੱਠੇ ਸਾਂ। ਅੱਛਾ ਜੀ। ਫੈਸਲਾਬਾਦ ਜਿਹੜੀ ਬ੍ਰਾਂਚ ਓਪਨ ਕੀਤੀ ਹੈ, ਇੱਥੇ ਮੈਂ ਤੇ ਭਾਈ ਸ਼ਹਜ਼ਾਦ ਇਕੱਠੇ ਸੀ। ਇਫਤਤਾਹ ਅਸੀਂ ਇਕੱਠਿਆਂ ਕੀਤਾ, ਠੀਕ ਹੈ। ਮੰਡੀ ਬਹਾਵਲਦੀਨ ਇਫਤਤਾਹ ਕੀਤਾ ਤੇ ਮੈਂ ਤੇ ਭਾਈ ਸ਼ਹਜ਼ਾਦ ਇਕੱਠੇ ਸੀ। ਭਾਈ ਸ਼ਹਜ਼ਾਦ ਦੀ ਬ੍ਰਾਂਚ ਦਾ ਮੁਲਤਾਨ ਇਫਤਤਾਹ ਸੀ, ਅਸੀਂ ਇਕੱਠੇ ਸੀ। ਲੋਕਾਂ ਨੂੰ ਏਡੀ ਕੋਈ ਤਕਲੀਫ ਹੁੰਦੀ ਹੈ ਨਾ, ਸਾਡੇ 'ਚ ਤਫਰਕਾ ਫੈਲਾਉਣ ਦੀ ਕੋਸ਼ਿਸ਼ ਕਰਦੇ ਆ, ਸਾਡੇ 'ਚ ਇੰਤਸ਼ਾਰ ਫੈਲਾਉਂਦੇ ਆ ਕਿ ਭਰਾ ਕਿਸੇ ਤਰ੍ਹਾਂ ਨਾ ਪਾੜ ਦਈਏ। ਜਦੋਂ ਭਰਾਵਾਂ ਨੂੰ ਪਾੜ ਦਿਆਂਗੇ ਨਾ, ਇੰਜ ਫਾਸਲਾ ਲੱਭੇਗਾ, ਉਸ ਫਾਸਲੇ ਦੇ ਵਿੱਚ ਅਸੀਂ ਆ ਜਾਵਾਂਗੇ। ਯਾਨੀ ਕਿ ਬੈਨੀਫਿਟ ਉਹ ਲੈਣਗੇ, ਬੈਨੀਫਿਟ ਅਸੀਂ ਲਾਂਗੇ। ਉਹ ਲੋਕ ਇੱਧਰ ਉੱਧਰ ਦੇ ਵੀ ਨਹੀਂ ਹੈ ਜ਼ਿਆਦਾ। ਉਹ ਲੋਕ ਜਿਹੜੇ ਨਾਲ ਨਹੀਂ ਫਿਰਦੇ, ਇਹ TC ਗਰੁੱਪ ਜਿਹੜੇ ਮੇਰੇ ਵੱਡੇ ਭਾਈ ਦੇ ਨਾਲ ਫਿਰਦੇ ਆ, TC ਗਰੁੱਪ, ਇਹ ਜਿਹੜੇ ਵੱਡੇ ਟੁਕੇ ਲੋਕ ਨੇ, ਬੇਨਸਲੇ ਜਿਹੇ ਲੋਕ ਨੇ, ਉਹ ਚਾਹੁੰਦੇ ਨੇ ਕਿ ਮਫਾਦ ਪ੍ਰਸਤ ਲੋਕ ਨੇ, ਉਹ ਚਾਹੁੰਦੇ ਸਾਨੂੰ ਮਫਾਦ ਮਿਲੇ। ਹੁਣ ਜਿੰਨੀ ਦੇਰ ਭਰਾ ਇੰਜ ਨੇ, ਮਫਾਦ ਨਹੀਂ ਮਿਲਣਾ। ਹਾਂ, ਲੈ ਵੀ ਸਕਦੇ ਸਾਡੇ ਕੋਲ ਲੀਗਲ ਤਰੀਕੇ ਨਾਲ, ਲੇਕਿਨ ਉਹ ਚਾਹੁੰਦੇ ਨੇ ਕਿ ਜਦੋਂ ਇਹ ਇੰਜ ਹੋਣਗੇ ਨਾ, ਅਸੀਂ ਵਿੱਚ ਆਵਾਂਗੇ ਤੇ ਅਸੀਂ ਇਹ ਹੋਲਡ ਕਰਾਂਗੇ ਸਾਰਾ। ਅਲੀ ਭਾਈ, ਕਿ ਤੁਹਾਨੂੰ ਇੱਦਾਂ ਲੱਗਦਾ ਵੀ ਚੰਦ ਅਨਾਸਰ ਤੁਹਾਡੇ ਭਾਈਆਂ ਦਰਮਿਆਨ ਫਾਟਕ ਡਾਲ ਰਹੇ, ਤੁਸੀਂ ਆਪਣੇ ਬੜੇ ਭੈਣ ਨੂੰ ਦੱਸੋ ਵੀ ਇਹ ਬੰਦੇ ਇੱਦਾਂ ਕਹਿ ਰਹੇ, ਉਹਨਾਂ ਤੋਂ ਸਰ ਜੀ ਮੈਂ ਤੁਹਾਨੂੰ ਦੱਸਣਾ, ਭਾਈ ਮੇਰਾ ਥੋੜ੍ਹਾ ਜਿਹਾ ਜਜ਼ਬਾਤੀ ਤਬੀਅਤ ਦਾ, ਉਹਨੂੰ ਵਕਤੀ ਤੌਰ ਨਹੀਂ ਪਤਾ ਲੱਗਦਾ। ਉਹਨੂੰ ਜਿਵੇਂ ਕੋਈ ਗੱਲ ਕਹਿੰਦਾ ਨਾ, ਉਹ ਉਵੇਂ ਹੀ ਬੋਲਣਾ ਸ਼ੁਰੂ ਹੋ ਜਾਂਦਾ। ਠੀਕ ਅਗਲੇ ਹੀ ਟਾਈਮ ਤੇ ਅੱਧੇ ਘੰਟੇ ਬਾਅਦ ਉਹਨੂੰ ਮਹਿਸੂਸ ਹੁੰਦਾ ਕਿ ਮੈਂ ਕੀ ਕਰ ਬੈਠਾ। ਇਹ ਤੇ ਉਸ ਬੰਦੇ ਨੇ ਮੇਰੇ ਕੋਲ ਕਰਵਾ ਦਿੱਤਾ। ਅਸੀਂ ਉਹਨੂੰ ਫੋਨ ਕਰਨੇ ਆ, ਕੀ ਕਿਹਾ ਈ, ਇਹ ਕੀ ਕੀਤਾ ਈ, ਉਹ ਮੈਂ ਕੀ ਕਿਹਾ, ਮੇਰੇ ਕੋਲ ਤਾਂ ਉਹਨੇ ਕਰਵਾਇਆ, ਮੈਂ ਤੇ ਠੀਕ ਹਾਂ। ਯਾਨੀ ਕਿ ਕੁਛ ਜਿਹੜੇ ਇੰਤਸ਼ਾਰ ਪਸੰਦ ਲੋਕ ਨੇ, ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਜਦੋਂ ਹੋਈ ਨਾ ਉਹ ਬ੍ਰਾਂਚਿਸ ਵਾਲੀ ਗੱਲ, ਤੇ ਉਹ ਥੋੜਾ ਜਿਹਾ ਗਲਤ ਰੰਗ ਦਿੱਤਾ ਗਿਆ। ਉਹ ਇੰਤਸ਼ਾਰੀਆਂ ਨੇ ਦਿੱਤਾ ਗਲਤ ਰੰਗ। ਉਹ ਇੰਤਸ਼ਾਰੀਆਂ ਨੇ ਕੀ ਕੀਤਾ, ਭਾਈ ਸੀ ਉਮਰੇ ਤੇ, ਉਹਨੂੰ ਪਿੱਛੋਂ ਆਉਂਦੇ ਨੇ, ਉਹ ਅਲੀ ਜਿਹੜਾ ਉਹ ਬ੍ਰਾਂਚਾਂ ਲੋਕਾਂ ਨੂੰ ਦਿੱਤੀ ਜਾ ਰਿਹਾ,
ਯਾਨੀ ਕਿ ਗਲਤ ਖਬਰ ਪਹੁੰਚਾਈ, ਗਲਤ ਖਬਰ ਪਹੁੰਚਾ ਦਿੱਤੀ। ਭਾਈ ਨੇ ਸੋਚਿਆ ਨਹੀਂ ਸਮਝਿਆ ਨਹੀਂ, ਵੀਡੀਓ ਠੋਕ ਦਿੱਤੀ ਕਿ ਯਾਰ ਉਹ ਮੇਰੇ ਨਿੱਕੇ ਭਰਾ ਜਿਹੜੇ ਨੇ ਬ੍ਰਾਂਚਾਂ ਦੇਈ ਜਾਣ ਡੇ। ਬਈ ਕਿਉਂ, ਕਿਹੜੇ ਲੋਕਾਂ ਨੂੰ ਦਿੱਤੀਆਂ ਬ੍ਰਾਂਚਾਂ? ਵੀ ਅਸੀਂ ਫੋਨ ਕੀਤਾ ਸੀ, ਕਿਹੜੇ ਲੋਕਾਂ ਨੂੰ ਦੇਤੀਆਂ ਬ੍ਰਾਂਚਾਂ? ਮੇਰੇ ਵਾਲਦ ਸਾਹਿਬ ਫੋਨ ਕੀਤਾ, ਮੈਂ ਤਾਂ ਸਾਰੀ ਗੱਲ ਵੱਡਾ ਮੇਰੇ ਤੋਂ, ਮੈਂ ਬੜੀ ਇੱਜ਼ਤ ਕਰਨਾ ਹੁੰਦੀ। ਮੇਰੇ ਵਾਲਦ ਸਾਹਿਬ ਫੋਨ ਕੀਤਾ ਵੀ ਇਹ ਤੂੰ ਕੀ ਸੋਸ਼ਲ ਮੀਡੀਆ ਤੇ ਕਰ ਰਿਹਾ? ਕੋਈ ਇਸ ਤਰ੍ਹਾਂ ਦੀ ਗੱਲ ਵੀ ਨਹੀਂ ਹੈ ਵੀ ਬ੍ਰਾਂਚਿਸ ਤੇ ਮੈਂ ਬਣਾ ਕੇ ਦੇ ਰਿਹਾ। ਮੈਂ ਵਾਲਦ ਹਾਂ, ਜਿਵੇਂ ਤੈਨੂੰ ਸਪੋਰਟ ਕੀਤਾ, ਤੂੰ ਅੱਜ ਜਲੀਲ ਗਾਰਡਨ ਬੈਠਾ ਹੈ, ਤੈਨੂੰ ਅਜੇ ਵੀ ਕਰ ਰਿਹਾ। ਐਵੇਂ ਅਲੀ ਹੈ, ਉਹਨੂੰ ਸ਼ਾਹਕੋਟ ਬਿਠਾਇਆ, ਤੇ ਐਵੇਂ ਹੁਣ ਦੋ ਜਿਹੜੇ ਨਿੱਕੇ ਨੇ ਉਹਨਾਂ ਨੂੰ ਬ੍ਰਾਂਚਾਂ ਨਹੀਂ ਬਣਾ ਕੇ ਦੇਣੀਆਂ ਕਿ ਉਹਨਾਂ ਨੂੰ ਇੱਥੇ ਘਰ ਬਿਠਾਈ ਰੱਖੀਏ। ਅੱਛਾ ਅਲੀ ਭਾਈ, ਡੋਗਰ ਮੋਟਰ ਦਾ ਅਗਲਾ ਹਦਫ ਕੀ ਹੈ? ਅਗਲਾ ਹਦਫ ਸਾਡਾ ਇਹ ਹੈ, ਬ੍ਰਾਂਚਿਸ ਜਿੰਨੀਆਂ ਬਣਾ ਦਿੱਤੀਆਂ ਨੇ ਇੰਨੀਆਂ ਹੀ ਰਹਿਣਗੀਆਂ। ਮੈਂ ਬਜ਼ਾਤੇ ਖੁਦ ਔਰ ਮੇਰੇ ਵਾਲਦ ਸਾਹਿਬ ਸਰਦਾਰ ਮੁਹੰਮਦ ਬੂਟਾ ਡੋਗਰ, ਅਸੀਂ ਇਸ ਹੱਕ 'ਚ ਨਹੀਂ ਕਿ ਅਸੀਂ ਆਪਣੀ ਬ੍ਰਾਂਚ ਤੇ ਲੋਕਾਂ ਨੂੰ ਬਿਠਾ ਦਈਏ। ਕੋਈ ਬਗਾਨਾ ਮੰਨਾ ਡੋਗਰ ਮੋਟਰ ਨਨਕਾਣਾ ਵਾਲੇ ਤੇ ਲੋਕਾਂ ਨੂੰ ਬਿਠਾਣਾ ਅਸੀਂ ਨਹੀਂ ਚਾਹੁੰਦੇ। ਹੁਣ ਅਸੀਂ ਭਰਾ ਚਾਰ ਹਾਂ, ਇੱਕ ਮੇਰਾ ਵੱਡਾ ਭਾਈ ਖੁਰਮ ਸ਼ਹਜ਼ਾਦ, ਇੱਕ ਮੈਂ ਵਾਂ ਤੇ ਦੋ ਨਿੱਕੇ ਨੇ। ਹੁਣ ਉਹਨਾਂ ਨੂੰ ਵੀ ਬ੍ਰਾਂਚਾਂ ਬਣਾ ਦਿੱਤੀਆਂ, ਮੰਡੀ ਬਹਾਵਲਦੀਨ, ਪੀਰ ਮਲ ਤੇ ਫੈਸਲਾਬਾਦ। ਯਾਨੀ ਕਿ ਸਭ ਨੂੰ ਲਹਿਦਾ ਨਾਲ ਕਾਰੋਬਾਰ ਕਰਵਾ ਦਿੱਤਾ ਹੋ ਗਏ ਆ। ਕਾਰੋਬਾਰ ਇਕੱਠਾ ਹੀ ਹੈ ਸਾਡਾ, ਮਤਲਬ ਕਿ ਘਰੋਂ ਅਸੀਂ ਇਕੱਠੇ ਹੀ ਆ। ਉਂਝ ਸਾਡੇ ਮੈਨੇਜ ਲਹਿਦਾ ਦਾ ਮੈਨੇਜ ਇਹ ਔਨ ਸਰਪ੍ਰਸਤੇ ਆਲਾ ਸਰਦਾਰ ਮੁਹੰਮਦ ਬੂਟਾ ਡੋਗਰ ਸਾਹਿਬ ਨੇ। ਅਸੀਂ ਤੇ ਐਮਡੀ ਆ, ਮੈਨੇਜਿੰਗ ਡਾਇਰੈਕਟਰ ਲੱਗੇ ਆ ਅਸੀਂ। ਕਈ ਬੰਦੇ ਨਾ ਉਹ ਲਿਖਿਆ ਹੁੰਦਾ CEO, ਮੈਂ ਪੋਸਟ ਲਾਉਣਾ ਨਾ, ਤੇ ਉੱਤੇ CEO ਸਾਰੇ ਭਰਾਵਾਂ ਦੇ ਨਾਲ ਲਿਖਿਆ ਹੁੰਦਾ। ਥੱਲੇ ਬੰਦੇ ਕਮੈਂਟ ਕਰ ਰਹੇ ਸਾਰੇ ਹੀ CEO ਨੇ, ਤੇ ਸਾਰੇ CEO ਹੀ ਨੇ, ਲੇਕਿਨ ਉਹ ਮੁਖਤਲਿਫ ਬ੍ਰਾਂਚਿਸ ਦੇ ਨੇ, ਉਹਨਾਂ ਦੀ ਇੱਕ ਪਹਿਚਾਣ ਆਪਣੀ ਬ੍ਰਾਂਚ ਦੇ ਉਹ CEO ਨੇ। ਲੇਕਿਨ ਡੋਗਰ ਮੋਟਰ ਜਿਹੜਾ ਤੁਹਾਡਾ ਆਪਣਾ ਨਨਕਾਣਾ ਵਾਲੀ ਬ੍ਰਾਂਚ ਆ, ਜੇ ਤੁਸੀਂ ਮਸ਼ਹੂਰ, ਉਹਦਾ ਜਿਹੜਾ ਮੇਨ CEO ਤੁਹਾਡੇ ਵਾਲਦ ਸਾਹਿਬ ਨੇ, ਮੇਰੇ ਵਾਲਦ ਸਾਹਿਬ। ਬਾਕੀ ਆਪਣੇ ਆਪਣੀ ਬ੍ਰਾਂਚ ਦਾ ਹਰ ਬੰਦਾ ਮਾਲਕ, ਹਰ ਬੰਦਾ ਮਾਲਕ। ਸਹੀ। ਅਲੀ ਭਾਈ, ਐਂਡ ਤੇ ਤੁਸੀਂ ਆਪਣੇ ਆਡੀਅנס ਦੇ ਨਾਮ ਕੋਈ ਪੈਗਾਮ ਦੇਣਾ ਚਾਹੋ? ਆਡੀਅנס ਨੂੰ ਇਹੀ ਕਹਿਣਾ ਚਾਹਾਂਗੇ ਕਿ ਦੋਸਤੋ, ਅਗਰ ਤੁਸੀਂ ਪਰੇਸ਼ਾਨ ਹਾਲ ਹੋ, ਤੁਹਾਨੂੰ ਕਾਰੋਬਾਰ ਨਹੀਂ ਮਿਲ ਰਿਹਾ, ਤੇ ਤੁਹਾਡੇ ਭਾਈ ਮੌਜੂਦ ਨੇ, ਤੁਹਾਡੇ ਆਪਣੇ ਸ਼ਹਿਰ 'ਚ ਬ੍ਰਾਂਚਿਸ ਓਪਨ ਨੇ, ਉੱਥੇ ਆਓ, ਮੀਟਿੰਗ ਕਰੋ, ਅਸੀਂ ਤੁਹਾਡਾ ਕਾਰੋਬਾਰ ਰਨ ਕਰਾਂਗੇ ਗੱਡੀਆਂ ਦੇ ਰਿਲੇਟਡ, ਔਰ ਅਸੀਂ ਇਨਸ਼ਾਅੱਲਾ ਤਾਲਾ ਲਾਸ ਨਹੀਂ ਆਉਣ ਦਿਆਂਗੇ। ਲਾਸ ਸਾਡਾ ਤੇ ਪ੍ਰੋਫਿਟ ਅੱਧੋ ਵੱਧ। ਇਹ ਦੇਖੋ ਜੀ ਕੈਸਾ ਕੁਲੀਆ ਸਾਡਾ, ਬਹੁਤ ਅੱਛਾ ਕੁਲੀਆ ਕਿ ਘਾਟਾ ਡੋਗਰ ਮੋਟਰ ਦਾ, ਪ੍ਰੋਫਿਟ ਤੁਸੀਂ ਲੈਣਾ, ਪ੍ਰੋਫਿਟ ਤੁਸੀਂ ਲੈਣਾ। ਬਹੁਤ ਸ਼ੁਕਰੀਆ ਡੋਗਰ ਸਾਹਿਬ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਤੁਹਾਡੀ ਗੱਲਾਂ ਸਾਨੂੰ ਬਹੁਤ ਕੁਝ ਸਿੱਖਣ ਤੋਂ ਵੀ ਮਿਲਿਆ। ਤੁਸੀਂ ਆਡੀਅנס ਨਾਮ ਵੀ ਪੈਗਾਮ ਦਿੱਤਾ। ਜਿਸ ਭੈਣ ਭਾਈ ਨੇ ਕਾਰੋਬਾਰ ਕਰਨਾ ਵਾ, ਉਹ ਡੋਗਰ ਮੋਟਰ ਤੇ ਜਾਣ, ਬਾ ਇੱਜ਼ਤ ਤਰੀਕੇ ਨਾਲ ਆਪਣਾ ਰੋਜ਼ਗਾਰ ਕਮਾਓ। ਅਗਰ ਤੁਹਾਨੂੰ ਅੱਜ ਦਾ ਵਲੋਗ ਅੱਛਾ ਲੱਗਿਆ ਹੋਵੇ, ਅੱਜ ਦਾ ਪੋਡਕਾਸਟ ਸਾਨੂੰ ਅੱਛਾ ਲੱਗਿਆ ਹੋਵੇ, ਸਾਡੇ ਚੈਨਲ ਨੂੰ ਫੋਲੋ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅੱਲਾ ਹਾਫਿਜ਼।